ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਅਸੀਂ ਖੜੇ ਹਾਂ ਸ਼ੰਭੂ ਬਾਰਡਰ ਦੇ ਉੱਤੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਧਰ ਬੈਰੀਅਰ ਲੱਗਿਆ ਹੈ, ਇੱਧਰ ਸੰਗਤ ਖੜੀ ਹੋਈ ਨਾਰੇ ਲਾ ਰਹੀ ਹੈ ਤੇ ਦੂਸਰੇ ਪਾਸੇ ਇਹ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਸ਼ਾਂਤੀ ਦੇ ਨਾਲ ਆਪਣੇ ਆਪਣੇ ਘਰਾਂ ਨੂੰ ਤੁਸੀਂ ਪਰਤ ਜਾਓ, ਕਿ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਤੁਹਾਨੂੰ ਦਿਖਾ ਸਕਦੇ ਹਾਂ ਕਿ ਪੱਥਰ ਦੀਆਂ ਕੱਲ ਜਿੱਦਾਂ ਹਰਿਆਣੇ ਦੇ ਵਿੱਚ ਨੌਜਵਾਨਾਂ ਨੇ ਪੱਥਰ ਦੀਆਂ ਸਲੈਬਾਂ ਚੱਕ ਕੇ ਆਪ ਸਾਈਡ ਤੇ ਕਰਤੀਆਂ ਸੀ, ਤਾਂ ਪਹਿਲਾਂ ਹੀ ਪੱਥਰ ਦੀਆਂ ਸਲੈਬਾਂ ਦੇ ਵਿੱਚ ਸੰਗਲ ਪਾ ਕੇ ਲੌਕ ਕਰ ਦਿੱਤੀਆਂ ਗਈਆਂ ਨੇ। ਤੇ ਦੂਸਰੇ ਪਾਸੇ ਅਗਰ ਅਸੀਂ ਬੈਰੀਕੇਡਿੰਗ ਦੀ ਗੱਲ ਕੀਤੀ ਜਾਵੇ ਤਾਂ ਉਹਨੂੰ ਵੀ ਸੰਗਲ ਪਾ ਕੇ ਬੰਨਿਆ ਹੋਇਆ ਆ। ਤੇ ਇੱਥੋਂ ਤੁਹਾਨੂੰ ਆਪ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਪੁਲਿਸ ਪ੍ਰਸ਼ਾਸਨ ਕਿੰਨਾ ਕੀ ਡਰਿਆ ਹੋਇਆ ਆ। ਭਾਰਤ ਸਰਕਾਰ, ਦਿੱਲੀ ਸਰਕਾਰ ਨੂੰ ਕਿੰਨੀ ਕੀ ਹੱਥਾਂ ਪੈਰਾਂ ਦੀ ਪਾਈ ਹੋਈ ਹੈ, ਕਿਉਂਕਿ ਬੈਰੀਕੇਡਿੰਗ ਲਾ ਕੇ ਉਹਨਾਂ ਦੇ ਵਿੱਚੋਂ ਵੀ ਸੰਗਲ ਲਗਾਏ ਹੋਏ ਆ। ਕਿਉਂਕਿ ਜੋ ਕੱਲ ਦਿੱਲੀ ਬਾਰਡਰ ਦੇ ਉੱਤੇ ਹਰਿਆਣਾ ਦੇ ਨੌਜਵਾਨਾਂ ਨੇ ਕੀਤਾ, ਪੰਜਾਬੀਆਂ ਨੇ ਕੀਤਾ, ਉਹਨਾਂ ਦੇ ਪੱਥਰ ਦੀਆਂ ਇੱਦਾਂ ਦੀਆਂ ਸਲੈਬਾਂ ਹੱਥਾਂ ਨਾਲ ਚੱਕ ਕੇ ਸਾਈਡ ਤੇ ਬੰਨੇ ਲਾਤੀਆਂ ਸੀ। ਉਸ ਤੋਂ ਬਾਅਦ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਬਾਰਡਰ ਕਿਤੇ ਉੱਦਾਂ ਨਾ ਖੋਲ੍ਹੇ ਜਾਣ, ਪਰ ਨੌਜਵਾਨਾਂ ਦਾ ਜੋਸ਼ ਦੇਖ ਕੇ ਇਹੀ ਲੱਗਦਾ ਹੈ ਕਿ ਬੇਸ਼ੱਕ ਆਹ ਬੈਰੀਅਰ ਲੱਗੇ ਹੋਣ ਜਾਂ ਆਹ ਪੱਥਰ ਲਾਏ ਹੋਣ, ਇਹ ਨੌਜਵਾਨ ਨਹੀਂ ਰੁਕਦੇ। ਹੁਣ ਜਿਹੜਾ ਪੰਜਾਬ 'ਚ ਹੜ੍ਹ ਆਇਆ ਉਹ ਦਿੱਲੀ ਤੱਕ ਤਾਂ ਜਾਣਾ ਹੀ ਜਾਣਾ। ਤੁਸੀਂ ਉਧਰ ਵੀ, ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਇੱਕ ਵਾਰ ਇੱਧਰੋਂ ਆ ਕੇ, ਕਿੰਨੀ ਜ਼ਿਆਦਾ CRPF ਲਗਾਈ ਹੋਈ ਹੈ, ਕਿੰਨੀ ਜ਼ਿਆਦਾ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਨੇ, ਪੁਲਿਸ ਕਿੰਨੀ ਲਗਾਈ ਹੋਈ ਹੈ ਕਿ ਕੁਝ ਵੀ ਹੋ ਜਾਵੇ ਇਹ ਜਿਹੜਾ ਮੋਰਚਾ ਆ ਇਹ ਫਤਿਹ ਨਾ ਹੋ ਸਕੇ। ਨੌਜਵਾਨ ਪੰਜਾਬ ਦੀ ਆਵਾਮ ਜਿਹੜੀ ਹੈ ਉਹ ਕਿਤੇ ਦਿੱਲੀ ਤੱਕ ਨਾ ਆਪੜ ਜੇ। ਤੇ ਅਜੇ ਵੀ ਜਿਹੜੇ ਘਰਾਂ 'ਚ ਬੈਠੇ ਹੋਏ ਇਹ ਦੇਖ ਰਹੇ ਨੇ ਪ੍ਰੋਗਰਾਮ, ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਜੇਕਰ ਤੁਸੀਂ ਅਜੇ ਵੀ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਹੋ, ਘਰਾਂ ਦੇ ਵਿੱਚ ਬੈਠੇ ਹੋ ਤੇ ਇਹ ਤਮਾਸ਼ਾ ਸਿਰਫ ਦੇਖਦੇ ਹੋ, ਤਾਂ ਇਹ ਤਮਾਸ਼ਾ ਨਹੀਂ ਹੈ, ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ। ਤੇ ਅਗਰ ਘਰਾਂ 'ਚ ਟੀਵੀਆਂ ਦੇ ਵਿੱਚ ਬਹਿ ਕੇ ਜਾਂ ਮੋਬਾਈਲ ਦੇ ਉੱਤੇ ਦੇਖ ਕੇ ਤੁਸੀਂ ਸਿਰਫ ਇਸ ਨੂੰ ਇੰਜੋਏ ਕਰ ਰਹੇ ਹੋ ਜਾਂ ਤੁਸੀਂ ਦੇਖ ਰਹੇ ਹੋ ਕਿ ਕਿੱਥੇ ਤੱਕ ਪਹੁੰਚ ਰਹੇ ਆ, ਤਾਂ ਇਹ ਸੋਚ ਲੈਣਾ ਕਿ ਇਹ ਅੱਗ ਸਿਰਫ ਇੱਕ ਘਰ 'ਚ ਨਹੀਂ ਲੱਗੀ, ਪੂਰੇ ਪੰਜਾਬ ਦੇ ਵਿੱਚ ਲੱਗੀ ਹੋਈ ਹੈ। ਇਸ ਲਈ ਘਰਾਂ 'ਚੋਂ ਬਾਹਰ ਨਿਕਲੋ, ਜਿੱਥੇ ਵੀ ਨੇੜੇ ਮੋਰਚਾ ਲੱਗਿਆ ਉੱਥੇ ਪਹੁੰਚੋ, ਸਾਥ ਦੇਵੋ, ਤਾਂ ਕਿ ਦਿੱਲੀ ਨੂੰ ਪਤਾ ਲੱਗ ਸਕੇ ਕਿ ਪੰਜਾਬੀਆਂ ਦੇ ਜ਼ਮੀਰ ਮਰੇ ਨਹੀਂ ਹੈ। ਆਵਾਜ਼ ਤੁਹਾਨੂੰ ਆ ਗਈ ਹੋਣੀ ਹੈ ਕਿ ਕਿੱਦਾਂ ਹਰਿਆਣੇ ਵੱਲੋਂ ਅਨਾਉਂਸਮੈਂਟ ਲਗਾਤਾਰ ਕੀਤੀ ਜਾ ਰਹੀ ਹੈ ਕਿ ਤੁਸੀਂ ਵਾਪਸ ਪਰਤ ਜਾਓ, ਤੁਸੀਂ ਵਾਪਸ ਚਲੇ ਜਾਓ। ਇੱਥੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਹੋਣੀ ਚਾਹੀਦੀ, ਜਦ ਕੋਈ ਹੁੱਲੜਬਾਜ਼ੀ ਨਹੀਂ ਕਰ ਰਹੀ। ਮੈਂ ਕੈਮਰਾਮੈਨ ਨੂੰ ਕਹੂੰਗਾ ਉਧਰਲੇ ਪਾਸੇ ਇੱਕ ਵਾਰ ਤੁਸੀਂ ਦੇਖੋ ਕਿੱਦਾਂ ਚੱਲ ਰਹੇ ਨੌਜਵਾਨ ਖੜੇ ਹੋਏ ਨੇ, ਸਾਰੇ ਦੇ ਸਾਰੇ ਸੰਗਤ ਇੱਥੇ ਖੜੀ ਹੈ, ਪਰ ਪੁਲਿਸ ਜਿਹਨਾਂ ਨੂੰ ਸਾਥ ਦੇਣਾ ਚਾਹੀਦਾ ਸੀ, ਕਿਉਂਕਿ ਕੱਲ ਵੀ ਅਸੀਂ ਲਾਈਵ ਦੇਖਿਆ, ਜਿਹੜਾ ਕੱਲ ਵੀ ਅਸੀਂ ਆਪਣੇ ਚੈਨਲ ਤੇ ਲਾਈਵ ਕੀਤਾ, ਨੌਜਵਾਨ ਬਾਰ-ਬਾਰ ਕਹਿ ਰਹੇ ਸੀ ਕਿ ਪੁਲਿਸ ਪ੍ਰਸ਼ਾਸਨ, ਨੌਜਵਾਨ, ਹਰ ਕਿਸੇ ਦੇ ਘਰ ਦੇ ਉੱਤੇ ਵਿੱਚ ਜਿਹੜਾ ਅਨਾਜ ਜਾਂਦਾ ਹੈ ਉਹ ਅਨਾਜ ਪੰਜਾਬ ਤੋਂ ਹੀ ਜਾਂਦਾ ਹੈ, ਜਾਂ ਕਹਿ ਸਕਦੇ ਹਾਂ ਕਿ ਕਿਸਾਨ ਤੋਂ ਹੀ ਜਾਂਦਾ ਆ, ਕਿਉਂਕਿ ਕਿਸਾਨ ਜੋ ਪੈਦਾ ਕਰਦੇ ਨੇ ਉਹੀ ਹਰ ਕੋਈ ਖਾਂਦਾ ਹੈ। ਤੇ ਅੱਜ ਕਿਸਾਨਾਂ ਦੀ ਹੋਂਦ ਤੇ ਗੱਲ ਆ ਗਈ ਹੈ। ਤੇ ਜਿੰਨੇ ਵੀ ਪੁਲਿਸ ਵਾਲੇ ਨੇ ਜਾਂ CRPF ਵਾਲੇ ਨੇ, ਸਾਡੇ ਆਪਣੇ ਵੀਰ ਨੇ, ਕੋਈ ਹਰ ਕੋਈ ਕਿਸਾਨੀ ਪਰਿਵਾਰ ਦੇ ਵਿੱਚੋਂ ਹੀ ਹੈ, ਸੰਬੰਧ ਰੱਖਦਾ ਹੈ। ਬਹੁਤ ਘੱਟ ਅਜਿਹੇ ਹੋਣਗੇ ਜਿਹੜੇ ਕਿਸਾਨੀ ਪਰਿਵਾਰਾਂ ਦੇ ਨਾਲ ਸੰਬੰਧ ਨਾ ਰੱਖਦੇ ਹੋਣਗੇ, ਪਰ ਅਗਰ ਫਿਰ ਵੀ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਤੇ ਫਿਰ ਵੀ ਅਗਰ ਪੁਲਿਸ ਹੋਵੇ ਜਾਂ CRPF ਹੋਵੇ ਨੌਜਵਾਨਾਂ ਉੱਤੇ ਲਾਠੀਚਾਰਜ ਕਰਦੀ ਹੈ, ਕਿਸੇ ਵੀ ਤਰ੍ਹਾਂ ਦੇ ਵਾਟਰ ਕੈਨਨ ਇਸਤੇਮਾਲ ਕਰਦੀ ਹੈ, ਤਾਂ ਇਹ ਸਾਫ਼ ਹੋ ਜਾਏਗਾ ਕਿ ਇਹ ਵੀ ਵਿਕੀਆਂ ਜ਼ਮੀਰਾਂ ਵਾਲੇ ਨੇ, ਜਿਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਜ਼ਮੀਨ ਜਾਵੇ, ਜਾਇਦਾਦ ਜਾਵੇ, ਸਾਡੀ ਇੱਜ਼ਤ ਜਾਵੇ, ਆਬਰੂ ਜਾਵੇ, ਕਿਉਂਕਿ ਇਹ ਵੀ ਕਠਪੁਤਲੀ ਕੇਂਦਰ ਦੇ ਹੱਥਾਂ ਦੀ ਨੇ, ਜਿਹੜੇ ਆਪਣੀਆਂ ਤਨਖਾਹਾਂ ਦੇਖਦੇ ਨੇ। ਇਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ 84 ਦੇ ਉਹਨਾਂ ਧਰਮੀ ਫੌਜੀਆਂ ਨੂੰ ਜਿਹਨਾਂ ਨੇ ਆਪਣੀ ਨੌਕਰੀ ਨੂੰ ਲੱਤ ਮਾਰੀ ਸੀ ਤੇ ਦਰਬਾਰ ਸਾਹਿਬ ਵੱਲ ਚੱਲ ਪਏ ਸੀ ਸੰਤਾਂ ਦੇ ਨਾਲ ਮੋਢੇ ਨਾਲ ਮੋਢਾ ਲਾਉਣ ਵਾਸਤੇ। ਤੇ ਅੱਜ ਮੁੜ ਲੋੜ ਹੈ ਅਸੀਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾਈਏ। ਬੇਸ਼ੱਕ ਪੁਲਿਸ ਤੇ CRPF ਹੈ, ਪੰਜਾਬੀਆਂ ਦਾ, ਪੰਜਾਬ ਦਾ, ਹਰਿਆਣਾ ਦਾ ਸਾਥ ਦਈਏ, ਕੇਂਦਰ ਦੇ ਨਾਲ ਜਾ ਕੇ ਟੱਕਰਾ ਲਈਏ। ਤੇ ਦੇਖਣਾ ਇਹ ਹੋਵੇਗਾ ਕਿ ਇਹ ਹਿੰਮਤ ਕੌਣ ਦਿਖਾ ਪਾਉਂਦਾ ਹੈ। ਹਰ ਅਪਡੇਟ ਮੋਰਚੇ ਤੋਂ ਤੁਹਾਨੂੰ ਦਿੰਦੇ ਰਹਾਂਗੇ। ਫਿਲਹਾਲ ਸੰਗਤ ਨਾਲ ਗੱਲ ਕਰਦੇ, ਕੀ ਕੁਝ ਕਹਿਣਾ ਚਾਹੋਗੇ? ਖੱਟੜ ਮਰ ਗਿਆ ਜਾਣ ਕੇ, ਕਿਸਾਨਾਂ ਥੱਲੇ ਆਣ ਕੇ ਖੱਟੜ ਮਰ ਗਿਆ ਜਾਣ ਕੇ। ਅੱਜ ਜੋ ਹਰਿਆਣਾ ਸਰਕਾਰ ਨੇ ਇਹ ਸੋਚ ਆਪਣੀ ਅੜੀਅਲ ਵਤੀਰਾ ਬਣਾਇਆ ਕਿ ਕਿਸਾਨਾਂ ਨੂੰ ਸ਼ਾਂਤਮਈ ਧਰਨਾ ਕਰਨ ਵਾਸਤੇ ਦਿੱਲੀ ਨਹੀਂ ਜਾਣ ਦੇਣਾ, ਇਹ ਇਹਨਾਂ ਦੀ ਸੋਚ ਬਹੁਤ ਮਾੜੀ ਹੈ। ਇੱਥੇ ਜੋ ਇਹਨਾਂ ਦੀ ਸੋਚ ਵਾਸਤੇ ਨਾਅਰੇਬਾਜ਼ੀ ਹੋ ਰਹੀ ਆ, ਖੱਟੜ ਦੇ ਘਰ ਤੱਕ ਪਹੁੰਚ ਰਹੀ ਹੈ। ਔਰ ਖੱਟੜ ਸਰਕਾਰ ਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਤੁਸੀਂ ਇੱਥੋਂ ਦਾ ਅੜੀਅਲ ਵਤੀਰਾ ਆਪਣਾ ਪਰੇ ਕਰ ਲਓ।
ਜਦੋਂ ਹੁਣ ਕਿਸਾਨਾਂ ਦਾ ਹੜ੍ਹ ਪਿੱਛੋਂ ਜ਼ਿਆਦਾ ਆ ਗਿਆ, ਇਹ ਤੁਹਾਡੇ ਜਿਹੜੀਆਂ ਵਾਟਰ ਟੈਂਕ ਨੇ ਇਹਨਾਂ ਨੂੰ ਨਹੀਂ ਮੰਨਿਆ ਜਾਏਗਾ, ਤੁਹਾਡੇ ਬੈਰੀਕੇਡ ਤੋੜ ਦਿੱਤੇ ਜਾਣਗੇ। ਬੈਰੀਕੇਡ ਤੋੜ ਦਿੱਤੇ ਜਾਣਗੇ। ਕੱਲ ਅਗਰ ਗੱਲ ਕੀਤੀ ਜਾਵੇ ਹਰਿਆਣਾ ਦੀ ਤੇ ਦਿੱਲੀ ਬਾਰਡਰ ਦੀ, ਉਧਰਲੇ ਪਾਸੇ ਨੌਜਵਾਨਾਂ ਨੇ ਇਦਾਂ ਦੀਆਂ ਪੱਥਰ ਦੀਆਂ ਸਲੈਬਾਂ ਚੱਕ ਕੇ ਆਪ ਹੀ ਸਾਈਡ ਤੇ ਕਰਤੀਆਂ ਸੀ ਤੇ ਹੁਣ ਇਹਨਾਂ ਦੇ ਵਿੱਚ ਵੀ ਸੰਗਲ ਪਾ ਕੇ ਬੰਨ ਦਿੱਤੇ ਆ। ਕੀ ਕਹੋਗੇ? ਇਹ ਸੰਗਲ ਸੁੰਗਲ ਕੁਝ ਨਹੀਂ ਕਰਨੇ। ਜਦੋਂ ਕਿਸਾਨਾਂ ਦਾ ਹੜ੍ਹ ਆਇਆ ਤੇ ਦਿੱਲੀ ਦੇ ਤਖਤੇ ਤੱਕ ਹਿਲਾ ਦੇਾਂਗੇ। ਇਹ ਪਾਣੀ ਦੀਆਂ ਵਿਛਾੜਾਂ ਜਾਂ ਇਹ ਫੌਜਾਂ ਇਕੱਠੀਆਂ ਕਰੀ ਫਿਰਦੇ ਨੇ, ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਨੇ ਗਲਤ ਜਗ੍ਹਾ ਤੇ ਪੰਗਾ ਲੈ ਲਿਆ ਨੇ। ਇਹ ਪੰਜਾਬ ਦੇ ਕਿਸਾਨ ਨੇ, ਇਹ ਮੋਦੀ ਕਿਤੇ ਗਿੱਜਿਆ ਹੋਰ ਸਟੇਟਾਂ ਦਾ, ਇਹ ਕਦੀ ਜੰਮੂ ਵਾਲਿਆਂ ਦੇ ਨਾਲ, ਕਦੀ ਅਯੁੱਧਿਆ ਦੇ ਹੋਰ ਮੈਟਰਾਂ ਤੇ ਇਹਨੇ ਧੱਕਾਸ਼ਾਹੀ ਕੀਤੀ ਹੈ ਘੱਟ ਗਿਣਤੀ ਲੋਕਾਂ ਦੇ ਨਾਲ। ਇਸ ਕਰਕੇ ਇਹਨੇ ਇਸੇ ਹੀ ਸੋਚ ਦੇ ਨਾਲ ਪੰਜਾਬ ਦੇ ਨਾਲ ਜੋ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਸਾਨ ਵੀਰ ਕਦੇ ਵੀ ਇਸ ਨੂੰ ਮਾਫ ਨਹੀਂ ਕਰਨਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਸੰਘਰਸ਼ ਨੂੰ ਯਾਦ ਕਰਨਗੀਆਂ। ਕੈਪਟਨ ਬਾਰੇ ਕੀ ਕਹੋਗੇ? ਕਿਉਂਕਿ ਕੈਪਟਨ ਸਾਹਿਬ ਤਾਂ ਆਪਣੇ ਆਪ ਨੂੰ ਬੜਾ ਦਰਦੀ ਦੱਸਦੇ ਨੇ, ਕਿਸਾਨਾਂ ਦਾ ਸੀ ਉਹਨਾਂ ਦੇ ਨਾਲ ਆ। ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਪੁਲਿਸ ਨੂੰ ਚਾਹੀਦਾ ਸੀ ਕਿ ਕਿਸਾਨਾਂ ਦੇ ਅੱਗੇ ਹੁੰਦੇ, ਉਹਨਾਂ ਨੂੰ ਗਾਰਡ ਕਰਦੇ ਤੇ ਦਿੱਲੀ ਵੱਲ ਨੂੰ ਚਾਲੇ ਪਾਉਂਦੇ? ਜੇ ਬਾਕੀ ਜਿਹੜੀਆਂ ਸਰਕਾਰਾਂ ਮੌਕੇ ਦੀਆਂ ਹਕੂਮਤ ਕਰਦੀਆਂ ਨੇ ਉਹ ਨਸ਼ੇ 'ਚ ਚੂਰ ਹੁੰਦੀਆਂ ਨੇ, ਚਾਹੇ ਉਹ ਕੈਪਟਨ ਸਰਕਾਰ ਹੈ, ਚਾਹੇ ਉਹ ਸੈਂਟਰ ਦੀ ਸਰਕਾਰ ਹੈ, ਚਾਹੇ ਇਹ ਕੁੱਤੀ ਖੱਟੜ ਦੀ ਸਰਕਾਰ ਹੈ। ਇਹ ਹਮੇਸ਼ਾ ਕਿਸਾਨਾਂ ਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਲੇਕਿਨ ਕਿਸਾਨ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਜੋਸ਼ ਤੁਸੀਂ ਕਿਸਾਨਾਂ ਦੇ ਵਿੱਚ ਦੇਖ ਲਿਆ, ਕਿਉਂਕਿ ਬੈਰੀਕੇਡਿੰਗ ਕੀਤੀ ਹੋਈ ਹੈ ਤੇ ਪੱਥਰ ਦੀਆਂ ਸਲੈਬਾਂ ਜਿਹੜੀਆਂ ਕੱਲ ਨੌਜਵਾਨਾਂ ਨੇ ਚੱਕੀਆਂ ਸੀ ਉਹਨਾਂ ਨੂੰ ਵੀ ਸੰਗਲ ਮਾਰੇ ਹੋਏ ਨੇ ਤੇ ਨਾਲ ਹੀ ਬੈਰੀਕੇਡਸ ਨੂੰ ਵੀ ਸੰਗਲ ਮਾਰੇ ਹੋਏ ਨੇ ਤਾਂ ਜੋ ਇਹਨਾਂ ਨੂੰ ਸਾਈਡ ਨਾ ਕੀਤਾ ਜਾਏ। ਪਰ ਕੱਲ ਜੋ ਸੈਲਾਬ ਨੌਜਵਾਨਾਂ ਦਾ ਆਇਆ ਸੀ, ਤੁਸੀਂ ਵੇਖਿਆ ਕਿ ਕਿੱਦਾਂ ਨੌਜਵਾਨਾਂ ਨੇ ਪੱਥਰ ਦੀਆਂ ਸਲੈਬਾਂ ਤੋਂ ਲੈ ਕੇ ਬੈਰੀਕੇਡ ਚੱਕ ਕੇ ਪੁਲਿਸ ਤੇ CRPF ਨੂੰ ਖੂੰਜੇ ਲਾ ਦਿੱਤਾ ਸੀ। ਤੇ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਪੰਜਾਬੀ ਅਤੇ ਪੰਜਾਬੀਅਤ ਜਿਹੜੀ ਉਹ ਬੜੀ ਆਸਾਨੀ ਨਾਲ ਦੱਬ ਜਾਏਗੀ, ਉਹ ਚੁੱਪ ਕਰਕੇ ਬਹਿ ਜਾਣਗੇ, ਤਾਂ ਇਹਨਾਂ ਨੂੰ ਚਾਹੀਦਾ ਕਿ ਇਤਿਹਾਸ ਦੇ ਵਰਕੇ ਚੱਕ ਕੇ ਤੁਸੀਂ ਇੱਕ ਵਾਰ ਫੋੜ ਲਓ। ਉਸ ਦੇ ਵਿੱਚ ਨਾ ਕਦੇ ਪੰਜਾਬੀਆਂ ਨੇ ਗੋਡੇ ਲਾਏ ਸੀ, ਨਾ ਲਾਏ ਨੇ ਤੇ ਨਾ ਉਹ ਲਾਣਗੇ। ਇਹ ਸਿੱਖ ਕੌਮ ਦਾ, ਪੰਜਾਬੀਆਂ ਦਾ ਇਤਿਹਾਸ ਰਿਹਾ ਹੈ। ਸਿੱਖ ਕੌਮ ਮੈਂ ਤਾਂ ਨਹੀਂ ਕਹਿ ਰਿਹਾ ਕਿਉਂਕਿ ਹਰ ਕੋਈ ਇੱਕ ਕੌਮ ਵਿਸ਼ੇਸ਼ ਦੇ ਨਾਲ ਉਸ ਨੂੰ ਜੋੜ ਦਿੰਦਾ, ਪਰ ਮੈਂ ਇਹ ਕਹਿ ਦੇਣਾ ਪੰਜਾਬੀ ਜਿਹੜੇ ਹੈ ਨੇ ਉਹ ਕਦੇ ਵੀ ਆਪਣੀ ਜ਼ਮੀਨ ਨਹੀਂ ਜਾਣ ਦੇਣਗੇ। ਨੌਜਵਾਨ, ਕਿਸਾਨ, ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਤੇ ਇਹ ਲੱਗਦੇ ਰਹਿਣਗੇ। ਇਹ ਲੱਗਦੇ ਹੋਏ ਹੀ ਦਿੱਲੀ ਤੱਕ ਜਾਵਾਂਗੇ, ਦਿੱਲੀ ਨੂੰ ਹਿਲਾਵਾਂਗੇ ਤੇ ਇਹ ਮੋਰਚੇ ਫਤਿਹ ਕਰਕੇ ਜ਼ਰੂਰ ਆਵਾਂਗੇ। ਤੁਸੀਂ ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ, ਹਰ ਅਪਡੇਟ ਮੋਰਚਿਆਂ ਦੇ ਨਾਲ ਜੁੜੀ ਹੋਈ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਆਓ ਦੇਖਦੇ ਹਾਂ ਕੀ ਕਹਿ ਰਹੇ ਨੇ ਕਿਸਾਨ। ਕਿਸਾਨ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਲੋਕ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮੋਦੀ ਤੇਰੀ ਸੋਚ ਦੇ ਛਿੱਤਰ ਮਾਰਾਂਗੇ ਠੋਕ ਕੇ, ਮੋਦੀ ਤੇਰੀ ਸੋਚ। ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ। ਅਸੀਂ ਇਸ ਵੇਲੇ ਹਰਿਆਣੇ ਵਾਲੀ ਸਾਈਡ ਤੇ ਖੜੇ ਹਾਂ। ਬੈਰੀਕੇਡਿੰਗ ਉਧਰਲੇ ਪਾਸੇ ਲੱਗੀ ਹੋਈ ਹੈ, ਪਹਿਲਾਂ ਅਸੀਂ ਬੈਰੀਕੇਡਿੰਗ ਦੇ ਉਸ ਸਾਈਡ ਸੀ ਤੇ ਵਾਟਰ ਕੈਨਨ ਜਿਹੜੇ ਨੇ ਉਹ ਬੈਰੀਕੇਡਿੰਗ ਦੇ ਕੋਲ ਲਾਏ ਜਾ ਰਹੇ ਨੇ ਤਾਂ ਜੋ ਨੌਜਵਾਨਾਂ ਨੂੰ ਰੋਕਿਆ ਜਾਵੇ। ਤੇ ਹਰ ਪਾਸਿਓਂ ਹਰਿਆਣਾ ਸਰਕਾਰ ਦਾ ਇਹ ਜ਼ੋਰ ਲੱਗਿਆ ਹੋਇਆ ਹੈ ਕਿ ਕੁਝ ਵੀ ਹੋ ਜਾਵੇ, ਨੌਜਵਾਨ ਜਿਹੜੇ ਪੰਜਾਬ ਵੱਲ ਖੜੇ ਨੇ ਉਹ ਹਰਿਆਣੇ ਦੇ ਵਿੱਚ ਇੰਟਰ ਨਾ ਕਰ ਸਕਣ। ਤੇ ਹੁਣ ਵੇਖਣਾ ਇਹ ਹੋਵੇਗਾ ਕਿ ਜੋ ਕੱਲ ਸੋਨੀਪਤ ਪਾਣੀਪਤ ਵਿੱਚ ਵੇਖਣ ਵਾਸਤੇ ਮਿਲਿਆ, ਪਿਪਲੀ ਵੇਖਣ ਵਾਸਤੇ ਮਿਲਿਆ, ਉੱਦਾਂ ਦਾ ਕੋਈ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ। ਪੁਲਿਸ ਪ੍ਰਸ਼ਾਸਨ ਨੌਜਵਾਨਾਂ ਦੇ ਨਾਲ ਅੱਗੇ ਗੱਲ ਕਰਨ ਵਾਸਤੇ ਜਾ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਅੱਗੇ ਕੋਈ ਗੱਲ ਹੁੰਦੀ ਹੈ, ਸਾਰਥਕ ਨਹੀਂ ਹੁੰਦੀ, ਕਿਉਂਕਿ ਕੱਲ ਜਿੱਦਾਂ ਪੁਲਿਸ, ਹਰਿਆਣਾ ਪੁਲਿਸ ਨੇ ਅੱਧੇ ਘੰਟੇ ਦਾ ਸਮਾਂ ਮੰਗਿਆ ਸੀਗਾ ਕਿਸਾਨਾਂ ਤੋਂ ਕਿ ਅੱਧੇ ਘੰਟੇ ਦਾ ਸਮਾਂ ਉਹਨਾਂ ਨੂੰ ਦਿੱਤਾ ਜਾਵੇ, ਉਸ ਤੋਂ ਬਾਅਦ ਉਹ ਬਾਕੀ ਦੀ ਗੱਲ ਕਰਨਗੇ। ਤੇ ਉਹੀ ਚੀਜ਼ ਉਰੇ ਵੇਖਣ ਨੂੰ ਹੋਵੇਗੀ ਕਿ ਸੀਨੀਅਰ ਅਧਿਕਾਰੀ ਪੁਲਿਸ ਦੇ ਜਿਹੜੇ ਹੈਗੇ ਨੇ ਉਹ ਕੀ ਸਮਾਂ ਲੈਂਦੇ ਨੇ, ਕੀ ਸਮਾਂ ਦਿੰਦੇ ਨੇ। ਪੁਲਿਸ ਦੇ ਸੀਨੀਅਰ ਅਧਿਕਾਰੀ ਖੜੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕੀ ਕਹਿੰਦੇ ਨੇ ਸਾਨੂੰ। ਉਹਨਾਂ ਨੇ ਗੱਲ ਕਰਨ ਤੋਂ ਫਿਲਹਾਲ ਮਨਾ ਕਰ ਦਿੱਤਾ ਕਿਉਂਕਿ ਉਹ ਗੱਲ ਕਰਨਗੇ ਵੀ ਕੀ ਉਹਨਾਂ ਕੋਲ ਕੁਝ ਹੋਊਗਾ ਨਹੀਂ ਗੱਲ ਕਰਨ ਵਾਸਤੇ, ਕਿਉਂਕਿ ਉਹਨਾਂ ਨੇ ਉਹੀ ਕਰਨਾ ਜੋ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਹੈ। ਤੇ ਅਸੀਂ ਇਸ ਵੇਲੇ ਹਰਿਆਣੇ ਵਾਲੀ ਸਾਈਡ ਖੜੇ ਹਾਂ ਕਿਉਂਕਿ ਇਸ ਤੋਂ ਸਾਨੂੰ ਅੰਦਾਜ਼ਾ ਲੱਗ ਸਕਦਾ ਹੈ ਕਿ ਪੁਲਿਸ ਨੇ ਅਗਰ ਹੱਥ ਖੜੇ ਕਰਤੇ ਤਾਂ ਉਹ ਕੁਝ ਬੋਲ ਨਹੀਂ ਸਕਦੇ। ਉਹਨਾਂ ਦਾ ਮੂੰਹ ਇਸ ਵੇਲੇ ਜ਼ੁਬਾਨ ਉਹਨਾਂ ਦੀ ਬੰਦ ਕੀਤੀ ਗਈ ਹੈ ਕਿਉਂਕਿ ਜੋ ਉਹਨਾਂ ਨੂੰ ਆਰਡਰ ਹੈ, ਉਹਨਾਂ ਦਾ ਵੀ ਆਪਣਾ ਫਰਜ਼ ਹੈ, ਉਹ ਸਿਰਫ ਆਪਣਾ ਫਰਜ਼ ਨਿਭਾ ਰਹੇ ਨੇ, ਉਰੇ ਖੜੇ ਹੋਏ ਨੇ। ਪਰ ਕਿਤੇ ਨਾ ਕਿਤੇ ਇਹੀ ਕਹਾਂਗੇ ਕਿ 84 ਦੇ ਵਿੱਚ ਕਈ ਧਰਮੀ ਫੌਜੀ ਵੀ ਸੀ, ਜੋ ਗੱਲ ਮੈਂ ਪਹਿਲਾਂ ਵੀ ਕਹੀ, ਜਿਨ੍ਹਾਂ ਨੇ ਆਪਣੀ ਰੂਹ ਦੀ ਮੰਨੀ, ਇਨਸਾਨੀਅਤ ਦਾ ਸਾਥ ਦਿੱਤਾ। ਤੇ ਅੱਜ ਸਮਾਂ ਉਹ ਹੈ ਕਿ ਸਾਡੀਆਂ ਜ਼ਮੀਨਾਂ ਉੱਤੇ ਗੱਲ ਬਣ ਗਈ ਹੈ, ਸਾਡੀ ਹੋਂਦ ਉੱਤੇ, ਸਾਡੇ ਸੱਭਿਆਚਾਰ ਉੱਤੇ ਗੱਲ ਬਣ ਆਈ ਹੈ। ਤੇ ਜੇਕਰ ਇਹ ਸਭ ਕੁਝ ਵੇਖਦਿਆਂ ਹੋਇਆਂ ਵੀ CRPF ਹੋਵੇ ਜਾਂ ਪੁਲਿਸ ਹੋਵੇ, ਹਰਿਆਣਾ ਪੁਲਿਸ ਹੋਵੇ ਜਾਂ ਪੰਜਾਬ ਪੁਲਿਸ ਹੋਵੇ, ਉਹ ਅਗਰ ਨੌਜਵਾਨਾਂ ਉੱਤੇ, ਕਿਸਾਨਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਤਸ਼ੱਦਦ ਕਰਦੀ ਹੈ ਤਾਂ ਉਹ ਕਿਤੇ ਨਾ ਕਿਤੇ ਜਸਟੀਫਾਈਡ ਨਹੀਂ ਹੋਵੇਗਾ। ਬੇਸ਼ੱਕ
ਪੰਜਾਬ ਸਰਕਾਰ ਹੋਵੇ ਜਾਂ ਹਰਿਆਣਾ ਸਰਕਾਰ ਹੋਵੇ, ਉਹਨਾਂ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਕੋਈ ਵੀ ਨੌਜਵਾਨਾਂ ਨੂੰ ਡੈਮੇਜ ਨਹੀਂ ਕੀਤਾ ਜਾਏਗਾ, ਕੋਈ ਵੀ ਕਿਸਾਨਾਂ ਉੱਤੇ ਅਤਿਆਚਾਰ ਨਹੀਂ ਕੀਤਾ ਜਾਏਗਾ, ਲਾਠੀਚਾਰਜ ਨਾ ਕੀਤਾ ਜਾਵੇ। ਪਰ ਦੇਖ ਸਕਦੇ ਹੋ ਕਿ ਵਾਟਰ ਕੈਨਨ ਦਾ ਇਸਤੇਮਾਲ ਕੱਲ੍ਹ ਵੀ ਕੀਤਾ ਗਿਆ ਸੀ, ਕਿੰਨੇ ਵੱਡੇ ਪੱਧਰ ਦੇ ਉੱਤੇ ਫੋਰਸ ਇੱਧਰ ਲੱਗੀ ਹੋਈ ਹੈ। ਤੇ ਅਸੀਂ ਹਰਿਆਣੇ ਵਾਲੀ ਸਾਈਡ ਖੜੇ ਹਾਂ, ਪੰਜਾਬ ਵਾਲੀ ਸਾਈਡ ਅਸੀਂ ਤੁਹਾਨੂੰ ਪਹਿਲਾਂ ਵਿਖਾ ਚੁੱਕੇ ਹਾਂ ਤੇ ਵਾਟਰ ਕੈਨਨ ਔਨ ਹੋ ਚੁੱਕੇ ਨੇ। ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕੱਲ ਜਿੱਦਾਂ ਪਿਪਲੀ ਵਾਲੀ ਸਾਈਡ ਦੇ ਉੱਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ, ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਦਾ ਹੜ੍ਹ ਨਹੀਂ ਰੁਕਿਆ। ਉੱਦਾਂ ਹੀ ਕੁਝ ਇੱਧਰ ਵੀ ਕੀਤਾ ਜਾਏਗਾ। ਆਓ ਮਾਰਦੇ ਇੱਕ ਨਜ਼ਰ ਕੀ ਕਰ ਰਹੇ ਨੇ, ਆਖਿਰ ਕੀ ਸੋਚ ਰਹੇ ਨੇ ਤੇ ਕਿਹੜੀ ਨਵੀਂ ਰਣਨੀਤੀ ਖੱਟੜ ਨੇ ਦਿੱਤੀ ਹੈ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ। ਕਿਉਂਕਿ ਵਾਟਰ ਕੈਨਨ ਔਨ ਕਰਕੇ ਪਾਣੀ ਦੀਆਂ ਵਿਛਾੜਾਂ ਮਾਰਨ ਦੀ ਸ਼ਾਇਦ ਤਿਆਰੀ ਕੀਤੀ ਜਾ ਰਹੀ ਹੈ। ਪਰ ਮੈਂ ਇਹੀ ਕਹਾਂਗਾ ਕਿ ਸਰਕਾਰਾਂ ਕੁਝ ਵੀ ਕਰ ਲੈਣ, ਮੈਂ ਕਹਾਂਗਾ ਸਰਕਾਰਾਂ ਚਾਹੇ ਕੁਝ ਵੀ ਕਰ ਲੈਣ, ਪਰ ਇਹ ਨੌਜਵਾਨਾਂ ਦਾ ਹੜ੍ਹ ਹੁਣ ਨਹੀਂ ਰੁਕਣ ਵਾਲਾ, ਇਹ ਨੌਜਵਾਨ ਹੁਣ ਨਹੀਂ ਰੁਕਣ ਵਾਲੇ। ਦੇਖੋ ਪੁਲਿਸ ਮੁਲਾਜ਼ਮ ਜੇਬ ਦੇ ਵਿੱਚ ਹੱਥ ਪਾ ਕੇ ਖੜੇ ਹੋਏ ਨੇ, ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਉੱਤੇ, ਕਿਸਾਨਾਂ ਉੱਤੇ ਵੀ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਵਾਟਰ ਕੈਨਨ ਦਾ ਇਸਤੇਮਾਲ ਸ਼ੁਰੂ ਹੋ ਚੁੱਕਿਆ ਹੈ। ਕਿਸਾਨ ਜਿਹੜੇ ਖੜੇ ਹੋਏ ਨੇ, ਇਕੱਠੇ ਹੋਏ ਨੇ, ਉਹਨਾਂ ਉੱਤੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਜਾ ਰਹੀਆਂ ਨੇ। ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਾਟਰ ਕੈਨਨ ਦਾ ਇਸਤੇਮਾਲ ਕਰ ਰਹੀ ਹੈ ਖੱਟੜ ਸਰਕਾਰ ਤੇ ਕਿੱਦਾਂ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿੱਦਾਂ ਨੌਜਵਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਨਹੀਂ ਪੂਰਾ ਵੀ ਇਹਨਾਂ ਨੂੰ ਸੋਚ ਦੇ ਵਿੱਚ ਆ ਰਿਹਾ ਕਿ ਉਹ ਵੀ ਇਸ ਧਰਤੀ ਦੇ ਬੱਚੇ ਨੇ, ਉਹਨਾਂ ਦੀਆਂ ਜ਼ਮੀਨਾਂ ਨੇ ਜਿਹਨਾਂ ਦੀਆਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੈਪਟਨ ਸਰਕਾਰ ਜਾਂ ਕਹਿ ਸਕਦੇ ਹਾਂ ਕਿ ਮੋਦੀ ਸਰਕਾਰ ਕਰ ਰਹੀ ਹੈ। ਕਿਉਂਕਿ ਸਰਕਾਰ ਕੈਪਟਨ ਦੀ ਹੋਵੇ, ਬਾਦਲ ਦੀ ਹੋਵੇ, ਮੋਦੀ ਦੀ ਹੋਵੇ, ਅੰਦਰੋਂ ਸਾਰੇ ਇੱਕੋ ਹੀ ਨੇ ਤੇ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਨੇ ਉਹ ਦੁਨੀਆ ਨੇ ਦੇਖੀਆਂ ਨੇ, ਜਿਸ ਨੂੰ ਹੁਣ ਕਿਸਾਨ ਕਦੇ ਵੀ ਮੁਆਫ ਨਹੀਂ ਕਰ ਸਕਦੇ। ਕਿਉਂਕਿ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ, ਗੱਲ ਹੁਣ ਉਸ ਤੇ ਆ ਗਈ ਹੈ, ਉਹਨਾਂ ਦੇ ਸੱਭਿਆਚਾਰ ਤੇ ਆ ਗਈ ਹੈ ਤੇ ਪੁਲਿਸ ਅਤੇ ਪ੍ਰਸ਼ਾਸਨ ਪਿੱਛੇ ਮੁੱਖ ਦਰਸ਼ਕ ਬਣਿਆ ਹੋਇਆ ਹੈ। ਪੁਲਿਸ ਅਤੇ ਪ੍ਰਸ਼ਾਸਨ ਪਿੱਛੇ ਮੁੱਖ ਦਰਸ਼ਕ ਬਣ ਕੇ ਸਭ ਕੁਝ ਦੇਖ ਰਿਹਾ ਹੈ ਤੇ ਸਿਰਫ ਪਾਣੀ ਦੀਆਂ ਬੌਛਾਰਾਂ ਮਾਰ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੀਟਾ ਸਾਈਡ ਤੇ ਵਾਟਰ ਕੈਨਨ ਦਾ ਇਸਤੇਮਾਲ ਖੱਟੜ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਗੱਡੀ ਨੂੰ ਅੱਗੇ ਕਰਕੇ ਤਾਂ ਜੋ ਕਿਸਾਨਾਂ ਨੂੰ ਖਦੇੜਿਆ ਜਾਵੇ। ਪਰ ਨੌਜਵਾਨਾਂ ਤੇ ਕਿਸਾਨਾਂ ਦੇ ਵਿੱਚ ਦਾ ਜੋਸ਼ ਘਟਣ ਦਾ ਨਾਮ ਨਹੀਂ ਲੈ ਰਿਹਾ। ਅਜਿਹੀ ਤਸ਼ੱਦਦ ਦੇ ਸਾਹਮਣੇ ਆਉਣ ਦਾ ਜੋਸ਼ ਹੋਰ ਉੱਭਰ ਰਿਹਾ ਹੈ। ਖੱਚਰ ਤੇਰੀ ਸੋਚ ਤੇ ਛਿੱਤਰ ਮਾਰਾਂਗੇ ਠੋਕ ਕੇ। ਤੁਸੀਂ ਸੁਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਨਾਰੇ ਲਾ ਰਹੇ ਨੇ ਤੇ ਇਹ ਉਹ ਸੈਲਾਬ ਹੈ ਜਿਹੜਾ ਪੰਜਾਬ ਦੇ ਕੋਨੇ-ਕੋਨੇ ਤੋਂ ਉੱਠ ਕੇ ਹਰਿਆਣੇ ਵੱਲ ਨੂੰ ਤੁਰਿਆ ਹੈ ਤੇ ਹਰਿਆਣਾ ਟੱਪ ਕੇ ਦਿੱਲੀ ਤੱਕ ਪਹੁੰਚਣ ਨੂੰ ਤਿਆਰ ਹੈ। ਤੇ ਪਰ ਹਰਿਆਣੇ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਜੋ ਦਿੱਲੀ ਆਪੜ ਵੀ ਚੁੱਕੀਆਂ ਨੇ। ਪਰ ਵੇਖਣਾ ਇਹ ਹੋਵੇਗਾ ਕਿ ਸਰਕਾਰਾਂ ਨੂੰ ਕੋਈ ਫਰਕ ਪੈਂਦਾ ਹੈ, ਕਿ ਸਰਕਾਰਾਂ ਦੀ ਅੱਖ ਖੁੱਲ੍ਹਦੀ ਹੈ, ਕਿ ਕੁੰਭਕਰਨੀ ਨੀਂਦ ਤੋਂ ਕਿਸਾਨ ਆਪ ਹੈਡਫੋਨ ਤੇ ਕੀ ਕੁੰਭਕਰਨੀ ਨੀਂਦ ਤੋਂ ਕਿਸਾਨ ਆਪ ਕੀ ਕੁੰਭਕਰਨੀ ਨੀਂਦ ਤੋਂ ਸਰਕਾਰਾਂ ਆਪ ਜਾਗਦੀਆਂ ਨੇ ਜਾਂ ਨਹੀਂ ਜਾਗਦੀਆਂ। ਕਿਉਂਕਿ ਹਰ ਪਾਸੇ ਅਗਰ ਅਸੀਂ ਨਜ਼ਰ ਮਾਰਦੇ ਹਾਂ, ਪੁਲਿਸ ਹੀ ਪੁਲਿਸ, ਪ੍ਰਸ਼ਾਸਨ ਹੀ ਪ੍ਰਸ਼ਾਸਨ, CRPF ਇੰਨੀ ਕੀ ਫੋਰਸ ਲਗਾਈ ਹੋਈ ਹੈ ਕਿ ਅਸੀਂ ਜਿੱਦਾਂ ਆਪਣੇ ਹੀ ਘਰ ਵਿੱਚ ਕੈਦੀ ਹਾਂ। ਤੇ ਪੰਜਾਬ ਦੇ ਨਾਲ ਕੇਂਦਰ ਦਾ ਵਿਵਹਾਰ ਕੁਝ ਇੱਦਾਂ ਦਾ ਆ ਕਿ ਜਿੱਦਾਂ ਪੰਜਾਬ ਕੋਈ ਗੈਰ ਮੁਲਕ ਹੋਵੇ। ਤੇ ਕਿਸਾਨਾਂ ਨੂੰ ਕੀ ਸੂਚਿਤ ਕੀਤਾ ਜਾ ਰਿਹਾ ਉਹ ਤੁਸੀਂ ਇੱਕ ਵਾਰ ਸੁਣੋ ਅਨਾਉਂਸਮੈਂਟ ਪੂਰੀ ਚੰਗੀ ਤਰ੍ਹਾਂ। ਹਰਿਆਣਾ ਰਾਜ ਦੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਇਸ ਲਈ ਇੱਕ ਥਾਂ ਤੇ ਅਧਿਕ ਲੋਕਾਂ ਨੂੰ ਇਕੱਠੇ ਹੋਣ ਤੇ ਪਾਬੰਦੀ ਹਨ। ਇਸ ਲਈ ਹਰਿਆਣਾ ਰਾਜ ਵਿੱਚ ਕਈ ਥਾਵਾਂ ਤੇ ਅਲੱਗ-ਅਲੱਗ ਮੁੱਦਿਆਂ ਤੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਪ
ਇਤਨੀ ਬੜੀ ਸੰਖਿਆ ਦੇ ਵਿੱਚ ਅੱਗੇ ਨਹੀਂ ਜਾ ਸਕਦੇ। ਆਪ ਨੂੰ ਬਾਰ-ਬਾਰ ਸਮਝਾਇਆ ਜਾ ਰਿਹਾ ਹੈ ਕਿ ਆਪ शांतिपूर्वक अपने घरों ਨੂੰ वापस चले जाएं। आपकी सभी गतिविधियां तो सीसीटीवी कैमरा वीडियो कैमरे के माध्यम से बारीकी से नजर रखी जा रही है। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਰੇ ਜਣੇ ਆਪਣੇ ਆਪਣੇ ਘਰਾਂ 'ਚ ਚੱਲ ਜਾਣ। ਧਾਰਾ 144 ਲੱਗੀ ਹੋਈ ਹੈ ਤੇ ਕਿਸੇ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ। ਖੱਟੜ ਦੀ ਪੁਲਿਸ ਵੱਲੋਂ ਇਹ ਗੱਲ ਬਾਰ-ਬਾਰ ਅਨਾਉਂਸ ਕੀਤੀ ਜਾ ਰਹੀ ਹੈ, ਪਰ ਕਿਸਾਨ ਉੱਥੇ ਹੀ ਖੜੇ ਨੇ, ਨੌਜਵਾਨ ਉੱਥੇ ਹੀ ਖੜੇ ਨੇ ਜੋ ਇਨ ਮੰਨਣ ਨੂੰ ਤਿਆਰ ਨਹੀਂ ਤੇ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਜਾਣਾ। ਇਸ ਕਾਰਨਰ ਤੋਂ ਦੂਸਰੇ ਕਾਰਨਰ ਤੱਕ ਅਸੀਂ ਵਾਕ ਕਰਦੇ ਹਾਂ। ਇੱਕ ਵਾਰ ਦਿਖਾਉਂਦੇ ਹਾਂ ਤੁਹਾਨੂੰ ਨਜ਼ਾਰਾ ਉੱਧਰ ਦਾ ਕੀ ਹੈ ਪੂਰਾ। ਆਓ ਹਰ ਪਾਸੇ ਵੱਡੇ ਪੱਧਰ ਦੇ ਉੱਤੇ ਪੁਲਿਸ ਬਲ ਮੌਜੂਦ ਹੈ ਤੇ ਮੀਡੀਆ ਵੀ ਵੱਡੇ ਪੱਧਰ ਉੱਤੇ ਇੱਥੇ ਪਹੁੰਚਿਆ ਹੋਇਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ, ਜਿਸ ਨੂੰ ਵੇਖਦੇ ਹੋਇਆਂ ਅਸੀਂ ਕਹਿ ਸਕਦੇ ਹਾਂ ਕਿ ਹਰ ਕੋਈ ਇਸੇ ਵੇਟ ਦੇ ਵਿੱਚ ਹੈ ਕਿ ਕਿੱਦਾਂ ਖਾਸ ਕਰਕੇ ਪੰਜਾਬ ਦੇ ਕਿਸਾਨ, ਉਹ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਖੁੱਸ ਰਹੀਆਂ ਨੇ, ਜਿਨ੍ਹਾਂ ਨੂੰ ਡਰ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਹੱਥੋਂ ਜਾ ਰਹੀਆਂ ਨੇ, ਕਿ ਕਿਸ ਤਰੀਕੇ ਇਹ ਬੈਰੀਕੇਡਿੰਗ ਤੋੜੀ ਜਾਵੇ ਤੇ ਦਿੱਲੀ ਤੱਕ ਪੁੱਜਿਆ ਜਾਵੇ। ਇਹ ਤੁਹਾਨੂੰ ਪੂਰਾ ਅਸੀਂ ਨਜ਼ਾਰਾ ਵਿਖਾ ਰਹੇ ਹਾਂ। ਉਹ ਸਾਹਮਣੇ ਅੱਗੇ ਬਾਰਡਰ ਅੱਗੇ ਬੈਰੀਅਰ ਆ ਗਿਆ ਹੈ ਤੇ ਬੈਰੀਅਰ ਤੋਂ ਪਹਿਲਾਂ ਹੀ ਬੈਰੀਕੇਡਿੰਗ ਹਰਿਆਣਾ ਗਵਰਨਮੈਂਟ ਵੱਲੋਂ ਕੀਤੀ ਗਈ ਹੈ। ਪਿੱਛੇ ਤੁਸੀਂ ਦੇਖ ਸਕਦੇ ਹੋ CRPF ਕਿੰਨੀ ਲੱਗੀ ਹੋਈ ਹੈ। ਮਤਲਬ ਅਗਰ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੱਲ ਜਿੱਦਾਂ ਹਰਿਆਣੇ ਦੇ ਵਿੱਚ ਬੈਰੀਕੇਡਿੰਗ ਤੋੜੀ ਗਈ ਸੀ, ਨੌਜਵਾਨ ਅੱਗੇ ਆਉਂਦੇ ਨੇ ਤੇ ਉਹਨਾਂ ਵਾਸਤੇ ਫੋਰਸ ਕਿੰਨੀ ਬੁਲਾਈ ਹੋਈ ਹੈ ਤੁਸੀਂ ਇਹ ਦੇਖ ਸਕਦੇ ਹੋ। ਤੇ ਕੱਲ ਬਾਰ-ਬਾਰ ਨਾਰੇ ਇਹ ਲਗਾਏ ਜਾ ਰਹੇ ਸੀ ਕਿ ਬੇਸ਼ੱਕ ਪੁਲਿਸ ਬਲ ਹੈ, CRPF ਹੈ, ਨੌਜਵਾਨ ਨੇ, ਪਰ ਕਿਤੇ ਨਾ ਕਿਤੇ ਇਹ ਸਾਰੇ ਹੀ ਕਿਸਾਨਾਂ ਦਾ ਹੀ ਅਨਾਜ ਖਾਂਦੇ ਨੇ ਤੇ ਸਾਨੂੰ ਆਪ ਆਪਣੀ ਇਨਸਾਨੀਅਤ ਜਿਉਂਦੀ ਰੱਖਣੀ ਚਾਹੀਦੀ ਹੈ। ਪੁਲਿਸ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਡਾਂਗਾ ਹੱਥ 'ਚ ਲੈ ਕੇ ਜਿਹੜੇ ਖੜੇ ਹੋਏ ਨੇ ਕਿ ਉਹ ਡਾਂਗਾ ਕਿਹਨਾਂ ਤੇ ਵਰਾਣਗੇ, ਉਸ ਅੰਨਦਾਤਾ ਤੇ ਵਰਾਣਗੇ, ਉਹਨਾਂ ਤੇ ਵਰਾਣਗੇ ਜਿਨ੍ਹਾਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਅਨਾਜ ਪੈਦਾ ਕੀਤਾ, ਉਹਨਾਂ ਨਾਲ ਵਰਾਣਗੇ ਜੋ ਇਹਨਾਂ ਦੇ ਘਰ ਦੇ ਵਿੱਚ ਅਨਾਜ ਪਹੁੰਚਾਉਂਦੇ ਨੇ, ਮਿੱਟੀ ਨਾਲ ਮਿੱਟੀ ਹੋ ਕੇ ਹਰ ਕਿਸੇ ਦਾ ਢਿੱਡ ਭਰਦੇ ਨੇ। ਪਰ ਇਹ ਉਹ ਚੀਜ਼ਾਂ ਨੇ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਹੀ ਸੋਚ ਸਕਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰੋਡ ਜਾਮ ਕੀਤਾ ਹੋਇਆ ਹੈ, ਕਿੱਦਾਂ ਗੱਡੀਆਂ ਖੜੀਆਂ ਕੀਤੀਆਂ ਨੇ, ਡੰਪਰ ਲਿਆ ਕੇ ਟਰੱਕ ਉੱਤੇ ਚੜਾ ਕੇ ਖੜੇ ਕੀਤੇ ਗਏ ਨੇ ਤਾਂ ਜੋ ਕੁਝ ਵੀ ਹੋ ਜਾਵੇ ਪਰ ਰੋਡ ਨਾ ਖੁੱਲ ਸਕੇ, ਹਾਈਵੇ ਨਾ ਖੁੱਲ ਸਕੇ, ਨੈਸ਼ਨਲ ਹਾਈਵੇ ਨਾ ਖੁੱਲ ਸਕੇ, ਤਾਂ ਜੋ ਗੱਡੀਆਂ, ਟਰਾਲੀਆਂ, ਟਰੈਕਟਰ ਹਰਿਆਣੇ ਦੇ ਵਿੱਚ ਇੰਟਰ ਨਾ ਕਰ ਸਕਣ। ਇਹ ਕੋਸ਼ਿਸ਼ ਹੈ ਖੱਟੜ ਸਰਕਾਰ ਦੀ, ਆ ਕਹਿ ਸਕਦੇ ਹਾਂ ਕਿ ਮੋਦੀ ਸਰਕਾਰ ਦੀ ਇਹ ਕੋਸ਼ਿਸ਼ ਹੈ, ਜਿਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਪਾਸਿਓਂ ਬੈਰੀਕੇਡਿੰਗ ਕੀਤੀ ਗਈ ਹੈ, ਕਿਸ ਤਰੀਕੇ ਦੇ ਨਾਲ ਹਰ ਪਾਸਿਓਂ ਬਲੌਕੇਜ ਕੀਤੀ ਗਈ ਹੈ ਤੇ ਕਿੱਦਾਂ ਕ੍ਰੇਨਸ ਤੋਂ ਲੈ ਕੇ ਹੈਵੀ ਵਹੀਕਲਸ ਤੱਕ ਖੜੇ ਕੀਤੇ ਗਏ ਨੇ ਤਾਂ ਜੋ ਇਹ ਬੈਰੀਕੇਡਿੰਗ ਕਿਸੇ ਵੀ ਤਰੀਕੇ ਦੇ ਨਾਲ ਬ੍ਰੇਕ ਨਾ ਕਰ ਸਕਣ ਕਿਸਾਨ। ਪੁਲਿਸ ਬਲ CRPF ਵੱਡੇ ਪੱਧਰ ਦੇ ਉੱਤੇ ਇੱਥੇ ਤਾਇਨਾਤ ਕੀਤਾ ਗਿਆ ਹੈ। ਵੱਡੀਆਂ ਕ੍ਰੇਨਾਂ ਤੱਕ ਖੜੀਆਂ ਕੀਤੀਆਂ ਗਈਆਂ ਨੇ, ਤੁਸੀਂ ਪਿੱਛੇ ਤੱਕ ਦੇਖ ਸਕਦੇ ਹੋ। ਤੇ ਇੱਧਰਲੇ ਪਾਸੇ ਅਗਰ ਅਸੀਂ ਨਜ਼ਰ ਮਾਰਦੇ ਹਾਂ ਤਾਂ ਇੱਧਰਲੇ ਪਾਸੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਹੈ। ਪਰ ਗੱਲ ਉੱਥੇ ਹੀ ਹੈ ਕਿ ਆਖਿਰ ਸਰਕਾਰਾਂ ਅਜਿਹਾ ਕਿਉਂ ਕਰ ਰਹੀਆਂ ਨੇ? ਜੇ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ, ਦਿੱਲੀ ਤੱਕ ਕੋਈ ਸੁਨੇਹਾ ਲੈ ਕੇ ਜਾਣਾ ਚਾਹੁੰਦੇ ਨੇ, ਤਾਂ ਸਰਕਾਰਾਂ ਰਾਹ ਦੇ ਵਿੱਚ ਅੜਿੱਕਾ ਕਿਉਂ ਬਣ ਰਹੀਆਂ ਨੇ? ਲੋਕਤੰਤਰ ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਕਿ ਅਸੀਂ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰ ਸਕੀਏ, ਪਰ ਇਹ ਤਾਨਾਸ਼ਾਹੀ ਰਵੱਈਆ ਸਰਕਾਰਾਂ ਦਾ ਕਦੇ ਬਰਦਾਸ਼ਤ ਨਹੀਂ ਹੋ ਸਕਦਾ। ਤੁਸੀਂ ਵੇਖ ਸਕਦੇ ਹੋ ਕਿ ਕਿੱਦਾਂ ਚੱਪੇ ਉੱਤੇ ਪੁਲਿਸ ਇੱਕ ਛਾਉਣੀ ਵਾਂਗ ਤਾਇਨਾਤ ਕੀਤੀ ਗਈ ਹੈ ਕਿ ਜਿੱਦਾਂ ਉਰੇ ਕੋਈ ਦਹਿਸ਼ਤਗਰਦੀ ਹਮਲਾ ਹੋਇਆ ਹੋਵੇ ਜਾਂ ਕਿਸੇ ਦਹਿਸ਼ਤਗਰਦ ਨੇ ਆਉਣਾ ਹੋਵੇ ਜਾਂ ਦਹਿਸ਼ਤਗਰਦਾਂ ਦਾ ਜੱਥਾ ਪਹੁੰਚਿਆ ਹੋਵੇ, ਕਿਉਂਕਿ ਇਹ ਉਹ ਕਿਸਾਨ ਨੇ ਜਿਹੜੇ ਮਿੱਟੀ ਨਾਲ ਮਿੱਟੀ ਹੋ ਕੇ ਅਨਾਜ ਪੈਦਾ ਕਰਦੇ ਨੇ। ਇਹ ਉਹ ਕਿਸਾਨ ਨੇ ਜਿਹਨਾਂ ਨੂੰ ਅੱਜ ਆਪਣੀ ਹੋਂਦ ਦਾ ਖਤਰਾ ਹੈ। ਇਹ ਉਹ ਕਿਸਾਨ ਨੇ ਜਿਹੜੇ ਹਰ ਕਿਸੇ ਦੇ ਘਰ ਦੇ ਵਿੱਚ ਅਨਾਜ ਭਰਦੇ ਨੇ, ਪਰ ਅੱਜ ਉਹ ਕਿਸਾਨ ਸੜਕਾਂ ਉੱਤੇ ਪ੍ਰੋਟੈਸਟ ਕਰ ਰਹੇ ਨੇ ਤੇ ਹਰ ਪਾਸਿਓਂ ਬੈਰੀਕੇਡਿੰਗ ਕੀਤੀ ਹੋਈ ਹੈ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਵਾਸਤੇ, ਤਾਂ ਜੋ ਦਿੱਲੀ ਤੱਕ ਉਹ ਆਪਣੀ ਆਵਾਜ਼ ਨਾ ਪਹੁੰਚਾ ਸਕਣ। ਕੱਲ ਵੀ ਕਿਸਾਨ
ਪੁਲਿਸ ਪ੍ਰਸ਼ਾਸਨ CRPF ਅੱਗੇ ਇਹ ਬੇਨਤੀ ਕਰਦੇ ਹੋਏ ਨਜ਼ਰ ਆਏ ਸੀ ਕਿ ਅਸੀਂ ਮਿੱਟੀ ਨਾਲ ਮਿੱਟੀ ਹੋ ਕੇ ਤੁਹਾਡੇ ਘਰ ਦੇ ਵਿੱਚ ਅਨਾਜ ਪਹੁੰਚਾਉਂਦੇ ਹਾਂ, ਤੇ ਜੇਕਰ ਤੁਸੀਂ ਸਾਡੇ ਤੇ ਲਾਠੀ ਮਾਰਦੇ ਹੋ, ਲਾਠੀ ਚੱਕਦੇ ਹੋ, ਤਾਂ ਇੱਕ ਵਾਰ ਸੋਚ ਲੈਣਾ ਕਿ ਕਿਤੇ ਨਾ ਕਿਤੇ ਤੁਸੀਂ ਆਪਣਿਆਂ ਨੂੰ ਹੀ ਮਾਰ ਰਹੇ ਹੋ, ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਜੋ ਸੈਲਾਬ ਨੌਜਵਾਨਾਂ ਦਾ, ਕਿਸਾਨਾਂ ਦਾ ਕੱਲ੍ਹ ਹਰਿਆਣਾ ਦੇ ਵਿੱਚ ਵੇਖਣ ਨੂੰ ਮਿਲਿਆ ਸੀ, ਕਿ ਉਹ ਇਹਨਾਂ ਹੁਣ ਬਾਰਡਰਾਂ ਦੇ ਉੱਤੇ ਵੇਖਣ ਨੂੰ ਮਿਲਿਆ, ਕਿਉਂਕਿ ਵਾਟਰ ਕੈਨਨ ਦਾ ਪਹਿਲਾਂ ਇਸਤੇਮਾਲ ਹੋ ਚੁੱਕਿਆ ਹੈ। ਤੇ ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਹੋਰ ਕਿੰਨੇ ਕੀ ਵੱਡੇ ਪੱਧਰ ਦੇ ਉੱਤੇ ਇੱਥੇ ਪਹੁੰਚਦੇ ਨੇ, ਤੇ ਜੇ ਇਸ ਤਰੀਕੇ ਦੀ ਬੈਰੀਕੇਡਿੰਗ ਕੀਤੀ ਗਈ ਹੈ, ਜਿਸ ਤਰੀਕੇ ਦੇ ਨਾਲ ਹੈਵੀ ਵਹੀਕਲਸ ਹਰਿਆਣੇ ਵਾਲੀ ਸਾਈਡ ਦੇ ਉੱਤੇ ਖੜੇ ਕੀਤੇ ਗਏ ਨੇ, ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਇਹ ਬੈਰੀਕੇਡਿੰਗ ਨੂੰ ਪੰਜਾਬ ਵੱਲੋਂ ਕਿਸਾਨ ਬ੍ਰੇਕ ਨਾ ਕਰ ਸਕਣ, ਉਸ ਨੂੰ ਬਲੌਕ ਕਰਨ ਵਾਸਤੇ, ਉਸ ਨੂੰ ਰੋਕਣ ਵਾਸਤੇ ਆਪਣੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਕਹਿ ਸਕਦੇ ਹਾਂ ਖੱਟੜ ਨੇ ਲਾਇਆ ਹੋਇਆ ਹੈ, ਜਾਂ ਹਰਿਆਣਾ ਪੁਲਿਸ ਨੇ CRPF ਨੇ ਲਗਾਇਆ ਹੋਇਆ ਹੈ। ਤੇ ਚੱਪੇ ਚੱਪੇ ਉੱਤੇ, ਕਦਮ ਕਦਮ ਦੇ ਉੱਤੇ ਪੁਲਿਸ ਮੁਲਾਜ਼ਮ ਤੈਨਾਤ ਨੇ, ਤਾਂ ਜੋ ਇਹ ਬੈਰੀਕੇਡਿੰਗ ਨਾ ਤੋੜੀ ਜਾਵੇ। ਕੱਲ ਬੈਰੀਕੇਡਸ ਸਿੱਧੇ ਲਾਏ ਹੋਏ ਸਨ, ਤੇ ਹੁਣ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਹੋ ਬੈਰੀਕੇਡਿੰਗ ਕਰਕੇ, ਲੋਹੇ ਦੀਆਂ ਚੈਨਾਂ ਪਾ ਕੇ ਉਹਨਾਂ ਨੂੰ ਵੀ ਤਾਲੇ ਲਗਾਏ ਹੋਏ ਨੇ, ਤਾਂ ਜੋ ਇਹ ਬੈਰੀਕੇਡਿੰਗ ਬਲੌਕ ਹੋ ਜਾਵੇ ਪ੍ਰੋਪਰਲੀ, ਤੇ ਇਸ ਨੂੰ ਕੋਈ ਵੀ ਬ੍ਰੇਕ ਨਾ ਕਰ ਸਕੇ। ਤੇ ਬਾਰ-ਬਾਰ ਅਨਾਉਂਸਮੈਂਟ ਇਹੀ ਕੀਤੀ ਜਾ ਰਹੀ ਹੈ ਕਿ ਧਾਰਾ 144 ਲੱਗੀ ਹੋਈ ਹੈ, ਤੇ ਜੋ ਵੀ ਉਰੇ ਪ੍ਰੋਟੈਸਟ ਕਰ ਰਹੇ ਨੇ, ਚਾਹੇ ਕਿਸਾਨ ਨੇ, ਨੌਜਵਾਨ ਨੇ, ਉਹ ਆਪਣੇ ਆਪਣੇ ਘਰਾਂ ਨੂੰ ਪਰਤ ਜਾਣ। ਹੁਣ ਦੇਖ ਸਕਦੇ ਹਾਂ ਕਿ ਇੱਕ ਥੱਲੇ ਪਾਣੀ ਬਹਿ ਰਿਹਾ ਹੈ, ਤੇ ਦੂਸਰੇ ਪਾਸੇ ਉਧਰ ਨੌਜਵਾਨਾਂ ਦਾ, ਕਿਸਾਨਾਂ ਦਾ ਹੜ੍ਹ ਖਹਿ ਰਿਹਾ ਹੈ, ਤੇ ਇਹ ਜਾ ਕੇ ਦਿੱਲੀ ਨਾਲ ਕਦੋਂ ਟਕਰਾਉਂਦਾ ਹੈ, ਇਹ ਵੇਖਣਾ ਦਿਲਚਸਪ ਹੋਵੇਗਾ ਕਿ ਆਖਿਰ ਕਿੱਦਾਂ ਦਿੱਲੀ ਜਿੱਤਦੇ ਨੇ ਪੰਜਾਬ ਦੇ ਕਿਸਾਨ। ਤੁਸੀਂ ਦੇਖ ਸਕਦੇ ਹੋ ਕਿੱਦਾਂ ਬ੍ਰਿਜ ਦੇ ਨਾਲ, ਫਲਾਈਓਵਰ ਦੇ ਨਾਲ ਸੰਗਲਾਂ ਬੰਨੀਆਂ ਨੇ, ਤੇ ਮੀਡੀਆ ਕਰਮੀ ਨੇ ਜਾਂ ਨੌਜਵਾਨ ਜਿਹੜੇ ਹਰਿਆਣੇ ਵੱਲ ਜਾਣਾ ਚਾਹੁੰਦੇ ਨੇ, ਉਹ ਫਲਾਈਓਵਰ ਦੇ ਉੱਤੋਂ ਚੜ੍ਹ ਕੇ ਖੁੰਝੇ ਤੋਂ ਤੁਰ ਕੇ ਇੱਧਰਲੇ ਪਾਸੇ ਕ੍ਰਾਸ ਕਰ ਰਹੇ ਨੇ, ਆਪਣੀ ਜਾਨ ਜੋਖਮ 'ਚ ਪਾ ਰਹੇ ਨੇ। ਪਰ ਪੁਲਿਸ ਅਤੇ ਪ੍ਰਸ਼ਾਸਨ ਜਿਹੜਾ ਹੈ ਉਹ ਆਪਣੀ ਜ਼ਿੱਦ ਦੇ ਉੱਤੇ ਅੜਿਆ ਹੋਇਆ ਹੈ, ਤੇ ਨਾ ਹੀ ਉਹ ਮੀਡੀਆ ਦੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਹੈ। ਅੱਗੇ ਵੀ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ, ਤੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਉਹਨਾਂ ਲੋਕਾਂ ਨੂੰ ਜੋ ਘਰਾਂ 'ਚ ਬੈਠ ਕੇ ਸਿਰਫ ਇਹ ਪ੍ਰੋਗਰਾਮ ਦੇਖ ਰਹੇ ਨੇ, ਜਿਹੜੇ ਕਿਸਾਨਾਂ ਦਾ ਸਾਥ ਦੇਣ ਵਾਸਤੇ, ਨੌਜਵਾਨਾਂ ਦਾ ਸਾਥ ਦੇਣ ਵਾਸਤੇ ਨਹੀਂ ਪਹੁੰਚ ਰਹੇ ਇਹਨਾਂ ਮੋਰਚਿਆਂ ਤੇ। ਅੰਬਾਲਾ ਤੋਂ ਰਾਜਪੁਰਾ ਰੋਡ ਦੇ ਉੱਤੇ ਅਸੀਂ ਇਸ ਵੇਲੇ ਖੜੇ ਹਾਂ, ਤੇ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਆਓ ਜ਼ਰੂਰ, ਇਹਨਾਂ ਮੋਰਚਿਆਂ ਦੇ ਵਿੱਚ ਸ਼ਿਰਕਤ ਕਰੋ, ਸਾਥ ਦਿਓ, ਤਾਂ ਜੋ ਦਿੱਲੀ ਤੱਕ ਅਸੀਂ ਇਹ ਸੁਨੇਹਾ ਪਹੁੰਚਾ ਸਕੀਏ ਕਿ ਕੁਝ ਵੀ ਹੋ ਜਾਵੇ, ਅਸੀਂ ਆਪਣੀ ਪਹਿਚਾਣ ਨਹੀਂ ਮੁੱਕਣ ਦੇਵਾਂਗੇ, ਅਸੀਂ ਆਪਣੀ ਜ਼ਮੀਨ ਆਪਣੇ ਹੱਥੋਂ ਨਹੀਂ ਖੁੱਸਣ ਦੇਵਾਂਗੇ। ਅਸੀਂ ਜੋ ਮਨਸੂਬੇ ਗੰਦੇ ਇਹਨਾਂ ਸਰਕਾਰਾਂ ਦੇ ਹੈ ਨੇ, ਮੋਦੀ ਦੇ ਹੈ ਨੇ, ਜਾਂ ਕਹਿ ਸਕਦੇ ਹਾਂ ਅੰਬਾਨੀਆਂ ਅੰਡਾਨੀਆਂ ਦੇ ਹੈ ਨੇ, ਕਿ ਪੂੰਜੀਪਤੀ ਹੋਰ ਪੂੰਜੀਪਤੀ ਬਣਨ, ਹੋਰ ਅਮੀਰ ਹੋਣ, ਤੇ ਤਸ਼ੱਦਦ ਝੇਲਣੀ ਪਵੇ ਗਰੀਬਾਂ ਨੂੰ, ਕਿਸਾਨਾਂ ਨੂੰ, ਮੱਧਮ ਵਰਗ ਨੂੰ, ਜੋ ਅੱਜ ਤੱਕ ਅਸੀਂ ਝੇਲਦੇ ਆ ਰਹੇ ਹਾਂ, ਤੇ ਉਹ ਅਸੀਂ ਕਦੇ ਮੁਮਕਿਨ ਨਹੀਂ ਹੋਣ ਦੇਵਾਂਗੇ। ਤੇ ਇਹ ਗੱਲ ਸਿਰਫ ਪੰਜਾਬ ਜਾਂ ਹਰਿਆਣਾ ਦੀ ਨਹੀਂ ਹੈ, ਪੂਰੇ ਭਾਰਤ ਦੇ ਉੱਤੇ ਇਹ ਕਾਨੂੰਨ ਲਾਗੂ ਹੁੰਦੇ ਨੇ, ਤੇ ਪੂਰੇ ਭਾਰਤ ਨੂੰ ਚਾਹੀਦਾ ਜੋ ਸੈਲਾਬ ਪੰਜਾਬ ਅਤੇ ਹਰਿਆਣਾ ਵਿੱਚ ਉੱਠਿਆ ਹੈ, ਉਹੀ ਸੈਲਾਬ ਪੂਰੇ ਭਾਰਤ ਵਿੱਚ ਉੱਠੇ, ਤਾਂ ਜੋ ਮੋਦੀ ਸਰਕਾਰ ਦੇ ਮੂੰਹ ਦੇ ਉੱਤੇ ਐਸੀ ਚਪੇੜ ਪਵੇ ਕਿ ਉਹਨਾਂ ਨੂੰ ਅਹਿਸਾਸ ਹੋ ਜਾਵੇ ਕਿ ਉਹ ਅੰਨਦਾਤਾ ਦੇ ਨਾਲ ਕਦੇ ਜ਼ਿੰਦਗੀ ਦੇ ਵਿੱਚ ਪੰਗਾ ਨਾ ਲੈਣ। ਇੱਕ ਅਪਡੇਟ ਮੋਰਚੇ ਤੋਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਲਿਸ ਦੇ ਸੀਨੀਅਰ ਅਧਿਕਾਰੀ ਖੜੇ ਨੇ, ਉਹਨਾਂ ਨਾਲ ਗੱਲ ਕਰਕੇ ਦੇਖਦੇ ਹਾਂ ਕਿ ਉਹ ਕੀ ਕਹਿੰਦੇ ਨੇ ਸਾਨੂੰ, ਕਿ ਕਿਸਾਨਾਂ ਦਾ ਸਰ, ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਕੀ ਕਹੋਗੇ? ਕਿਸਾਨਾਂ ਦਾ ਸਿੰਪਲ बोलो प्रदर्शन वास्ते की कहोगे, क्यों बैरिकेडिंग की गई है, क्यों रोके है? ये हम धारा 144 लगाई हुई है 19 कोविड को मद्देनजर रखते हुए कि इतनी संख्या में ये प्रदर्शनकारी नहीं जा सकते, क्योंकि पर इसको फैलने का पहले ही संक्रमित कितना हो चुका है, उससे आगे नहीं जा सकते। नहीं, अगर शांतमय तरीके के साथ प्रदर्शन कर रहे हैं किसान, अपनी बात प्रशासन के आगे रख सकते हैं, तो धारा 144 सिर्फ प्रदर्शन देख के लगाई गई है, क्योंकि पहले तो लगी नहीं हुई थी। ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਪ੍ਰਸ਼ਾਸਨ ਵੀ ਇਸ ਦੇ ਉੱਤੇ ਕੋਈ ਖੁੱਲ੍ਹ ਕੇ ਜਵਾਬ ਦਿੰਦਾ ਹੋਇਆ ਸਾਨੂੰ ਨਜ਼ਰ ਨਹੀਂ ਆ ਰਿਹਾ। ਪੁਲਿਸ ਦੇ ਅਧਿਕਾਰੀ ਵੀ ਭੱਜ ਰਹੇ ਨੇ। ਇੰਨਾ ਜ਼ਰੂਰ ਕਿਹਾ ਕਿ ਧਾਰਾ 144 ਲੱਗੀ ਹੋਈ ਸੀ। ਜਦੋਂ ਇਹ ਇੱਕ ਸਵਾਲ ਇਹਨਾਂ ਨੂੰ ਪੁੱਛਿਆ ਗਿਆ ਕਿ ਕੱਲ ਤੱਕ ਦਾ ਧਾਰਾ 144 ਨਹੀਂ ਸੀ ਲੱਗੀ ਹੋਈ ਤੇ ਅੱਜ ਹੀ ਧਾਰਾ 144 ਕਿਉਂ ਲਗਾਈ ਗਈ ਹੈ, ਉਸ ਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਇਹ ਹੜ੍ਹ ਜੋ ਨੌਜਵਾਨਾਂ ਦਾ, ਕਿਸਾਨਾਂ ਦਾ ਆਇਆ ਹੋਇਆ ਹੈ, ਇਹ ਹਰਿਆਣਾ ਟੱਪ ਕੇ ਦਿੱਲੀ ਤੱਕ ਨਾ ਪਹੁੰਚ ਸਕੇ, ਕਿਉਂਕਿ ਅਗਰ ਇਹ ਹੜ੍ਹ ਦਿੱਲੀ ਤੱਕ ਪਹੁੰਚ ਗਿਆ ਤਾਂ ਦਿੱਲੀ ਨੂੰ ਹੱਥਾਂ ਪੈਰਾਂ ਦੀ ਪੈ ਜਾਣੀ ਹੈ, ਤੇ ਉਹ ਹੱਥਾਂ ਪੈਰਾਂ ਦੀ ਅਸੀਂ ਪਾ ਕੇ ਛੱਡਾਂਗੇ, ਚਾਹੇ ਮੋਦੀ ਸਰਕਾਰ ਜਿੰਨਾ
ਮਰਜ਼ੀ ਜ਼ੋਰ ਲਗਾ ਲਵੇ। ਇੱਕ ਅਪਡੇਟ ਤੁਹਾਨੂੰ ਦਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਵੱਲ ਨੌਜਵਾਨ ਅਤੇ ਕਿਸਾਨ ਵੱਡੀ ਗਿਣਤੀ ਵਿੱਚ ਜਮ੍ਹਾਂ ਹੋਣ ਲੱਗ ਪਏ ਨੇ ਤੇ ਕੱਲ ਵਾਲਾ ਮਾਹੌਲ ਜ਼ਰੂਰ ਬਣੇਗਾ ਜਦੋਂ ਇਹ ਬੈਰੀਕੇਡਿੰਗ ਵੀ ਚੱਕੀ ਜਾਏਗੀ ਤੇ ਪੱਥਰ ਦੀਆਂ ਸਲੈਬਾਂ ਵੀ ਚੱਕੀ ਜਾਣਗੇ। ਦੇਖਣਾ ਹੋਵੇਗਾ ਕਿ ਫਿਰ ਖੱਟੜ ਸਰਕਾਰ ਜਾਂ ਕਹਿ ਸਕਦੇ ਆ ਦਿੱਲੀ ਪੁਲਿਸ ਜਾਂ CRPF ਕਿੰਨਾ ਕੀ ਜ਼ੋਰ ਲਗਾਉਂਦੀ ਹੈ। ਪਰ ਅਸੀਂ ਇਹੀ ਬੇਨਤੀ ਕਰਾਂਗੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ, CRPF ਨੂੰ ਵੀ, ਕਿ ਇਹ ਵੀ ਸਾਡੇ ਵੀਰ ਨੇ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ, ਜੋ ਦਿੱਲੀ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਨੇ। ਅਸੀਂ ਇਹਨਾਂ ਦਾ ਸਾਥ ਦਈਏ, ਨਾ ਕਿ ਕੋਈ ਹਿੰਸਕ ਗਤੀਵਿਧੀ ਕਰੀਏ। ਇੱਕ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ। ਤਾਂ ਹੁਣ ਗੁਰਬੀਰ ਅਸੀਂ ਹਰਿਆਣੇ ਤੋਂ ਹੁਣ ਪੰਜਾਬ ਵਾਲੀ ਸਾਈਡ ਆ ਕੇ ਖੜੇ ਹੋ ਗਏ ਹਾਂ ਤੇ ਹਜ਼ੂਮ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਨੇ, ਨੌਜਵਾਨ ਨੇ, ਬੀਬੀਆਂ ਨੇ, ਭੈਣਾਂ ਨੇ, ਧੀਆਂ ਨੇ, ਉਹ ਵੀ ਪਹੁੰਚੀਆਂ ਨੇ ਇਸ ਮੋਰਚੇ ਦੇ ਉੱਤੇ। ਮਤਲਬ ਦਿੱਲੀ ਨੂੰ ਚਾਲੇ ਪਾਉਣ ਵਾਸਤੇ ਹਰ ਵਰਗ ਘਰੋਂ ਨਿਕਲਿਆ ਹੋਇਆ ਹੈ। ਕੀ ਕਹੋਗੇ ਸਰਕਾਰ ਦੇ ਇਸ ਅੜੀਅਲ ਰਵੱਈਏ ਵਾਸਤੇ, ਕਿਉਂਕਿ ਬੈਰੀਕੇਡਿੰਗ ਕੀਤੀ ਗਈ ਹੈ, ਪੁਲਿਸ ਲੱਗੀ ਹੈ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਹਰ ਹਾਲਤ ਦਿੱਲੀ ਪਹੁੰਚਾਂਗੇ। ਇਹ ਜਿਹੜੇ ਸੈਂਟਰ ਨੇ ਕਾਲੇ ਕਾਨੂੰਨ ਬਣਾਏ ਆ, ਅਸੀਂ ਇਹਨਾਂ ਨੂੰ ਰੱਦ ਕਰਾ ਕੇ ਹੀ ਵਾਪਸ ਆਵਾਂਗੇ। ਅਸੀਂ ਪੱਕਾ ਧਾਰ ਲਿਆ, ਅਸੀਂ ਆਪਣਾ ਰਾਸ਼ਨ ਪਾਣੀ ਸਾਰਾ ਕੁਝ ਨਾਲ ਮੰਨ ਲਿਆ ਵਾ ਔਰ ਅਸੀਂ ਹਰ ਹਾਲਤ ਉੱਥੇ ਪਹੁੰਚ ਕੇ ਮੋਦੀ ਸਰਕਾਰ ਦਾ ਸਿਆਪਾ ਕਰਾਂਗੇ ਔਰ ਮੋਦੀ ਸਰਕਾਰ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਵੀ ਹਾਂ ਤੈਨੂੰ ਤੇਰਾ ਪੰਜਾਬ ਦੇ ਲੋਕਾਂ ਨਾਲ ਵਾਹ ਪਿਆ ਵਾ ਔਰ ਤੂੰ ਯਾਦ ਕੀ ਰੱਖੇਗਾ ਕਿ ਇਹ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇ ਕੁਰਬਾਨੀਆਂ ਦੇਣ ਵਾਲੇ ਲੋਕ ਆ। ਤੂੰ ਐਵੇਂ ਦੇ ਲੋਕ ਨਾ ਇਹਨਾਂ ਨੂੰ ਸਮਝੀ, ਇਹ ਹਰ ਹਾਲਤ ਕੁਰਬਾਨੀਆਂ ਦੇਣਗੇ, ਭਾਵੇਂ ਸਾਨੂੰ ਕੁਰਬਾਨੀਆਂ ਦੇਣੀਆਂ ਪੈਣ ਔਰ ਅਸੀਂ ਆਪਣੇ ਸੰਘਰਸ਼ ਕਾਮਯਾਬ ਕਰਕੇ ਹੀ ਵਾਪਸ ਆਵਾਂਗੇ। ਸੰਘਰਸ਼ ਕਾਮਯਾਬ ਕਰਕੇ ਹੀ ਵਾਪਸ ਆਵਾਂਗੇ। ਪੁੱਤ ਤੁਸੀਂ ਕੀ ਸੋਚ ਕੇ ਇਸ ਮੋਰਚੇ ਦੇ ਵਿੱਚ ਆਏ ਹੋ? ਇਸ ਮੌਕੇ 'ਤੇ ਮੈਂ ਇਹੀ ਗੁਰਸਿਮਰਤ ਕੌਰ ਦੱਸਣ ਆਈ ਹਾਂ। ਮੈਂ ਇਹੀ ਸੋਚ ਕੇ ਆਈ ਹਾਂ ਕਿ ਚਾਹੇ ਕੁਝ ਹੋ ਜੇ ਅਸੀਂ ਆਪਣੇ ਹੱਕ ਲੈ ਕੇ ਵਾਪਸ ਹੀ ਆਵਾਂਗੇ। ਕਿਸਾਨ ਜਥੇਬੰਦੀਆਂ ਨੇ ਵੀ ਫੈਸਲਾ ਕਰ ਲਿਆ ਕਿ ਜਿੰਨ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਣਗੇ ਮੋਦੀ ਸਰਕਾਰ ਤੋਂ, ਉਨ ਤੱਕ ਅਸੀਂ ਵਾਪਸ ਨਹੀਂ ਆਵਾਂਗੇ। ਜੋ ਇਹਨਾਂ ਨੇ ਪੱਥਰ ਬੈਰੀਅਰ ਲਾਤੇ ਆ, ਵਾਟਰ ਕੈਨਲ ਤਿਆਰ ਕਰਤੇ, ਪਰ ਅਸੀਂ ਇਹਨਾਂ ਨੂੰ ਥੱਲੇ ਕਰਦੇ ਹੋਏ ਅੱਗੇ ਵਧਾਂਗੇ। ਦਿੱਲੀ ਤੱਕ ਪਹੁੰਚ ਕੇ ਮੋਦੀ ਦਾ ਸਿਆਪਾ ਪੂਰਾ ਕਰਕੇ ਹੀ ਵਾਪਸ ਅਸੀਂ ਆਵਾਂਗੇ ਅਤੇ ਆਪਣੇ ਹੱਕ ਲੈ ਕੇ। ਉਹ ਤਾਂ ਉਮਰ ਕਿੰਨੀ ਹੈ ਤੁਹਾਡੀ? ਮੇਰੀ 11 ਸਾਲ। 11 ਸਾਲ ਦੀ ਬੱਚੀ। ਇਹ ਮਾਈ ਭਾਗੋ ਦੀਆਂ ਉਹ ਵਾਰਸਾਂ ਨੇ ਜਿਨ੍ਹਾਂ ਦੀ ਆਵਾਜ਼ ਅਗਰ ਸਰਕਾਰ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ ਤਾਂ ਬਹੁਤ ਚੰਗਾ ਹੈ। ਜੇ 11 ਸਾਲ ਦੀ ਬੱਚੀ ਇਹ ਚੈਲੰਜ ਕਰ ਰਹੀ ਹੈ ਕਿ ਚਾਹੇ ਪੱਥਰ ਦੀਆਂ ਸਲੈਬਾਂ ਲਾਈਆਂ ਨੇ, ਬੈਰੀਕੇਡਿੰਗ ਲਾਈ ਹੈ, ਸੰਗਲ ਲਾਏ ਨੇ, ਅਸੀਂ ਦਰਕਿਨਾਰ ਕਰਕੇ ਪਹੁੰਚਾਂਗੇ ਦਿੱਲੀ ਤੱਕ ਤੇ ਦਿੱਲੀ ਨੂੰ ਝੰਜੋੜਾਂਗੇ, ਗੋਡਿਆਂ ਤੇ ਲਿਆਵਾਂਗੇ। ਤੇ ਜੇਕਰ ਸਰਕਾਰ ਅਜੇ ਵੀ ਨਹੀਂ ਸੰਭਲਦੀ ਤਾਂ ਫਿਰ ਸਰਕਾਰ ਯਾਦ ਰੱਖੇ ਕਿ ਇੱਟ ਨਾ ਇੱਟ ਖੜਕਾਣੀ ਵੀ ਪੰਜਾਬੀਆਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ, ਕਿਉਂਕਿ ਇਹ ਉਹ ਕੌਮ ਹੈ ਜਿਹਨੇ 20 ਵਾਰ ਤੋਂ ਵੱਧ ਦਿੱਲੀ ਪਹਿਲਾਂ ਫਤਿਹ ਕੀਤੀ ਹੋਈ ਹੈ ਤੇ 21ਵੀਂ ਵਾਰ ਕਰਦਿਆਂ ਹੋਇਆਂ ਵੀ ਅਸੀਂ ਦੇਰ ਨਹੀਂ ਲਾਵਾਂਗੇ। ਤਾਂ ਫਿਰ ਜੇ ਹੱਦਬੰਦੀ ਹੋਈ ਪੰਜਾਬ ਦੀ, ਦਿੱਲੀ ਤੋਂ ਗਾਂਹ ਤੱਕ ਜਾਏਗੀ। ਇਹ ਚੀਜ਼ ਤੁਸੀਂ ਯਾਦ ਰੱਖਣਾ। ਹੋਰ ਵੀ ਕਿਸਾਨ ਵੀਰ ਉਰੇ ਖੜੇ ਨੇ, ਉਹਨਾਂ ਤੋਂ ਪੁੱਛਦੇ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ? ਮੋਦੀ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਮੈਂ ਮੋਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੋ ਵੀ ਹਿੰਦੁਸਤਾਨ ਦੀ ਭਾਰਤ ਦੀ ਲੜਾਈ ਹੋਈ ਉਹ ਆਜ਼ਾਦੀਆਂ ਸਿਰਫ ਪੰਜਾਬੀਆਂ ਨੇ ਜਿੱਤੀਆਂ। 90% ਕੁਰਬਾਨੀ ਕੀਤੀਆਂ ਤੇ ਦੇਸ਼ ਆਜ਼ਾਦ ਕਰਾ ਕੇ ਤੈਨੂੰ ਹੀ ਫੜਾਤਾ। ਸਾਡੀ ਗਲਤੀ ਹੋ ਗਈ ਸੀ, ਤੇਰੇ ਨਾਲ ਰਲ ਕੇ ਸਾਡੇ ਬੁੜਿਆਂ ਨੇ ਗਲਤ ਫੈਸਲਾ ਕੀਤਾ। 47 ਸਾਨੂੰ ਵੱਖਰਾ ਪੰਜਾਬ ਰੱਖਣਾ ਚਾਹੀਦਾ ਸੀ ਤੇ ਸਾਨੂੰ ਸਜ਼ਾ ਮਿਲ ਰਹੀ ਹੈ। ਇਹ ਤੂੰ ਬਿਹਤਰ ਜਾਣਨਾ, ਦਿੱਲੀ ਅਸੀਂ ਜਿੱਤੀ ਹੈ। ਜਿੱਥੇ ਮੋਰੀ ਵਾਲਾ ਗੇਟ ਹੈ ਉੱਥੇ ਅਸੀਂ ਮੋਰੀ ਕਰਕੇ ਇੰਟਰ ਹੋਏ ਸੀ। ਜਿੱਥੇ 30,000 ਰਿਕਾਰਡ ਉੱਤੇ ਆਪਾਂ 30,000 ਫੌਜ ਉਤਾਰੀ ਸੀ। ਜਿੱਥੇ ਮਿਠਾਈ ਬੋਲੇ ਤੇ ਆਪਾਂ ਮਿਠਾਈ ਵੰਡੀ ਸੀ। ਤੇ ਮੋਦੀ ਸਾਹਿਬ ਜੇ ਤੂੰ ਕਹਿਣਾ ਤੇ ਸਾਨੂੰ ਦੱਸਾਂਗੇ, ਰਾਮਗੜੀਆਂ ਨੇ ਇੱਥੋਂ ਤਖਤ ਪੁੱਟ ਖੜਿਆ ਸੀ ਨਾ, ਜੇ ਚਾਹੁੰਦਾ ਦੇ ਤਖਤ ਪੁੱਟ ਕੇ ਅਸੀਂ ਲੈ ਜਾਵਾਂਗੇ। ਇਹ ਸਾਡਾ ਇੱਕ ਫੈਸਲਾ ਹੈ। ਜੇ ਤੂੰ ਆਪਣੀ ਗੱਲ ਤੋਂ ਨਾ ਮੁੜਿਆ ਤੇ ਅਸੀਂ ਤੈਨੂੰ ਆਪਣੀਆਂ ਮੰਗਾਂ ਮਨਾ ਕੇ ਹਟਾਂਗੇ। ਬਿਲਕੁਲ ਤੈਨੂੰ ਗੱਦੀ ਤੋਂ ਲਾ ਵੀ ਦਿਆਂਗੇ ਔਰ ਮੰਗਾਂ ਵੀ ਮਨਾਵਾਂਗੇ। ਇੰਨਾ ਕਹਿੰਦਾ ਹਾਂ ਕਿ ਮੈਂ ਜਾਜ ਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਤਾਨਾਸ਼ਾਹੀ ਰਵੱਈਆ ਕਿਸੇ ਵੀ ਹਕੂਮਤ ਨੇ ਕਿਉਂ ਨਾ ਅਪਣਾਇਆ ਹੋਵੇ, ਹਰ ਹਕੂਮਤ ਨੂੰ ਗੋਡੇ ਲਾਣੇ ਹੀ ਪਏ ਨੇ। ਤਾਨਾਸ਼ਾਹੀ ਰਵੱਈਏ ਦੇ ਨਾਲ ਅੱਜ ਤੱਕ ਕੋਈ ਵੀ ਹਕੂਮਤ ਕਾਮਯਾਬ ਨਹੀਂ ਹੋਈ ਹੈ। ਉਸ ਦਾ ਤਖਤਾ ਪਲਟ ਹੋਇਆ ਹੀ ਹੋਇਆ ਹੈ। ਤੁਸੀਂ ਕੀ ਕਹੋਗੇ ਜੋ ਵੀ ਸਰਕਾਰਾਂ ਦਾ ਰਵੱਈਆ ਹੈ, ਕਿਉਂ? ਜਿੰਨਾ ਚਿਰ ਤਿੰਨੇ ਕਾਨੂੰਨਾਂ ਦੇ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇੱਥੇ ਰਵਾਂਗੇ। ਅਸੀਂ ਕਿਤੇ ਜਾਣ ਵਾਲੇ ਨਹੀਂ। ਪਰ ਬੈਰੀਕੇਡਿੰਗ ਜਿੱਦਾਂ ਕੀਤੀ ਹੋਈ ਹੈ, ਇੰਨੀ ਪੁਲਿਸ ਫੋਰਸ ਲਾਈ ਹੋਈ ਹੈ, ਮੋਦੀ ਰਹੂਗਾ ਜਾਂ ਅਸੀਂ ਰਵਾਂਗੇ। ਇੱਕ ਚੀਜ਼ ਰਹਿਣੀ ਆ, ਇਹ ਤੋਂ ਸਵਾਰ ਮੁੜਨ ਵਾਲੇ ਨਹੀਂ ਅਸੀਂ। ਸਾਨੂੰ ਤਾਂ ਸ਼ੰਭੂ ਬਾਰਡਰ ਦੇ ਉੱਤੇ ਹੀ ਇੰਨੀ ਬੈਰੀਕੇਡਿੰਗ ਲਾ ਕੇ ਪੁਲਿਸ ਦੀਆਂ ਸਲੈਬਾਂ ਲਾ ਵੀ ਟੁੱਟ ਗਿਆ, ਹੁਣ ਵੀ ਟੁੱਟ ਜਾਣਾ ਉਹ। ਔਰ ਕਿੰਨੇ ਚੱਲ 6 ਮਹੀਨੇ ਰਾਸ਼ਨ ਸਾਡੇ ਕੋਲ ਆ। ਇੱਕ ਵਾਰ ਜ਼ੋਰ ਨਾਲ ਬੋਲ ਕੇ ਦੱਸੋ ਕਿੱਦਾਂ ਤੋੜੋਗੇ? 6 ਮਹੀਨੇ ਦਾ ਸਾਡੇ ਕੋਲ ਰਾਸ਼ਨ ਪਿਆ ਸੀ ਇੱਥੇ। ਬੇਟਾ ਦਬਲੇ ਬੰਦ ਕਰ ਦੇਵਾਂਗੇ ਜੇ ਨਾ ਟਕੜਦਾ, ਦੋਨੇ ਪਾਸੇ ਬੰਦ ਕਰ ਦੇਵਾਂਗੇ ਅਸੀਂ ਇੱਥੇ। ਠੀਕ ਹੈ, ਖੱਟੜ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਖੱਟੜ ਸਰਕਾਰ ਨੂੰ ਆਪੇ ਪਤਾ ਲੱਗਿਆ, ਹੁਣ ਹੀ ਪਤਾ ਲੱਗਿਆ ਉਹਨਾਂ ਨੂੰ। ਜੇ ਖੱਟੜ ਸਾਨੂੰ ਹਰਿਆਣੇ 'ਚ ਨਹੀਂ ਵੜਨ ਦਿੰਦਾ ਤੇ ਪੰਜਾਬ 'ਚ ਉਹਦੀ ਨੋ ਐਂਟਰੀ ਹੋਊਗੀ। ਉਹ ਮੁੜ ਕੇ ਕੋਈ ਰੈਲੀ ਕਰਨੀ ਪੰਜਾਬ 'ਚ ਵੜੂਗਾ ਖੱਟੜ।
ਅੱਗੇ ਚੋਣਾਂ ਵਾਸਤੇ ਆਉਣ ਲੱਗਾ ਉਹ ਆਊਗਾ ਤਾਂ ਡੱਕ ਕੇ ਦਿਖਾਵਾਂਗੇ। ਉਹ ਖੱਟਰ ਪੰਜਾਬ 'ਚ ਅਸੀਂ ਨਹੀਂ ਹਰਿਆਣੇ 'ਚ ਵੜ ਸਕਦੇ, ਖੱਟਰ ਵੀ ਨਹੀਂ ਪੰਜਾਬ 'ਚ ਵੜ ਸਕਦਾ। ਜੋ ਜੇਪੀ ਨੱਡਾ ਨਾ ਹੋਇਆ ਉਹੀ ਖੱਟਰ ਨਾ ਹੋਊਗਾ। ਅੱਛਾ, ਕੀ ਕਹੋਗੇ ਕਿ ਸਰਕਾਰ ਦੀ ਤੁਹਾਨੂੰ ਇਸ ਦੇ ਵਿੱਚ ਦੋਗਲੀ ਨੀਤੀ ਨਜ਼ਰ ਆ ਰਹੀ ਹੈ? ਇੱਕ ਤਾਂ 3 ਤਰੀਕ ਨੂੰ ਬੁਲਾਇਆ ਜਾ ਰਿਹਾ ਕਿਸਾਨਾਂ ਨੂੰ, ਪ੍ਰਧਾਨ ਮੰਤਰੀ ਕਿਸਾਨਾਂ ਨੂੰ ਬਿਲਕੁਲ ਬੇਵਕੂਫ ਬਣਾ ਰਿਹਾ, ਬਿਲਕੁਲ ਬੇਵਕੂਫ ਬਣਾ ਲਿਆ ਵੀ ਕੁਝ ਵੀ ਨਹੀਂ। ਕਦੀ ਕਹਿੰਦਾ ਸਾਨੂੰ ਇਹ ਉਹ ਦਲਾਲ ਆ, ਕਦੀ ਕਹਿੰਦਾ ਕੁਛ ਅਸੀਂ ਜ਼ਿਮੀਂਦਾਰ ਆ, ਅਸੀਂ ਦਲਾਲ ਨਹੀਂਗੇ। ਅਸੀਂ ਜ਼ਿਮੀਂਦਾਰ ਹਾਂ, ਦਲਾਲ ਨਹੀਂ ਹੈ। ਤੇ ਉਹ ਬੰਦਾ ਜੋ ਕਹਿੰਦਾ ਸੀਗਾ ਕਿ ਜੋ ਪ੍ਰਦਰਸ਼ਨ ਕਰ ਰਹੇ ਨੇ, ਜਿਹੜੇ ਕਹਿ ਰਿਹਾ ਸੀਗਾ ਕਿ ਜੋ ਵੀ ਪ੍ਰਦਰਸ਼ਨਾਂ ਤੇ ਪਹੁੰਚ ਰਹੇ ਨੇ, ਮੋਰਚਿਆਂ ਤੇ ਪਹੁੰਚ ਰਹੇ ਨੇ, ਉਹ ਦਲਾਲ ਨੇ। ਕਿਹਨੇ ਕਿਹਾ ਸੀ? ਕਦੀ ਕਹਿੰਦੇ ਅੱਤਵਾਦੀ ਆ, ਹੁਣ ਇਹਨੂੰ ਪਤਾ ਲੱਗ ਜਾ ਕਿਸਾਨ ਆ ਇੱਥੇ। ਦਾਬਾ ਕਿਸਾਨ ਯੂਨੀਅਨ ਖੜੀ ਇੱਥੇ ਸਾਰੀ। ਕਿਸਾਨ ਨੇ ਜਿਹੜੇ ਕਹਿ ਰਹੇ ਨੇ, ਤੁਸੀਂ ਵੱਖਵਾਦੀ ਕਹਿ ਲਓ, ਅੱਤਵਾਦੀ ਕਹਿ ਲਓ, ਪਰ ਹੁਣ ਅਸਲੀਅਤ ਤੁਹਾਨੂੰ ਦੱਸਾਂਗੇ ਕਿ ਅਸੀਂ ਹੈ ਕੌਣ, ਕਿਉਂਕਿ ਹੁਣ ਸਾਡੀ ਹੋਂਦ ਤੇ ਬਣ ਆਈ ਹੈ ਤੇ ਇਹ ਜੰਗ ਅਸੀਂ ਜਿੱਤ ਕੇ ਦਿਖਾਵਾਂਗੇ। ਅਸੀਂ ਹਾਰਨ ਵਾਲੇ ਨਹੀਂ, ਨਾ ਈਨ ਮੰਨਣ ਵਾਲੇ ਆ। ਚਾਹੇ ਖੱਟੜ ਆਪਣੀ ਜ਼ੋਰ ਦਿਖਾ ਦੇਵੇ ਤੇ ਚਾਹੇ ਮੋਦੀ ਸਰਕਾਰ ਆਪਣਾ ਜ਼ੋਰ ਲਾ ਲਵੇ। ਹੋਰ ਕੋਈ ਕੁਝ ਆਪਣੀਆਂ ਭਾਵਨਾਵਾਂ ਰੱਖਣਾ ਚਾਹੁੰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਦੇਖੋ, ਜੋ ਕੇਂਦਰ ਸਰਕਾਰ ਨੇ ਬਿੱਲ ਲਾਗੂ ਕੀਤੇ ਆ ਉਹਨਾਂ ਦੇ ਖਿਲਾਫ ਇਹਨਾਂ ਨੇ ਪਿਛਲੀਆਂ ਮੀਟਿੰਗਾਂ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ, ਪਰ ਉਹਨੂੰ ਦੇਖਦੇ ਹੋਏ ਅੱਜ ਰੋਹ ਦੇ ਵਿੱਚ ਆ ਕੇ ਪੂਰਾ ਪੰਜਾਬ ਜਿਹੜਾ ਆ, ਪੂਰੀਆਂ ਜਿੰਨੀਆਂ ਇੰਡੀਆ ਦੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਦਿੱਲੀ ਨੂੰ ਕੂਚ ਕਰਨ ਵਾਸਤੇ ਤੁਰ ਪਈਆਂ ਆ। ਵਾਟਰ ਕੈਨਨ ਦਾ ਲਗਾਤਾਰ ਨੌਜਵਾਨਾਂ ਉੱਤੇ ਇਸਤੇਮਾਲ ਕੀਤਾ ਜਾ ਰਿਹਾ। ਮੈਂ ਕਹੂੰਗਾ ਕੈਮਰਾਮੈਨ ਨੂੰ ਇੱਕ ਵਾਰ ਟਰਨ ਕਰਕੇ ਦਿਖਾਣ ਕਿ ਖੱਟੜ ਸਰਕਾਰ ਕੇਸ ਕਦਰ ਘਟੀਆ ਹਰਕਤਾਂ ਤੇ ਉਤਰੀ ਹੋਈ ਹੈ। ਵਾਟਰ ਕੈਨਨ ਕੰਟੀਨਿਊ ਯੂਜ਼ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੇ। ਪਹਿਲਾਂ ਵੀ ਅਸੀਂ ਉਦੋਂ ਹਰਿਆਣੇ ਵਾਲੀ ਸਾਈਡ ਤੇ ਖੜੇ ਹੋਏ ਸੀ ਜਦੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਸੀ, ਤੇ ਇੱਕ ਵਾਰ ਫਿਰ ਤੋਂ ਨੌਜਵਾਨਾਂ ਉੱਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਤੇ ਡਰੋਨ ਕੈਮਰਿਆਂ ਦੇ ਨਾਲ ਵੀ ਨਜ਼ਰ ਬਣਾ ਕੇ ਲਗਾਤਾਰ ਰੱਖੀ ਜਾ ਰਹੀ ਹੈ ਕਿ ਪੰਜਾਬ ਵੱਲੋਂ ਹਜੂਮ ਕਿੰਨਾ ਕੀ ਬਾਰਡਰ ਵੱਲ ਵੱਧ ਰਿਹਾ ਹੈ। ਪਰ ਇੱਥੇ ਜੋ ਕਿਸਾਨ ਖੜੇ ਨੇ, ਇੱਥੇ ਜੋ ਨੌਜਵਾਨ ਖੜੇ ਨੇ, ਉਹ ਕਹਿੰਦੇ ਸਾਨੂੰ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਕੱਲ ਵੀ ਬੈਰੀਕੇਡ ਤੋੜੇ ਸੀ, ਅੱਜ ਵੀ ਤੋੜਾਂਗੇ। ਬਿਲਕੁਲ ਜੀ, ਬਿਲਕੁਲ। ਇਹਨਾਂ ਨੂੰ ਸ਼ਾਂਤਮਈ ਅਸੀਂ ਕਵਾਂਗੇ, ਜਾਣ ਦਿੱਤਾ ਜਾਵੇ। ਨਹੀਂ ਹੋਗਾ ਤਾਂ ਫਿਰ ਅਸੀਂ ਆਪਣਾ ਆਰ ਪਾਰ ਦੀ ਜਿਹੜੀ ਲੜਾਈ ਲੜ ਕੇ ਸਿੱਧੇ ਗਾਹ ਨਿਕਲਾਂਗੇ ਦਿੱਲੀ ਪੂਛ ਕਰ। ਬੈਰੀਕੇਡਸ ਤੁਸੀਂ ਦੇਖਿਆ ਥੱਲੇ ਪੱਥਰ ਦੀਆਂ ਸਲੈਬਸ ਲਾ ਕੇ ਸੰਗਲਾਂ ਪਾਈਆਂ ਆ। ਅਸੀਂ ਹੁਣ ਜਾ ਕੇ ਦੇਖਣਾ ਹੀ ਆ, ਸਾਡੀਆਂ ਹੋਰ ਜਥੇਬੰਦੀਆਂ ਆ ਰਹੀਆਂ ਔਰ ਜਾ ਕੇ ਅਸੀਂ ਦੇਖਾਂਗੇ, ਕੂਚ ਕਰਨ ਦੀਆਂ ਤਿਆਰੀਆਂ 'ਚ ਹੀ ਆ। ਤੁਸੀਂ ਕੀ ਕਹੋਗੇ? ਪੰਜਾਬ ਦੇ ਯੋਧਿਆਂ ਦੇ ਸਾਹਮਣੇ ਕੋਈ ਪੱਥਰ ਦੇ ਬੈਰੀਕੇਡ ਨਹੀਂ, ਕੋਈ ਜੰਜੀਰਾਂ ਨਹੀਂ, ਕੋਈ ਤਾਰਾਂ ਨਹੀਂ। ਹੋ ਪੰਜਾਬੀਆਂ ਨੇ ਬਹੁਤ ਫਤਿਹ ਕੀਤੇ ਆ ਜੰਗਾਂ, ਤੇ ਇਹ ਵੀ ਸਾਡੀ ਕਿਸਾਨ ਨੇ ਜੋ ਸਾਰੀ ਆ ਇਹ ਫਤਿਹ ਕਰਨਗੇ। ਤੇ ਮੋਦੀ ਨੂੰ ਦੱਸ ਕੇ ਰਵਾਂਗੇ ਵੀ ਕਿਸਾਨ ਦਾ ਪੁੱਤ ਆ ਰਿਹਾ ਆ ਤੈਨੂੰ ਲਲਕਾਰਨ ਵਾਸਤੇ। ਜਿਹੜੇ ਦਿੱਲੀ ਦੇ ਵਿੱਚ ਬਹਿ ਕੇ 3 ਕਾਨੂੰਨ, ਕਾਲੇ ਕਾਨੂੰਨ ਸਾਡੇ ਖਿਲਾਫ ਪਾਸ ਕੀਤੇ ਆ, ਤੇ ਤੋਂ ਅਸੀਂ ਰੱਦ ਕਰਾ ਕੇ ਰਵਾਂਗੇ। ਰੱਦ ਕਰਾ ਕੇ ਰਵਾਂਗੇ। ਤੁਸੀਂ ਕਹੋਗੇ? ਇੱਕ ਜੀ ਤੁਹਾਨੂੰ ਸਵਾਲ ਕੀਤਾ ਸੀ ਪਿਆ ਇੱਟਾਂ ਵੱਟੇ ਸੰਗਲ ਲੱਗੇ ਨੇ। ਆਜ਼ਾਦੀ ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਲਈ ਸੀ ਉਦੋਂ ਵੀ ਇਹ ਸੰਗਲ ਇੱਟਾਂ ਵੱਟੇ ਅਸੀਂ ਬਹੁਤ ਤੋੜੇ ਨੇ। ਇਹ ਰੋੜੇ ਛੋੜੇ ਸਾਡੇ ਅੱਗੇ ਕੁਝ ਵੀ ਨਹੀਂ। ਅੱਜ ਇੱਕ ਤੁਸੀਂ ਹਥਿਆਰ ਪੁੱਛਿਆ ਸੀ, ਜਿੰਨੀ ਸਾਡੀ ਜੰਗ ਆ ਇਹ ਸਾਰਾ ਸਾਡਾ ਹਥਿਆਰ ਇਹ ਵੱਟਿਆਂ ਨੂੰ ਪਰਾਂ ਮਾਰ ਦੇਣਗੇ। ਇੱਕ ਦੂਜਾ ਜਿਵੇਂ ਮੋਦੀ ਕਹਿੰਦਾ ਸੀ ਵੀ ਇਹ ਕਿਸਾਨ ਨੇ, ਅੱਤਵਾਦੀ ਨੇ, ਇਹ ਦਲਾਲ ਨੇ, ਲੇਕਿਨ ਇਹ ਕੁੱਤਾ ਮੋਦੀ ਦਲਾਲ ਆ। ਇਹ ਆਪਣਾ ਅਡਾਨੀ ਅਬਾਨੀ ਦਾ ਇਹ ਦਲਾਲ ਆ। ਇਸ ਕਰਕੇ ਇਹਨੂੰ ਇਹਦੀ ਧੌਣ ਤੇ ਗੋਡਾ ਹੀ ਰੱਖਣਾ ਤੇ ਅਸੀਂ ਆਪਣੀ ਕਿਸਾਨੀ ਦੀ ਆਜ਼ਾਦੀ ਲੈ ਕੇ ਰਵਾਂਗੇ। ਬੋਲੇ ਸੋਨਿਓ, ਸਤਿ ਸ੍ਰੀ ਅਕਾਲ। ਅਸਲ ਦਲਾਲ ਮੋਦੀ, ਅੰਬਾਨੀਆਂ, ਅਡਾਨੀਆਂ ਦਾ ਕੀ ਕਹੋਗੇ ਇਸ ਦੇ ਉੱਤੇ? ਇਹ ਬਹੁਤ ਜਿਹੜਾ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਆ, ਇਹ ਕਿਸਾਨ ਵੀਰਾਂ ਲਈ ਬਹੁਤ ਹੀ ਮਾੜੇ। ਉਧਰ ਆਸੂ ਗੈਸ ਦੇ ਗੋਲੇ ਵੀ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਨੇ। ਮੈਂ ਇੰਟਰਰਪਟ ਕਰ ਰਿਹਾ, ਬਾਅਦ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਵੀਰ ਦੇ ਨਾਲ। ਮੈਂ ਕਹਾਂਗਾ ਦਿਖਾਇਆ ਜਾਵੇ ਕਿ ਕਿੱਦਾਂ ਆਸੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ, ਕਿੱਦਾਂ ਨੌਜਵਾਨਾਂ ਨੂੰ ਖਦੇੜਿਆ ਜਾ ਰਿਹਾ ਹੈ, ਕਿਉਂਕਿ ਇਹ ਭਾਰਤ ਸਰਕਾਰ ਜਾਂ ਕਹਿ ਸਕਦੇ ਹਾਂ ਕਿ ਖੱਟੜ ਸਰਕਾਰ ਦੀ ਇੱਕ ਬਹੁਤ ਹੀ ਘਟੀਆ ਰਣਨੀਤੀ ਨਜ਼ਰ ਆ ਰਹੀ ਹੈ ਨੌਜਵਾਨਾਂ ਨੂੰ ਖਦੇੜਨ ਦੀ। ਜੋ ਨੌਜਵਾਨ ਹੜ੍ਹ ਵਾਂਗ ਦਿੱਲੀ ਤੱਕ ਪੁੱਜਣਾ ਚਾਹ ਰਹੇ ਨੇ, ਜੋ ਨੌਜਵਾਨ ਚਾਹੁੰਦੇ ਨੇ ਕਿ ਦਿੱਲੀ ਨੂੰ ਜਿਤਾਇਆ ਜਾਵੇ, ਕਿ ਜੇਕਰ ਸਾਡੀ ਹੋਂਦ ਤੇ ਗੱਲ ਆਈ ਆ ਤਾਂ ਅਸੀਂ ਕਦੇ ਵੀ ਨਹੀਂ ਮੰਨਾਂਗੇ, ਅਸੀਂ ਹਾਰ ਨਹੀਂ ਮੰਨਾਂਗੇ। ਬੇਸ਼ੱਕ ਵਾਟਰ ਕੈਨਨ ਯੂਜ਼ ਕਰ ਲਓ, ਬੇਸ਼ੱਕ ਤੁਸੀਂ ਆਸੂ ਗੈਸ ਸੁੱਟ ਲਓ, ਤੇ ਬੇਸ਼ੱਕ ਤੁਸੀਂ ਬੈਰੀਕੇਡਿੰਗ ਕਰ ਲਓ, ਪਰ ਹੁਣ ਇਹ ਨੌਜਵਾਨ ਰੁਕਣ ਵਾਲੇ ਨਹੀਂ ਹੈ। ਹਾਂਜੀ, ਤੁਸੀਂ ਦੱਸੋ ਕੀ ਕਰ ਰਹੇ ਹੋ? ਇਹ ਵਾਟਰ ਕੈਨਨ, ਅਥਰੂ ਗੈਸ ਦੇ ਗੋਲੇ ਕੋਈ ਵੱਡੀ ਗੱਲ ਨਹੀਂ। ਸਾਡੇ ਕੱਲ ਵੀ ਸਾਡੇ ਭਰਾ ਜਿਹੜੇ ਬੈਰੀਕੇਡ ਲੰਘ ਗਏ ਆ, ਅੱਜ ਵੀ ਅਸੀਂ ਇਹ ਫਤਿਹ ਕਰਾਂਗੇ ਕੰਮ। ਇਹ ਇਹਨਾਂ ਦਾ ਪੁਰਾਣਾ ਹੀ ਰਵੱਈਆ ਰਿਹਾ ਆ। ਚਲੋ ਅੱਜ ਦੁਆਬਾ ਕਿਸਾਨ ਸੰਘਰਸ਼ ਕਮੇਟੀ ਜੋ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਈ ਆ, ਇਹ ਵੀ ਇਸ ਮੋਰਚੇ ਨੂੰ ਫਤਿਹ ਕਰੂਗੀ ਤੇ ਹਰਿਆਣਾ 'ਚ ਐਂਟਰ ਕਰੂਗੀ। ਹਰਿਆਣੇ 'ਚ ਐਂਟਰ ਕਰੇਗੀ। ਤੇ ਆ ਇੱਕ ਵੀਰ ਮੇਰਾ ਹੋਰ ਖੜਿਆ ਹੈ ਜਿਹੜਾ ਪਿਛਲੇ 50-55 ਦਿਨ ਤੋਂ ਲਗਾਤਾਰ ਸ਼ੰਭੂ ਮੋਰਚਾ ਸਾਂਭ ਰਿਹਾ ਹੈ।
ਵੀਰ ਕੀ ਕਹੋਗੇ? ਹੁਣ ਤਾਂ ਆਂਸੂ ਗੈਸ ਦੇ ਗੋਲੇ ਵੀ ਸੁੱਟਣੇ ਸ਼ੁਰੂ ਕਰਤੇ ਆ, ਵਾਟਰ ਕੈਨਨ ਆ ਗਏ ਆ। ਦੇਖੋ ਦਿੱਲੀ ਨੂੰ ਵੈਸੇ ਤਾਂ ਚੰਗੀ ਤਰ੍ਹਾਂ ਪਤਾ ਪੰਜਾਬੀ, ਇਹ ਤਾਂ ਲੰਡਨ ਜਾਣ ਵਾਲੇ ਨੇ, ਇਹ ਤਾਂ ਦਰਿਆ ਵੀ ਟੱਪ ਜਾਂਦੇ ਨੇ, ਤਾਂ ਫਿਰ ਛੋਟੇ ਛੋਟੇ ਬਾਰਡਰ ਨੇ। ਪਰ ਅਸੀਂ ਫਿਰ ਵੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਬੜਾ ਸਿਸਟਮ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਰੋਸ ਮੁਜ਼ਾਹਰਾ ਕਰ ਰਹੇ ਹਾਂ। ਤੁਹਾਨੂੰ ਵੀ ਪਤਾ ਅਸੀਂ 2 ਮਹੀਨੇ ਤੋਂ ਲਗਾਤਾਰ ਬੈਠੇ ਹੋਏ ਹਾਂ ਔਰ ਕਿਸੇ ਵੀ ਅਸੀਂ ਸਿਸਟਮ ਦੇ ਵਿੱਚ ਰਹਿ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ, ਤੇ ਹੁਣ ਵੀ ਅਸੀਂ ਆਪਣਾ ਸਿਸਟਮ ਦੇ ਵਿੱਚ ਰਹਿ ਕੇ ਦਿੱਲੀ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਹਾਂ। ਸਾਡਾ ਡੈਮੋਕ੍ਰੈਟਿਕ ਰਾਈਟ ਆ, ਉਹੀ ਅਸੀਂ ਕਰਨ ਜਾ ਰਹੇ ਸੀਗੇ। ਪਰ ਇਹ ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਜੋ ਤੁਹਾਡੇ ਸਾਹਮਣੇ ਆ, ਵਾਟਰ ਕੈਨਨ ਪਾਣੀ ਦੀਆਂ ਬਿਸ਼ਾਰਾਂ ਕਰ ਰਹੀ ਆ, ਆਸੂ ਤੈਸ ਦੇ ਗੋਲੇ ਚਲਾ ਰਹੇ ਨੇ, ਇਹਨਾਂ ਦਾ ਰਵੱਈਆ, ਇਹਨਾਂ ਦੀ ਮਨਸ਼ਾ ਸਾਫ਼ ਪਤਾ ਲੱਗ ਰਹੀ ਹੈ ਕਿ ਆਪਣਾ ਜਿਹੜਾ ਤਾਨਾਸ਼ਾਹੀ ਰਵੱਈਆ ਲੋਕਾਂ ਦੇ ਉੱਤੇ ਚਲਾ ਰਹੇ ਨੇ, ਤੇ ਬਹੁਤ ਹੀ ਮੰਦਭਾਗੀ ਗੱਲ ਹੈ ਸਾਡੇ ਲਈ। ਔਰ ਇਹ ਖੱਟਰ ਸਰਕਾਰ ਨੂੰ ਤਾਂ ਇਹ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ, ਪਰ ਮੈਂ ਉਹੀ ਕਹਾਂਗਾ ਕਿ ਅਸੀਂ ਗੱਲਬਾਤ ਵੀ ਕਰਦੇ ਹਾਂ, ਪਿਛਲੇ ਪਾਸੇ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਨਜ਼ਾਰਾ। ਵਾਟਰ ਕੈਨਨ ਲਗਾਤਾਰ ਯੂਜ਼ ਕੀਤੇ ਜਾ ਰਹੇ ਨੇ, ਵਾਟਰ ਕੈਨਨ ਦੀ ਲਗਾਤਾਰ ਇਸਤੇਮਾਲ ਕੀਤੇ ਜਾ ਰਹੇ ਨੇ, ਦੇ ਨਾਲ ਹੀ ਆਂਸੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ ਤਾਂ ਜੋ ਨੌਜਵਾਨਾਂ ਨੂੰ ਖਦਾੜਿਆ ਜਾਵੇ। ਪਰ ਬੈਰੀਕੇਡਿੰਗ ਨੂੰ ਹਿਲਾਉਣਾ ਨੌਜਵਾਨਾਂ ਨੇ ਸ਼ੁਰੂ ਕਰ ਦਿੱਤਾ ਹੈ, ਤੇ ਵਿੱਚੋਂ ਬੈਰੀਕੇਡਿੰਗ ਦੇ ਇੱਕ ਰਾਹ ਵੀ ਹੈ ਜਿਸ ਦੇ ਵਿੱਚੋਂ ਅਸੀਂ ਗਏ ਵੀ ਹਾਂ ਤੇ ਵਾਪਸ ਆਏ ਵੀ ਹਾਂ ਹਰਿਆਣੇ ਵਾਲੀ ਸਾਈਡ ਤੋਂ। ਹੁਣ ਵੇਖਣਾ ਇਹ ਹੋਵੇਗਾ ਕਿ ਜੋ ਕਿਸਾਨਾਂ ਨੇ ਜੋਸ਼ ਦਿਖਾਇਆ, ਜੋ ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਜਲਦ ਇਹ ਬੈਰੀਕੇਡਿੰਗ ਪੱਟ ਕੇ ਖੂੰਜੇ ਲਾ ਦਾਂਗੇ, ਉਹ ਕਦੋਂ ਲਾਉਂਦੇ ਆ? ਕੀ ਕਹੋਗੇ? ਦੇਖੋ ਇਹ ਗੋਲੇ ਗਾਲੇ ਤਾਂ ਮੈਨੂੰ ਨਹੀਂ ਲੱਗਦਾ ਸਾਡੇ ਲਈ ਕੁਝ ਕਰ ਸਕਦੇ ਨੇ। ਇਹ ਤਾਂ ਇੱਕ ਜਿੰਨਾ ਮਰਜ਼ੀ ਡਰਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਅਸੀਂ ਇਹ ਕੋਸ਼ਿਸ਼ ਕਰ ਰਹੇ ਨੇ ਕਿ ਕੋਈ ਭੱਜਦੜ ਹੋਵੇ ਇਹਨਾਂ ਦੇ ਵਿੱਚ। ਪਰ ਕਿਸਾਨ ਜਿਹੜੇ ਆ ਬਹੁਤ ਸਮਝਦਾਰ ਨੇ, ਉਹ ਬਹੁਤ ਇਸ ਸਿਸਟਮ ਨੂੰ ਸਮਝਦੇ ਨੇ ਕਿ ਇਹ ਜਿਹੜੀ ਚਾਲ ਹੈ ਸਰਕਾਰ ਦੀ ਮੰਸ਼ ਹੈ ਕਿ ਇਹਨਾਂ ਨੂੰ ਜਿਹੜਾ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾਏ। ਪਰ ਇਹਨਾਂ ਚੀਜ਼ਾਂ ਨਾਲ ਕਿਸਾਨ ਸੰਘਰਸ਼ ਹੁਣ ਕਮਜ਼ੋਰ ਨਹੀਂ ਹੋਣ ਵਾਲਾ, ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ। ਕਿਸਾਨ ਸੰਘਰਸ਼ ਕਮਜ਼ੋਰ ਨਹੀਂ ਹੋਣ ਵਾਲਾ, ਇਹ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ। ਤੇ ਪਿੱਛੇ ਤੁਸੀਂ ਦੇਖਿਆ ਹੈ ਕਿ ਲਗਾਤਾਰ ਆਂਸੂ ਗੈਸ ਦੇ ਗੋਲੇ ਵੀ ਸੁੱਟੇ ਜਾ ਰਹੇ ਨੇ, ਕਿਸਾਨ ਹੋਰ ਵੀ ਖੜੇ ਨੇ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਖੱਟਰ ਸਰਕਾਰ ਵਾਸਤੇ ਬਹੁਤ ਇਹ ਮਾੜੀ ਗੱਲ ਹੈ। ਇਹ ਸਾਡੇ ਕੋਲ ਨਾ SYL ਦਾ ਬਦਲਾ ਲੈਣ ਰਿਹਾ ਪੰਜਾਬੀਆਂ ਕੋਲੋਂ। ਅੱਜ ਤੋਂ ਕੁਝ ਸਮਾਂ ਪਹਿਲਾਂ SYL ਦਾ ਕੇਸ ਚੱਲਦਾ ਨਾ, ਉਹਦਾ ਵੀ ਇਹ ਬਦਲਾ ਪੰਜਾਬੀਆਂ ਕੋਲ ਲੈ ਰਿਹਾ, ਬਲਕਿ ਇਹ ਬਹੁਤ ਮਾੜਾ ਕਰ ਰਿਹਾ। ਜੇ ਅੱਜ ਸਾਨੂੰ ਇੱਧਰ ਪੰਜਾਬੀਆਂ ਨੂੰ ਡੱਕਦਾ, ਕੱਲ੍ਹ ਨੂੰ ਜਦੋਂ ਅਸੀਂ ਇਹ ਤਾਂ ਬਾਰਡਰ ਸੀਲ ਕੀਤਾ ਕਿ ਕੋਈ ਹਰਿਆਣੇ ਦੀ ਬੱਸ ਨਹੀਂ ਜਾਣ ਦਿਆਂਗੇ ਪੰਜਾਬ 'ਚ, ਫਿਰ ਇਹਨੂੰ ਸੇਕ ਲੱਗਣਾ ਤੇ ਫਿਰ ਇਹਨੂੰ ਵੇਖਾਂਗੇ ਕੌਣ ਬਚਾਉਂਦਾ ਜੀ। ਸਾਡੀ ਤੇ ਬੇਨਤੀ ਅੱਜ ਵੀ ਤੁਹਾਡੇ ਮੱਦੇ ਰਿਵਾਜ ਉੱਤੇ ਪਹੁੰਚਦੀ ਹੈ ਕਿ ਬਾਰਡਰ ਖੋਲ੍ਹ ਦੇਵੇ। ਰੋਡ ਦਾ ਅਸੀਂ ਟੈਕਸ ਭਰਦੇ ਹਾਂ, ਅਸੀਂ ਇਹ ਰੋਡ ਤੇ ਚੱਲਣ ਦਾ ਨੂੰ ਅਧਿਕਾਰ ਹੈ। ਸਾਡਾ ਕਾਹਤੋਂ ਡੱਕਿਆ ਜਾ ਰਿਹਾ ਰੋਡ? ਅਸੀਂ ਸ਼ਾਂਤਮਈ ਤਰੀਕੇ ਨਾਲ 2-3 ਮਹੀਨੇ ਤੋਂ ਬੈਠੇ ਹਾਂ, ਇਦਾਂ ਹੀ ਰਾਮਲੀਲਾ ਮੈਦਾਨ 'ਚ ਸ਼ਾਂਤਮਈ ਤਰੀਕੇ ਨਾਲ ਬਹਿਣਾ ਸੀ, ਪਰ ਸਾਡੇ ਨੂੰ ਜਾਣ ਕੇ ਇਹ ਜਲੀਲ ਕਰ ਰਿਹਾ। ਸਾਡੇ ਤੇ ਤੁਸੀਂ ਦੇਖ ਰਹੇ ਅਥਰੂ ਗੈਸ ਸੁੱਟ ਰਿਹਾ, ਗੰਦੇ ਪਾਣੀ ਦੀਆਂ ਬਿਸ਼ਾਰਾਂ ਕਰ ਰਿਹਾ। ਬਿਲਕੁਲ ਇਹ ਗਲਤ ਹੋ ਰਿਹਾ ਜੋ ਵੀ। ਕੀ ਕਹੋਗੇ ਸਰਕਾਰ ਦੇ ਰਵੱਈਏ ਤੇ? ਦੇਖੋ ਜੋ ਸਰਕਾਰ ਕਰ ਰਹੀ ਹੈ ਇਹ ਕੰਮ ਸਰਕਾਰ ਦੇ ਨਹੀਂ ਹੁੰਦੇ। ਸਰਕਾਰ ਦਾ ਕੰਮ ਹੋਣਾ ਲੋਕ ਭਲਾਈ ਦੇ ਕੰਮ ਸਰਕਾਰ ਕਰਿਆ ਕਰਦੀ ਹੈ, ਪਰ ਇਹ ਜੋ ਮੋਦੀ ਕਰਨ ਲੱਗਿਆ ਹੈ ਤੇ ਖੱਟਰ, ਇਹਨਾਂ ਵਾਸਤੇ ਬਹੁਤ ਬਹੁਤ ਬੜੀ ਲਾਹਨਤ ਇਹਨਾਂ ਦੇ ਜੰਮਣ ਵਾਲੀਆਂ, ਜਿਨ੍ਹਾਂ ਨੇ ਇਹਨਾਂ ਨੂੰ ਪੈਦਾ ਕੀਤਾ ਇਹੋ ਜਿਹੇ ਇਨਸਾਨਾਂ ਤੇ ਹੀ ਜ਼ਬਰਦਸਤੀ ਕਰ ਰਹੇ। ਇਹ ਪੰਜਾਬ ਆਇਆ ਹਰਿਆਣਾ ਕੋਈ ਕਿਸੇ ਦੇ ਆਪਦੀ ਘਰ ਦੀ ਪ੍ਰਾਪਰਟੀ ਨਹੀਂ। ਹਰਿਆਣੇ 'ਚ ਸਾਡੇ ਭਾਈਚਾਰਾ, ਅਸੀਂ ਹਰਿਆਣੇ ਦੇ ਨਾਲ, ਹਰਿਆਣੇ ਵਾਲਾ ਦਾ ਪੰਜਾਬ 'ਚ ਅਸੀਂ, ਸਾਡਾ ਦਿੱਲੀ ਜਾਣ ਦਾ ਨਿੱਜੀ ਹੱਕ ਹੈ। ਜੋ 26 ਜਨਵਰੀ 1950 ਨੂੰ ਸੰਵਿਧਾਨ ਬਣਿਆ ਸੀਗਾ, ਉਸ ਸੰਵਿਧਾਨ ਨੂੰ ਪੜ੍ਹ ਕੇ ਦੇਖ ਲੈਣ ਵੀ ਇਹਨਾਂ ਦੀ ਡਿਊਟੀਆਂ ਕੀ, ਜਿਹੜੀ ਡਿਊਟੀ ਇਹਨਾਂ ਦੀ ਕਰਨੀ ਬਣਦੀ ਹੈ ਉਹ ਇਹ ਡਿਊਟੀ ਨਹੀਂ ਕਰ ਰਹੇ। ਇਹ ਤਾਂ ਸਿਰਫ ਦੇਖੋ ਅੱਜ ਦੇਖਣ ਵਾਲਾ ਮਾਹੌਲ ਹੈ, ਸਾਰੇ ਬਾਰਡਰ ਸੀਲ ਕਰ। ਆਂਸੂ ਗੈਸ ਦੇ ਗੋਲੇ ਵੀ ਮਾਰ-ਮਾਰ ਸੁੱਟੇ ਜਾ ਰਹੇ ਨੇ, ਤੁਸੀਂ ਪਿੱਛੇ ਦੇਖ ਸਕਦੇ ਹੋ। ਹਾਂ, ਅਥਰੂ ਗੈਸ ਜੋ ਸੁੱਟ ਰਹੇ, ਇਹ ਤਾਂ ਆਪਣੀ ਜਿੰਨੀ ਭੈੜੀ ਮਤਲਬ ਹਕੀਕਤ ਕਰ ਰਹੇ ਹੈ, ਪਰ ਇਹ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਸਾਰਾ ਕੁਝ ਇਹਨਾਂ ਦਾ ਨਾਕਾਮ ਕਰਕੇ ਛੱਡਾਂਗੇ। ਸਾਨੂੰ ਅਧਿਕਾਰ ਹੈ, ਅਸੀਂ ਕਰਕੇ ਰਹਾਂਗੇ। ਜਿਹੜਾ ਇਕੱਠ ਹੈ ਸਾਡਾ ਲੁਧਿਆਣੇ ਤੱਕ ਤੱਕ ਲਾਈਨਾਂ ਲੱਗ ਚੁੱਕੀਆਂ। ਬਹੁਤ ਵੱਡਾ ਕਾਫਲਾ ਹਰਿਆਣਾ ਨੂੰ ਤੈਅ ਕਰਕੇ ਦਿੱਲੀ ਪਹੁੰਚੂਗਾ, ਹਰ ਹਾਲਤ ਪਹੁੰਚਾਂਗੇ। ਬਹੁਤ ਬਹੁਤ ਧੰਨਵਾਦ। ਇੱਕ ਇੱਕ ਅਪਡੇਟ ਤੁਹਾਨੂੰ ਅੱਗੇ ਵੀ ਦਿੰਦੇ ਰਹਾਂਗੇ ਕਿ ਅਸੀਂ ਹਰਿਆਣੇ 'ਚ ਕਿੱਦਾਂ ਐਂਟਰ ਹੋ ਰਹੇ ਹਾਂ। ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ। ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਹਰਿਆਣੇ ਵੱਲੋਂ ਪੁਲਿਸ ਵਾਟਰ ਕੈਨਨ ਦਾ ਯੂਜ਼ ਕਰ ਰਹੀ ਹੈ ਤੇ ਆਂਸੂ ਗੈਸ ਦੇ ਗੋਲਿਆਂ ਦੀ ਬੌਛਾਰ ਕਰ ਰਹੀ ਹੈ। ਕਈ ਉਰੇ ਕਿਸਾਨ ਨੇ ਜੋ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ। ਇਹਨਾਂ ਨੂੰ ਬਿਠਾ ਦਿਓ ਇੱਕ ਪਾਸੇ ਸਾਈਡ ਦੇ ਉੱਤੇ, ਫਿਰ ਬੈਠ ਜਾਓ ਆਰਾਮ ਨਾਲ। ਜਿਹੜਾ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਕਿਸਾਨਾਂ ਦਾ ਬਹੁਤ। ਕੀ ਕਹੋਗੇ ਬਾਬਾ ਜੀ, ਇਹ ਜੋ ਸਰਕਾਰ ਦਾ ਰਵੱਈਆ ਹੈ? ਬਹੁਤ ਮਾੜਾ ਰਵੱਈਆ ਜੀ ਸਰਕਾਰ ਦਾ। ਇੰਨੀ ਧੱਕੇਸ਼ਾਹੀ, ਇੰਨੀ ਤਾਨਾਸ਼ਾਹੀ। ਬਿਲਕੁਲ ਜੀ, ਕਿਸਾਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਇਹ ਦਰਦ ਹੈ ਕਿ ਇੱਕ ਪਾਸੇ ਤਾਂ ਅਸੀਂ
ਦਿਨ ਰਾਤ ਮਿੱਟੀ ਨਾਲ ਮਿੱਟੀ ਹੁੰਨੇ ਆ, ਮਿਹਨਤ ਕਰਦੇ ਆ ਤੇ ਉਸ ਤੋਂ ਬਾਅਦ ਜੇਕਰ ਸਰਕਾਰਾਂ ਤੱਕ ਆਪਣੀ ਕੋਈ ਗੱਲ ਪਹੁੰਚਾਉਣੀ ਹੋਵੇ ਤਾਂ ਫਿਰ ਉਹ ਵੀ ਸਾਨੂੰ ਇਸ ਤਰ੍ਹਾਂ ਲੜ ਕੇ ਪਹੁੰਚਾਉਣੀ ਪੈਂਦੀ ਹੈ। ਸਰਕਾਰਾਂ ਲੜ ਕੇ ਲੈਣੇ ਪੈ ਰਹੇ ਆ। ਦੇਖੋ ਇਹ ਆਜ਼ਾਦੀ ਅਸੀਂ ਗੁਲਾਮ ਆ ਕਿ ਆਜ਼ਾਦ ਆ? ਜੀ ਅਸੀਂ ਆਪਣੇ ਹੱਕ ਲੜ ਕੇ ਲੈ ਰਹੇ ਹਾਂ। ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕੇਂਦਰ ਸਰਕਾਰ ਦੇ ਲਈ? ਤੁਹਾਡੇ ਹੱਥ ਦੇ ਵਿੱਚ ਇੱਕ ਲੇਖਕ ਵੱਲੋਂ ਮੈਂ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਰਸਾ, ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਅਸੀਂ ਆਏ ਹੋਏ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਜਿਹੜੀ ਪੰਜਾਬੀ ਲੇਖਕਾਂ ਦੀ ਸਭ ਤੋਂ ਵੱਡੀ ਜਥੇਬੰਦੀ ਆ। ਅਸੀਂ ਕਿਸਾਨ ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਕਿਸਾਨ ਸੰਘਰਸ਼ ਦਾ ਸਮਰਥਨ ਕਰ ਰਹੇ ਹਾਂ। ਅੱਜ ਸੰਵਿਧਾਨ ਦਿਵਸ ਆ, ਪਰ ਅਸੀਂ ਅੱਜ ਸੰਵਿਧਾਨ ਦੀਆਂ ਧੱਜੀਆਂ ਉੱਡਦੀਆਂ ਦੇਖ ਰਹੇ ਹਾਂ। ਖੱਟਰ ਸਰਕਾਰ ਪੰਜਾਬ ਵਾਲੇ ਪਾਸੇ ਇਕੱਤਰ ਹੋਏ ਕਿਸਾਨਾਂ ਨੂੰ ਬਿਨਾਂ ਕਿਸੇ ਪ੍ਰਕਾਰ ਤੋਂ ਉਹਦਾ ਤੇ ਵਾਟਰ ਕੈਨਿੰਗ ਕਰ ਰਹੀ ਆ ਔਰ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ। ਔਰ ਦੁੱਖ ਦੀ ਗੱਲ ਇਹ ਆ ਕਿ ਜਿਹੜਾ ਵਾਟਰ ਕੈਨਿੰਗ ਰਾਹੀਂ ਪਾਣੀ ਸਿੱਟਿਆ ਜਾ ਰਿਹਾ ਉਹ ਫੈਕਟਰੀਆਂ ਦਾ, ਨਦੀ ਦਾ ਗੰਦਾ ਪਾਣੀ ਕਿਸਾਨਾਂ ਦੇ ਉੱਤੇ ਸੁੱਟਿਆ ਜਾ ਰਿਹਾ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਅੱਜ ਸੰਵਿਧਾਨ ਦਿਵਸ ਆ, ਸੰਵਿਧਾਨ ਦੀਆਂ ਧੱਜੀਆਂ ਉੱਡਦੀਆਂ ਦੇਖ ਰਹੇ ਹਾਂ। ਨਾਲ ਦੀ ਨਾਲ ਮੈਂ ਇੱਕ ਗੱਲ ਇਹ ਇੱਥੇ ਕਹਿਣਾ ਚਾਹੁੰਦਾ, ਮੈਂ ਕਿਸਾਨ ਜਥੇਬੰਦੀਆਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ ਕਿ ਕਿਸਾਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਆਏ ਨੇ ਔਰ ਇਹ ਬਹੁਤ ਹੀ ਡਿਸਪਲਿਨ ਤੇ ਬਹੁਤ ਹੀ ਅਨੁਸ਼ਾਸਨਤ ਰੂਪ ਵਿੱਚ ਆਪਣਾ ਪ੍ਰਦਰਸ਼ਨ ਕਰ ਰਹੇ ਨੇ। ਪਰ ਹਰਿਆਣਾ ਸਰਕਾਰ ਖਾਮ-ਖਾ ਦੀ ਜਿਹੜੀ ਭਟਕਾਟ ਪੈਦਾ ਕਰਨੀ ਚਾਹੁੰਦੀ ਆ। ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਮੋਦੀ ਸਰਕਾਰ ਦਾ ਵੀ ਤੇ ਖੱਟਰ ਸਰਕਾਰ ਦਾ ਵੀ ਵਿਰੋਧ ਕਰਦੇ ਹਾਂ ਕਿ ਜਿਹੜੇ ਸਾਡੇ ਲੋਕਾਂ ਦੇ ਸੰਵਿਧਾਨਕ ਹੱਕ ਖੋ ਰਹੀ ਆ ਔਰ ਇੱਕ ਪਾਸੇ ਸੰਵਿਧਾਨ ਦਿਵਸ ਮਨਾ ਰਹੇ ਨੇ ਤੇ ਉੱਥੇ ਆਮ ਆਦਮੀ ਨੂੰ ਆਪਣਾ ਜਿਹੜਾ ਪ੍ਰੋਟੈਸਟ ਕਰਨ ਦਾ ਹੱਥਕਾਰ ਨਹੀਂ ਦਿੱਤਾ ਜਾ ਰਿਹਾ। ਅੱਜ ਪੰਜਾਬ ਨੂੰ ਇੰਜ ਦੇਸ਼ ਤੋਂ ਅਲੱਗ-ਥਲੱਗ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਡਾਇਸੈਂਟ ਦੀ ਆਵਾਜ਼ ਨੂੰ ਚੁੱਕ ਰਿਹਾ ਆ। ਜੀ ਥੈਂਕ ਯੂ ਜੀ। ਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਿੱਛੋਂ ਅਸੀਂ ਦੇਖ ਸਕਦੇ ਹਾਂ ਕਿ ਆਂਸੂ ਗੈਸ ਦੇ ਗੋਲੇ ਲਗਾਤਾਰ ਸੁੱਟੇ ਜਾ ਰਹੇ ਨੇ ਤਾਂ ਜੋ ਨੌਜਵਾਨਾਂ ਨੂੰ ਖਦੇੜਿਆ ਜਾ ਸਕੇ, ਕਿਸਾਨਾਂ ਨੂੰ ਖਦੇੜਿਆ ਜਾ ਸਕੇ। ਪਰ ਗੱਡੀਆਂ ਉਰ ਤੱਕ ਪਹੁੰਚ ਗਈਆਂ ਨੇ ਤੇ ਹੁਣ ਉਹ ਟਾਈਮ ਦੂਰ ਨਹੀਂ ਹੋਵੇਗਾ ਜਦ, ਕਿਉਂਕਿ 2 ਬੈਰੀਕੇਡ ਪਹਿਲਾਂ ਹੀ ਪੱਟ ਕੇ ਥੱਲੇ ਸੁੱਟ ਦਿੱਤੇ ਗਏ ਨੇ ਨਹਿਰ ਦੇ ਵਿੱਚ ਤੇ ਹੁਣ ਨੌਜਵਾਨ ਪੂਰੇ ਤਿਆਰ ਨੇ ਕਿ ਅਸੀਂ ਜਲਦ ਤੋਂ ਜਲਦ ਜੋ ਬੈਰੀਕੇਡਿੰਗ ਲੱਗੀ ਉਹ ਵੀ ਪੱਟ ਕੇ ਤੇ ਹਰਿਆਣੇ ਵੱਲ ਪਹੁੰਚੀਏ ਤੇ ਦਿੱਲੀ ਤੱਕ ਕੂਚ ਕਰੀਏ। ਕੀ ਕਹੋਗੇ ਤੁਸੀਂ ਬਾਪੂ ਜੋ ਚੱਲ ਰਿਹਾ ਇਸ ਵੇਲੇ? ਅਸੀਂ ਤੇ ਮਨੋਂ ਤਨੋਂ ਜੁੜੇ ਹਾਂ ਭਾਰਤੀ ਕਿਸਾਨ ਯੂਨੀਅਨ ਦੇ ਪਠਾਨਕੋਟ ਤੋਂ ਮੈਂ ਆਏ ਹਾਂ। ਹੋਰ ਵੀ ਪਾਰਟੀ ਜਿਹੜੀ ਆਈ ਹੈ ਵੇਖੋ ਸਰਕਾਰ ਦੀਆਂ ਨੀਤੀਆਂ ਮਾੜੀਆਂ, ਜੋ ਇਹਨਾਂ ਇੱਥੇ ਨਾਕਾ ਲਾਇਆ ਸੀਗਾ ਉਹ ਕਿਸਾਨਾਂ ਚੁੱਕ ਕੇ ਨਾਲੀ ਤੇ ਸੁੱਟਦੇ ਆ। ਹੁਣ ਤਾਂ ਬਾਕੀ ਚਾਲੂ ਹੋਣ ਵਾਲਾ, ਜੋ ਮਰਜ਼ੀ ਅਥਰੂ ਗੈਸ ਛੱਡਦੇ ਨੇ। ਹੁਣ ਕਿਸਾਨ ਪਿੱਛੇ ਨਹੀਂ ਹਟਣਗੇ, ਇਹ ਤਾਂ ਮਨ ਬਣਾ ਕੇ ਆਏ ਆ। ਇਹ ਤਾਂ ਪਰਮੇਸ਼ਰ ਵੀ ਕਿਰਪਾ ਕਰੂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਰਮੇਸ਼ਰ ਵੀ ਕਿਰਪਾ ਕਰੂਗਾ ਕਿਉਂਕਿ ਚਾਹੇ ਜਿੰਨਾ ਮਰਜ਼ੀ ਸਰਕਾਰਾਂ ਜ਼ੋਰ ਲਗਾ ਲੈਣ, ਖੱਟੜ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਪਰ ਜੋ ਕੁਝ ਵੀ ਚੱਲ ਰਿਹਾ ਹੈ ਇਸ ਵੇਲੇ ਅਸੀਂ ਦੇਖ ਸਕਦੇ ਹਾਂ। ਕੀ ਕੁਝ ਕਹਿਣਾ ਚਾਹੋਗੇ ਤੁਸੀਂ? ਜੀ ਇਹੀ ਕਹਿਣਾ ਚਾਹੁੰਦੇ, ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਧੱਕਾ ਹੋ ਰਿਹਾ ਕਿਸਾਨਾਂ ਨਾਲ। ਠੀਕ ਹੈ, ਇਹ ਆਪਣੇ ਸੰਵਿਧਾਨ ਦੇ ਵਿੱਚ ਲਿਖਿਆ ਆ। ਪਹਿਲਾਂ ਆਪਾਂ ਨੂੰ ਦੇਖਣਾ ਚਾਹੀਦਾ ਕਿਉਂ ਰਸਤਾ ਕਿਸਾਨਾਂ ਦਾ ਰੋਕਿਆ ਜਾ ਰਿਹਾ ਜਾਂ ਕਿਸਾਨ ਜਾ ਰਹੇ ਆ। ਸ਼ਾਂਤਮਈ ਰਾਮਲੀਲਾ ਮੈਦਾਨ 'ਚ ਜਾਣਾ ਸੀਗਾ ਤੇ ਰੋਕ ਲਏ ਆ। ਠੀਕ ਹੈ, ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ, ਮੀਡੀਆ ਦੇ ਜੋ ਹੈਗਾ ਆ। ਦੇ ਧਾਰਾ 144 ਲਾ ਦਿੱਤੀ ਹੈ ਹਰਿਆਣਾ ਗਵਰਨਮੈਂਟ, ਇਹ ਕਹਿ ਰਹੀ ਹੈ ਕਿਉਂਕਿ ਉਧਰ ਅਸੀਂ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਕਰਕੇ ਆਏ ਹਾਂ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਧਾਰਾ 144 ਲੱਗੀ ਹੋਈ ਹੈ। ਕੀ ਮੋਦੀ ਸਰਕਾਰ ਨੂੰ ਕੁਝ ਕਹਿਣਾ, ਮੈਸੇਜ ਦੇਣਾ? ਬੋਲੋ। ਮੈਂ ਮੋਦੀ ਸਰਕਾਰ ਨੂੰ ਅਸੀਂ ਇਹ ਕਿਸਾਨ ਜਥੇਬੰਦੀਆਂ ਵੱਲੋਂ ਤੇ ਮਜ਼ਦੂਰਾਂ ਵੱਲੋਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਇੱਥੇ ਅਬਦਾਲੀ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਵੀ ਪੰਜਾਬ ਦੇ ਲੋਕਾਂ ਨੇ ਤਾਂ ਭਾਰਤੀ ਲੋਕਾਂ ਨੇ ਮੁਕਾਬਲਾ ਕੀਤਾ। ਅੱਜ ਉਹਦਾ ਵੀ ਸਾਮਰਾਜ ਦੇ ਇਸ਼ਾਰੇ ਤੇ ਵੱਡੇ ਕਾਰਪੋਰੇਟ ਘਰਾਣੇ ਦੇ ਇਸ਼ਾਰੇ ਤੇ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ ਤੇ ਆ ਜਿਹੜੇ ਅਥਰੂ ਗੈਸ ਛੱਡੇ ਜਾ ਰਹੇ ਆ, ਇਹ ਜਮਹੂਰੀਅਤ ਨਾਲ ਧੱਕਾ ਆ। ਇਹਦੇ ਖਿਲਾਫ ਜਿਹੜੇ ਇੱਦਾਂ ਵੀ ਜੇ ਇੱਕ ਕਦਮ ਜਿਹੜਾ ਦੂਜਾ ਬੀਜੇਪੀ ਕੋਈ ਕਦਮ ਚੱਕੂਗੀ ਕਿਸਾਨਾਂ ਦੇ ਖਿਲਾਫ ਗਹਿਰਾ ਤੇ ਉਹਦਾ ਨਤੀਜਾ ਜਿਹੜਾ ਉਹ ਭੁਗਤਣਾ ਪਊਗਾ। ਤੇ ਜਿਹੜੇ ਲੋਕ ਆ ਜਮਹੂਰੀਅਤ ਦਾ ਕਤਲ ਕਰ ਰਹੇ, ਇਹ ਲੋਕ ਜਮਹੂਰੀਅਤ ਦਾ ਹਰ ਬੰਦੇ ਨੂੰ ਅਧਿਕਾਰ ਆ ਇੱਥੇ ਵੀ ਆਪਣੀ ਗੱਲ ਕਹਿਣ ਦਾ, ਤੇ ਅੱਜ ਸਾਡੇ ਨਾਲ ਧੱਕਾ ਹੋ ਰਿਹਾ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ। ਬਿਲਕੁਲ ਸਾਡੇ ਲੋਕਤੰਤਰ ਢਾਂਚੇ ਦਾ ਘਾਣ ਕੀਤਾ ਜਾ ਰਿਹਾ ਹੈ, ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ। ਕਿਸਾਨਾਂ ਦਾ ਇਹੀ ਕਹਿਣਾ, ਨੌਜਵਾਨਾਂ ਦਾ ਇਹੀ ਕਹਿਣਾ ਹੈ। ਤੇ ਮੋਰਚੇ ਦੀ ਇੱਕ ਅਪਡੇਟ ਇਸ ਜੋ ਹਜ਼ੂਮ ਤੁਰਿਆ ਹੋਇਆ ਆ ਇਸ ਵੇਲੇ ਦਿੱਲੀ ਵੱਲ ਨੂੰ, ਉਸ ਦੀ ਇੱਕ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ। ਲਗਾਤਾਰ ਉਧਰੋਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਆਂਸੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤਾਂ ਜੋ ਨੌਜਵਾਨਾਂ ਨੂੰ ਖਦੇੜਿਆ ਜਾਵੇ। ਤੇ ਇੱਕ ਅਪਡੇਟ ਇਸ ਜਗ੍ਹਾ ਦੀ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ।
ਥੱਲੇ ਬੰਦੇ ਗਏ ਥੱਲੇ ਨਹੀਂ ਪੈਣਾ ਲੱਗਾ ਨਹੀਂ ਉਹ ਮਗਰ ਗੱਡੀ ਗਈ ਅੱਗੇ ਜਾ ਰਹੇ ਨੇ ਪੱਥਰ ਤੋੜਦੇ ਨੇ ਉਂਗਲ ਤੇ ਡਾਂਗਾ ਮਾਰਦੇ ਨੇ ਉਹਨਾਂ ਨੂੰ ਪੀੜਾ ਵਾਸਤਾ ਰੋਟੀ ਦਾ ਆ ਜਾ ਇਹ ਜੇ ਫੌਜੀ ਸਾਡੇ ਦੇ ਪਿਛਾੜਾ ਪਾਣੀ ਦੀਆਂ ਮਾਰਦੇ ਨੇ ਡਾਂਗਾ ਮਾਰਦੇ ਨੇ ਆ ਰੋਟੀ ਅਸੀਂ ਦਿੰਨੇ ਆ ਜੇ ਅਸੀਂ ਨਾ ਰਹੇ ਤੇ ਤੁਹਾਨੂੰ ਵੀ ਨਹੀਂ ਮਿਲਣੀ ਇਹ ਗੱਲ ਯਾਦ ਰੱਖਿਓ ਡਾਂਗਾ ਮਾਰਨ ਵਾਲਿਓ ਇਹ ਰੋਟੀ ਕਿਸਾਨ ਕਮਾ ਕੇ ਦਿੰਦਾ ਕਿਸਾਨ ਤੋਂ ਬਿਨਾਂ ਕਿਸੇ ਦੀ ਕੋਈ ਗਤੀ ਨਹੀਂ ਸਾਡੇ ਘਰ ਇੱਥੇ ਕੁਝ ਪ੍ਰਦਰਸ਼ਨ ਦੇ ਵਿੱਚ ਆ ਗਏ ਗੱਡੀਆਂ ਲਿਆਓ ਗੱਡੀਆਂ ਪਏ ਆ ਆਪਣੇ ਇੱਥੇ ਸਮਝਣ ਖੜੇ
हरियाणा सरकार लगातार जारी है पूरी गहराई के नाल सब कुछ जानकारी दे सकती है। वो नवी जानकारी दी ਗੁਰਪ੍ਰੀਤ ਤੁਸੀਂ ਦੇਖ ਸਕਦੇ ਹੋ ਕਿ ਹਜ਼ੂਮ ਕਿਸਾਨਾਂ ਦਾ ਕਿੰਨਾ ਜ਼ਿਆਦਾ ਵੱਧ ਗਿਆ ਹੈ ਤੇ ਟਿੱਪਰ ਨੂੰ ਵੀ ਜਿਹੜਾ ਟਿੱਪਰ ਲਾਇਆ ਸੀ ਕਿ ਪਹਿਲਾਂ ਜਿਹੜੇ ਬੈਰੀਕੇਡਿੰਗ ਲਾਈ ਹੋਈ ਸੀ ਬੈਰੀਕੇਡਿੰਗ ਪੱਟ ਕੇ ਥੱਲੇ ਸੁੱਟ ਦਿੱਤੀ ਹੈ ਤੇ ਟਿੱਪਰ ਨੂੰ ਧੱਕੇ ਲਾਣੇ ਸ਼ੁਰੂ ਕਰ ਦਿੱਤੇ ਗਏ ਨੇ। ਟਿੱਪਰ ਅੱਗੇ ਪਿੱਛੇ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਟਿੱਪਰ ਨੂੰ ਕਿਸਾਨ ਖੂੰਜੇ ਕਿੱਦਾਂ ਲਾਉਂਦੇ ਨੇ। ਕਿਸਾਨ ਜਥੇਬੰਦੀਆਂ ਆਪਣੇ ਵੱਲੋਂ ਲੱਗੀਆਂ ਹੋਈਆਂ ਨੇ ਜ਼ੋਰ ਲਾਉਣ ਤੇ ਕਿ ਟਿੱਪਰ ਨੂੰ ਖੂੰਜੇ ਲਾਇਆ ਜਾਵੇ ਤੇ ਉਸ ਤੋਂ ਬਾਅਦ ਅੱਗੇ ਡੰਪਰ ਵੀ ਲਾਇਆ ਹੋਇਆ ਆ ਇੱਕ ਟਰੱਕ ਉੱਤੇ ਖੜਾ ਕਰਕੇ ਤੇ ਹੁਣ ਜਿਹੜੇ ਤਰੀਕੇ ਦਾ ਗੁੱਸਾ ਇਹਨਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਉਸ ਤੋਂ ਇਹੀ ਲੱਗ ਰਿਹਾ ਹੈ ਕਿ ਪ੍ਰਦਰਸ਼ਨ ਹੋਰ ਜ਼ਿਆਦਾ ਉਗਰ ਹੋਵੇਗਾ ਅਤੇ ਇਹ ਲੋਕ ਇਵੇਂ ਨਹੀਂ ਸੰਭਲਣਗੇ। ਆਂਸੂ ਗੈਸ ਦੇ ਗੋਲੇ ਲਗਾਤਾਰ ਸੁੱਟੇ ਜਾ ਰਹੇ ਨੇ। ਟਿੱਪਰ ਵੀ ਥੱਲੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਕਿਸਾਨ ਕੀ ਕਰਦੇ ਨੇ। ਸਰ ਤੁਸੀਂ ਦੇਖ ਸਕਦੇ ਹੋ ਕਿ ਆਂਸੂ ਗੈਸ ਸੁੱਟੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਲਗਾਤਾਰ ਆਪਣੀ ਜ਼ਿੱਦ ਤੇ ਅੜੇ ਹੋਏ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰ ਮੀਡੀਆ ਕਰਮੀ ਜਿਸ ਗੱਡੀ ਉੱਤੇ ਚੜੇ ਹੋਏ ਸਨ ਉਸੇ ਉੱਤੇ ਆਂਸੂ ਗੈਸ ਦਾ ਗੋਲਾ ਸੁੱਟਿਆ ਗਿਆ ਹੈ ਤੇ ਮੀਡੀਆ ਕਰਮੀਆਂ ਦਾ ਵੀ ਇਸ ਵੇਲੇ ਬੁਰਾ ਹਾਲ ਹੋ ਚੁੱਕਿਆ ਹੈ।
ਤੁਸੀਂ ਦੇਖ ਸਕਦੇ ਹੋ ਕਿ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਨੀਟ ਓਏ ਨੀਟੇ ਇੱਧਰ ਵੀ ਛਾੜੀ ਮਾਰ ਲਾ ਮੈਨੂੰ ਉੱਤਰਾ ਥੱਲੇ। ਦੇਖ ਸਕਦੇ ਹੋ ਕਿ ਆਂਸੂ ਗੈਸ ਦੇ ਗੋਲੇ ਲਗਾਤਾਰ ਸੁੱਟੇ ਜਾ ਰਹੇ ਨੇ। ਆ ਜਾਓ ਬਹੁਤ बुरा हाल कर देता है इन्होंने। क्या ਤੁਸੀਂ ਸੁਣ ਸਕਦੇ ਹੋ ਲੋਕਾਂ ਦਾ ਚਿਹਚਿਹਾੜਾ, ਬੁਰਾ ਹਾਲ ਹਰ ਕਿਸੇ ਦਾ ਹੋਇਆ ਪਿਆ ਹੈ। ਕੀ ਕਹੋਗੇ ਸਰਕਾਰ ਦਾ ਵਰਤੀਰਾ ਜਿੱਦਾਂ ਦਾ ਨਜ਼ਰ ਆ ਰਿਹਾ ਹੈ ਇਸ ਵੇਲੇ ਆਸੂ ਗੈਸ ਸੁੱਟੀ ਜਾ ਰਹੀ ਹੈ? ਦੇਖੋ ਮੈਨੂੰ ਤਾਂ ਇਹ ਲੱਗਦਾ ਵੀ ਇਹ ਕਿਸ ਪ੍ਰਕਾਰ ਦਾ ਡੈਮੋਕ੍ਰੈਟਿਕ ਸੈਟਅਪ ਹੈਗਾ। ਤੁਸੀਂ ਵੇਖੋ ਆਪਣੇ ਦੇਸ਼ ਦੇ ਵਾਸੀਆਂ ਦੇ ਉੱਤੇ ਆਪਣੇ ਹੱਕਾਂ ਲਈ ਜਦੋਂ ਇਸ ਪ੍ਰਕਾਰ ਪਾਣੀ ਦੀਆਂ ਬੁਛਾਰਾਂ ਮਾਰਨ, ਹੱਥਰੂ ਗੈਸ ਛੱਡੀ ਜਾਵੇ ਤੇ ਇਹ ਤੋਂ ਮਾੜਾ ਵਰਤਾਰਾ ਕੀ ਹੋ ਸਕਦਾ? ਇਹ ਖੱਟਰ ਸਰਕਾਰ ਹੈ। ਇਹ ਬਾਹਰਲੇ ਦੇਸ਼ ਦੇ ਵਾਸੀ ਥੋੜ੍ਹਾ, ਅਸੀਂ ਪਾਕਿਸਤਾਨ ਦੇ ਵਾਸੀ ਥੋੜ੍ਹਾ, ਅਸੀਂ ਭਾਰਤ ਦੇ ਵਾਸੀ ਹਾਂ, ਇਸ ਦੇਸ਼ ਦੇ ਰਹਿਣ ਵਾਲੇ ਹਾਂ। ਸਾਡੇ ਨਾਲ ਇਹ ਵਤੀਰਾ ਹੁੰਦਾ ਸਾਡੀਆਂ ਹੱਕਾਂ ਲਈ। ਇਹਦਾ ਮਤਲਬ ਇੱਥੇ ਹੱਕ ਮੰਗਣਾ ਜਿਹੜਾ ਜਾਇਜ਼ ਨਹੀਂ। ਹੁਣ ਇਹ ਲੋਕਤੰਤਰ ਨਹੀਂ ਰਿਹਾ, ਇਹ ਇੱਕ ਨਿੱਜੀ ਸੰਪਤੀ ਜਿਹੜਾ ਦੇਸ਼ ਬਣਦਾ ਜਾ ਰਿਹਾ। ਇਹ ਜਿਹੜੀ ਪ੍ਰੋਬਲਮ ਹੈਗੀ ਹੈ ਅੱਗੇ ਜਾ ਕੇ ਹੋਰ ਵੀ ਵਧੇਗੀ, ਕਿਉਂਕਿ ਜਦੋਂ ਕਾਰਪੋਰੇਟਸ ਨੂੰ ਤੁਸੀਂ ਵੇਚ ਦਿੱਤਾ, ਇਹ ਕਾਰਪੋਰੇਟ ਮਾਡਲ ਜਿਹੜਾ ਅਮਰੀਕਾ ਦੇ ਵਿੱਚ ਵੀ ਫੇਲ ਹੋਇਆ, ਉਸ ਨੂੰ ਲਾਗੂ ਕਰਨ ਦਾ ਤੁਸੀਂ ਯਤਨ ਕਰ ਰਹੇ ਹੋ। ਤੇ ਇਹ ਕਿਸਾਨ ਜਿਨ੍ਹਾਂ ਨੇ ਸਾਰੇ ਦੇਸ਼ ਦਾ ਢਿੱਡ ਭਰਿਆ, ਸਾਰੇ ਦੇਸ਼ ਦੇ ਉੱਪਰ ਮੁਕਟ ਰੱਖਿਆ ਅੰਨ ਦਾ ਜਿਹੜਾ ਹੈਗਾ, ਉਹਨਾਂ ਦੇ ਪਰ ਅੱਜ ਜਿਹੜੀ ਹੈਗੀ ਆ ਡਾਂਗ ਬਰਾਈ ਜਾ ਰਹੀ ਆ, ਉਹਨਾਂ ਦੇ ਉੱਪਰ ਪਾਣੀ ਦੀਆਂ ਬੁਛਾਰਾਂ ਮਾਰੀਆਂ ਜਾ, ਉਹਨਾਂ ਦਾ ਰਾਹ ਰੋਕਿਆ ਜਾ ਰਿਹਾ। ਤੇ ਆਪਣੀ ਹੱਕ ਨੂੰ ਕਹਿਣ ਲਈ ਸ਼ਾਂਤੀਮਈ ਤਰੀਕੇ ਨਾਲ ਜੇ ਤੁਹਾਡੇ ਕੋਲ ਹੋਰ ਹੱਲ ਕੀ ਆ ਮੈਨੂੰ ਇਹ ਦੱਸੋ, ਕਿਹੜੇ ਰਾਹ ਤੁਰ ਪਈਏ? ਕਿਉਂਕਿ ਇਹਨਾਂ ਦੀ ਤਾਂ ਰਾਜਨੀਤੀ ਦੀ ਨੀਤੀ ਇਹ ਹੈ ਕਿ ਅਸੀਂ ਕੁੱਟਣਾ ਵੀ ਹੈ ਤੇ ਰੋਣ ਵੀ ਨਹੀਂ ਦੇਣਾ। ਨੌਜਵਾਨ ਵੀ ਨਾਲ ਨੇ, ਤੁਸੀਂ ਕੀ ਕਹੋਗੇ? ਮੈਂ ਇਹ ਕਹਿਣਾ ਚਾਹੂੰਗਾ ਜਿਹੜਾ ਮੋਦੀ ਕਾਲਾ ਕਾਨੂੰਨ ਲੈ ਕੇ ਆਇਆ ਹੈ ਇਹਨੂੰ ਇਹ ਵਾਪਸ ਲੈਣਾ ਹੀ ਪਵੇਗਾ। ਇਹ ਜਿਹੜਾ ਔਰੰਗਜ਼ੇਬ ਬਣਿਆ ਹੋਇਆ ਇਸ ਨੂੰ ਥੋੜੀ ਜਿਹੀ ਸ਼ਰਮ ਕਰਨੀ ਚਾਹੀਦੀ ਹੈ। ਕਿਸਾਨ 2 ਮਹੀਨਿਆਂ ਤੋਂ ਬੈਠੇ ਹੋਏ ਆ ਰੋਡਾਂ ਦੇ ਉੱਤੇ। ਜਿਹੜਾ ਇਹ ਤਾਨਾਸ਼ਾਹ ਹਿਟਲਰ ਬਣਨ ਨੂੰ ਫਿਰਦਾ ਔਰੰਗਜ਼ੇਬ ਨੂੰ ਇਹਦੇ ਗੁੱਟਣੇ ਲਵਾ ਕੇ ਹੀ ਹਟਾਂਗੇ। ਸਾਨੂੰ ਪ੍ਰੋਟੈਸਟ ਕਰਨ ਦਾ ਵੀ ਅਧਿਕਾਰ ਨਹੀਂ ਦਿੱਤਾ ਜਾ ਰਿਹਾ ਵਾ। ਇੰਨਾ ਸਾਡੇ ਤੇ ਜ਼ੁਲਮ ਹੋ ਰਿਹਾ ਵਾ। ਅਸੀਂ ਕਿਸਾਨ ਵੀਰਾਂ ਦੇ ਹੱਕ ਦੇ ਵਿੱਚ ਆਏ ਆ, ਲੁਧਿਆਣੇ ਤੋਂ ਆਏ ਆ। ਅਸੀਂ ਇਹੀ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਮੋਦੀ ਨੂੰ ਕਿ ਥੋੜੀ ਮੋਦੀ ਅਕਲ ਨੂੰ ਹੱਥ ਮਾਰ ਕਿ ਸਾਡੇ ਕਿਸਾਨ ਵੀਰਾਂ ਨਾਲ ਦੇਖ ਅਸੀਂ ਕੋਈ ਆਤੰਕਵਾਦੀ ਆ ਜਿਹੜਾ ਤੂੰ ਸਾਡੇ ਉੱਤੇ ਇਹੋ ਜਿਹੇ ਜ਼ੁਲਮ ਕਰ ਰਿਹਾ ਵਾ, ਸਾਡੇ ਤੇ ਡੰਡੇ ਬਹਾ ਰਿਹਾ ਕਿ ਇਹੋ ਜਿਹੇ ਉੱਥੇ ਤੇ ਤਾਰਾਂ ਲਾਈਆਂ ਨੇ, ਕਿੰਨਾ ਅਥਰੂ ਗੈਸ ਛੱਡ ਰਿਹਾ ਵਾ। ਅਸੀਂ ਤੇਰੇ ਦੇਸ਼ ਦੇ ਵਾਸੀ ਆ। ਤੂੰ ਪ੍ਰਧਾਨ ਮੰਤਰੀ ਇੱਕ ਪਾਰਟੀ ਦਾ ਨਾ ਹੋ ਕੇ ਨਾ ਸਾਰੇ ਲੋਕਾਂ ਦਾ ਪ੍ਰਧਾਨ ਮੰਤਰੀ ਆ। ਤੂੰ ਚੰਗਾ ਪ੍ਰਧਾਨ ਮੰਤਰੀ ਬਣਿਆ, ਪਹਿਲੇ ਪ੍ਰਧਾਨ ਮੰਤਰੀ ਨਹੀਂ ਆਏ। ਪੰਜਾਬ ਨਾਲ ਬਹੁਤ ਸਰਕਾਰਾਂ ਨੇ ਮੱਥਾ ਲਾਇਆ, ਸ਼ਾਇਦ ਤੁਹਾਨੂੰ ਪਤਾ ਹੋਣਾ ਵਾ। ਉਹ ਸਾਰਿਆਂ ਨੇ ਮੂੰਹ ਦੀ ਖਾਧੀ ਆ। ਅੱਜ ਮੋਦੀ ਨੂੰ ਵੀ ਇਹੀ ਹੋਣਾ ਪੈਣਾ ਵਾ। ਮੋਦੀ ਨੂੰ ਹਜੇ ਵੀ ਕਹਿ ਰਹੇ ਆ ਕਿ ਸਾਡੇ ਦੇ ਉੱਤੇ ਜ਼ੁਲਮ ਨਾ ਕਰ, ਇਹ ਤੈਨੂੰ ਬਹੁਤ ਭਾਰੀ ਪਏਗਾ। ਆਉਣ ਵਾਲਾ ਟਾਈਮ ਸਰਕਾਰ ਕਦੇ ਕਿਸੇ ਇੱਕ ਦੀ ਨਹੀਂ ਰਹਿੰਦੀ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਤੇਰਾ ਆਉਣ ਵਾਲਾ ਹਸ਼ਰ ਦੇਖੀ ਕੀ ਹੋਏਗਾ। ਮੈਂ ਆਪਣੇ ਕਿਸਾਨ ਵੀਰਾਂ ਨੂੰ ਵੀ ਕਹਿਣਾ ਸ਼ਾਂਤਮਈ ਢੰਗ ਨਾਲ ਅੱਗੇ ਅਸੀਂ ਚੱਲ ਰਹੇ ਆ। ਇਹਨਾਂ ਨੂੰ ਸਾਨੂੰ ਜਾਣ ਦੇਣਾ ਚਾਹੀਦਾ। ਤੁਸੀਂ ਕਿਸੇ ਸੈਂਟਰ ਸਰਕਾਰ ਨਾਲ ਦੇਖਿਆ ਹੋਣਾ, ਅਮਰੀਕਾ ਦਾ ਜਿਵੇਂ ਈਰਾਨ ਨਾਲ ਉਹਨੇ ਪਾਬੰਦੀਆਂ ਲਾ ਦਿੱਤੀਆਂ। ਇੱਕ ਇਹੋ ਜਿਹਾ ਤਾਨਾਸ਼ਾਹ ਵਾ ਜਿਹਨੇ ਆਪਣੇ ਹੀ ਰਾਜ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ, ਕਹਿੰਦਾ ਮੈਂ ਟ੍ਰੇਨਾਂ ਨਹੀਂ ਚਲਾਊਂਗਾ। ਇਹਨੂੰ ਇਸ ਵਿਰੋਧ ਇਸ ਦਾ ਹੋਰ ਵੀ ਤੇਜ਼ ਕੀਤਾ ਜਾਊਗਾ। ਇਸ ਨੂੰ ਸਮਝਣਾ ਚਾਹੀਦਾ ਵਾ ਅਸੀਂ ਉਹਦੇ ਵਾਸੀ ਆ। ਅਗਰ ਇਹ ਨਹੀਂ ਸਮਝੂਗਾ ਇਹਦਾ ਅੰਤ ਮਾੜਾ ਹੀ ਹੋਏਗਾ। ਮੋਦੀ ਸਰਕਾਰ ਮੁਰਦਾਬਾਦ। ਬਹੁਤ ਬਹੁਤ ਧੰਨਵਾਦ। ਕਿਉਂਕਿ ਅਗਰ ਗੱਲ ਕੀਤੀ ਜਾਵੇ ਜਦੋਂ 47 ਦੇ ਵਿੱਚ ਆਜ਼ਾਦੀ ਮਿਲੀ ਸੀ ਤੇ ਉਸ ਤੋਂ ਬਾਅਦ ਇੱਕ ਦੌਰ ਅਜਿਹਾ ਆਇਆ ਸੀ ਕਿ ਭਾਰਤ ਸਰਕਾਰ ਨੂੰ ਅਨਾਜ ਵਾਸਤੇ ਭੀਖ ਮੰਗਣੀ ਪੈਣੀ ਸੀ। ਪਰ ਉਦੋਂ ਪੰਜਾਬ ਤੇ ਹਰਿਆਣਾ 2 ਰਾਜ ਅਜਿਹੇ ਸਨ ਜਿਨ੍ਹਾਂ ਨੇ ਪੂਰੇ ਭਾਰਤ ਦਾ ਢਿੱਡ ਭਰਿਆ। ਗ੍ਰੀਨ ਰੈਵੋਲੂਸ਼ਨ ਦਾ ਜਦੋਂ ਨਾਮ ਦਿੱਤਾ ਗਿਆ, ਪੰਜਾਬ ਦੇ ਵਿੱਚ ਕਣਕ ਅਤੇ ਝੋਨਾ ਪੈਦਾ ਕੀਤਾ ਗਿਆ ਵੱਡੇ ਪੱਧਰ ਦੇ ਉੱਤੇ, ਪੂਰੇ ਭਾਰਤ ਦਾ ਢਿੱਡ ਭਰਿਆ ਗਿਆ ਸੀ। ਤੇ ਅੱਜ ਅਗਰ ਦੇਖਿਆ ਜਾਵੇ ਤਾਂ ਉਹੀ ਕਿਸਾਨ ਨੇ ਜਿਹੜੇ ਦੇਖੋ ਲੜ ਰਹੇ ਨੇ, ਉਹੀ ਕਿਸਾਨ ਨੇ ਜਿਹੜੇ ਆਪਣੇ ਹੱਕ ਮੰਗ ਰਹੇ ਨੇ, ਪਰ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ, ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ, ਉਹਨਾਂ ਨੂੰ ਮਾਰਿਆ ਜਾ ਰਿਹਾ ਹੈ। ਤੁਹਾਨੂੰ ਅਸੀਂ ਐਕਸਕਲੂਸਿਵ ਕਵਰੇਜ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰ ਸ਼ੰਭੂ ਮੋਰਚੇ ਦੇ ਉੱਤੇ, ਸ਼ੰਭੂ ਬੈਰੀਅਰ ਦੇ ਉੱਤੇ ਕਿੱਦਾਂ ਖਿੱਚਤਾਨ ਚੱਲ ਰਹੀ ਹੈ, ਕਿੱਦਾਂ ਬੈਰੀਕੇਡਿੰਗ ਕੀਤੀ ਗਈ ਹੈ, ਕਿੱਦਾਂ CRPF ਉੱਤੋਂ ਨਜ਼ਰ ਰੱਖ ਰਹੀ ਹੈ, ਕਿੱਦਾਂ ਹੁਣ ਮੀਡੀਆ ਕਰਮੀ ਵੀ ਉੱਤੋਂ ਥੱਲੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਬਹੁਤ ਬੁਰੀ ਤਰ੍ਹਾਂ ਨਾਲ ਮੀਡੀਆ ਕਰਮੀ ਵੀ ਉੱਤੇ ਫਸ ਗਏ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਪੁਲਿਸ ਪ੍ਰਸ਼ਾਸਨ ਕਰਦਾ ਕੀ ਹੈ, ਕਿਉਂਕਿ
ਪੁਲਿਸ ਅਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਜੋ ਸਰਕਾਰਾਂ ਨੇ ਕਿਹਾ ਉਸ ਤਰੀਕੇ ਨਾਲ ਚੱਲ ਰਿਹਾ ਹੈ। ਉਧਰੋਂ ਦੂਜੇ ਪਾਸਿਓਂ ਕਿਸਾਨਾਂ ਵੱਲੋਂ ਪਥਰਾਵ ਕੀਤਾ ਗਿਆ ਹੈ, ਜਿਸ ਕਰਕੇ ਸਾਰਾ ਦਾ ਸਾਰਾ ਮੀਡੀਆ ਉੱਤੋਂ ਥੱਲੇ ਉਤਰਿਆ ਹੈ। CRPF ਉੱਤੋਂ ਥੱਲੇ ਆਈ ਹੈ, ਫੋਰਸ ਥੱਲੇ ਆਈ ਹੈ। ਕਿਸਾਨਾਂ ਵੱਲੋਂ ਹੁਣ ਪਥਰਾਵ ਕੀਤਾ ਜਾ ਰਿਹਾ ਹੈ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਕਿਸਾਨ ਵੀ ਉਧਰੋਂ ਹੁਣ ਹਿੰਸਕ ਜਵਾਬ ਦੇਣ ਲੱਗ ਪਏ ਨੇ, ਕਿਉਂਕਿ ਇੱਧਰੋਂ ਆਂਸੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸਨ। ਲਗਾਤਾਰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇੱਧਰ ਵੀ ਤੁਸੀਂ ਦੇਖ ਸਕਦੇ ਹੋ ਟਿੱਪਰ ਲਗਾਏ ਹੋਏ ਨੇ ਵੱਡੇ, ਤੇ ਇੱਥੇ ਵੀ ਰੋਲਰ ਖੜਾ ਕੀਤਾ ਹੋਇਆ ਉੱਤੇ, ਤੇ ਲਗਾਤਾਰ ਸੁੱਟਿਆ ਹੋਇਆ ਹੈ ਕਿ ਆਖਰ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਜਾ ਸਕੇ। ਪਰ ਕਿਸਾਨ ਆਪਣੀ ਜ਼ਿੱਦ ਤੇ ਅੜੇ ਹੋਏ ਨੇ, ਕਿਸਾਨ ਰੁਕਣ ਨੂੰ ਤਿਆਰ ਨਹੀਂ। ਅਸੀਂ ਉੱਤੇ ਚੜ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਹਰ ਪਾਸਿਓਂ ਕਿਸਾਨ ਟਿੱਪਰ ਨੂੰ ਵੀ ਟੱਕਾ ਲਾ ਕੇ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਕਿਸ ਤਰੀਕੇ ਦੇ ਨਾਲ ਤੁਸੀਂ ਕਵਰ ਕਰਦੇ ਹੋ। ਆਂਸੂ ਗੈਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪ੍ਰਦਰਸ਼ਨ ਉਗਰ ਹੁੰਦਾ ਜਾ ਰਿਹਾ ਹੈ ਕਿਸਾਨਾਂ ਦਾ। ਲਗਾਤਾਰ ਕਿਸਾਨ ਕਿਸੇ ਵੀ ਤਰ੍ਹਾਂ ਨਾਲ ਹਾਰ ਮੰਨਣ ਨੂੰ ਤਿਆਰ ਨਹੀਂ। ਕਿਸਾਨ ਆਪਣੇ ਵੱਲੋਂ ਲੱਗੇ ਹੋਏ ਨੇ ਪੂਰਾ ਜ਼ੋਰ ਲਾਉਣ ਤੇ ਕਿ ਕਿਸ ਤਰੀਕੇ ਦੇ ਨਾਲ ਟਿੱਪਰ ਹਟਾਏ ਜਾਣ। ਈਵਨ ਜਿਸ ਟਿੱਪਰ ਉੱਤੇ ਅਸੀਂ ਖੜੇ ਹਾਂ ਉਸ ਟਿੱਪਰ ਨੂੰ ਵੀ ਹਿਲਾਇਆ ਜਾ ਰਿਹਾ ਹੈ, ਉਸ ਟਿੱਪਰ ਨੂੰ ਵੀ ਪਿੱਛੇ ਕੀਤਾ ਜਾ ਰਿਹਾ ਹੈ। ਟਿੱਪਰ ਕੋਈ ਵੀ ਜਿਹੜਾ ਅੰਦਰ ਅਗਰ ਬੜੇਗਾ ਨਾ ਉਹਨੂੰ ਕਵਰ ਨਾ ਕਰੇ। ਡਰਾਈਵਿੰਗ ਸੀਟ ਤੇ ਕੋਈ ਵੀ ਹੋਊਗਾ ਉਹਨੂੰ ਕਿਸਾਨ ਵੀਰ ਲਗਾਤਾਰ ਜੋਸ਼ ਦੇ ਵਿੱਚ ਤੇ ਲਗਾਤਾਰ ਕਿਸਾਨ ਆਪਣਾ ਜ਼ੋਰ ਆਜ਼ਮਾ ਰਹੇ ਨੇ, ਟਿੱਪਰ ਨੂੰ ਧੱਕਾ ਲਾ ਰਹੇ ਨੇ, ਤੇ ਧੱਕਾ ਲਾ ਕੇ ਟਿੱਪਰ ਵੀ ਪਿੱਛੇ ਕਰ ਦਿੱਤਾ ਗਿਆ ਹੈ, ਜਿਸ ਦੇ ਉੱਤੇ ਰੋਡ ਰੋਲਰ ਜਿਸ ਦੇ ਉੱਤੇ ਚੜਾਇਆ ਸੀ ਖੱਟੜ ਸਰਕਾਰ ਨੇ ਕਿ ਕਿਸੇ ਤਰੀਕੇ ਨਾਲ ਰੋਡ ਰੋਲਰ ਨੂੰ ਹਟਾਇਆ। ਹਾਲ ਕੀਤਾ ਹੈ ਖੱਟੜ ਸਰਕਾਰ ਨੇ। ਲੈ ਕੇ ਰਹਾਂਗੇ ਹੱਕ ਆਪਣੇ ਹੱਕ ਲੈ ਕੇ ਰਹਾਂਗੇ। 10ਵੇਂ ਪਾਤਸ਼ਾਹ ਦੇ ਬੇਟੇ ਆ ਅਸੀਂ ਵੀ। ਬਿਲਕੁਲ ਜੀ, ਆਪਣਾ ਹੱਕ ਲੈ ਕੇ ਰਹਾਂਗੇ। 10ਵੇਂ ਪਾਤਸ਼ਾਹ ਦੇ ਪੋਤੇ ਆ ਅਸੀਂ, ਲੈ ਕੇ ਆਪਣਾ ਹੱਕ ਲੈ ਕੇ ਰਹਾਂਗੇ। ਬਿਲਕੁਲ ਜੀ, ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸਾਨੂੰ ਕੁਰਬਾਨੀ ਕਰਨੀ ਦੱਸੀ ਆ ਸਾਡੇ ਸਾਹਿਬਜ਼ਾਦਿਆਂ ਨੇ। ਅਸੀਂ ਆਪਣਾ ਹੱਕ ਲੈ ਕੇ ਰਹਾਂਗੇ। ਆਪਣੇ ਹੱਕ ਲੈ ਕੇ ਰਹਾਂਗੇ। ਕੁਰਬਾਨੀਆਂ ਕਰਨੀਆਂ ਸਾਨੂੰ ਦੱਸੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਟਰੈਕਟਰਾਂ ਉੱਤੇ ਚੜੇ ਹੋਏ ਨੇ ਤੇ ਨੌਜਵਾਨ ਲਗਾਤਾਰ ਇਹੀ ਕਹਿ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਅੱਗੇ ਵੱਧ ਜਾਈਏ, ਕਿਸ ਤਰੀਕੇ ਦੇ ਨਾਲ ਅਸੀਂ ਟਰੈਕਟਰ ਅੱਗੇ ਰਾਹ ਖੁੱਲ ਗਿਆ ਹੈ। ਬੈਕ ਸਾਈਡ ਹਾਂ ਕੈਮਰਾ ਕੌਣ ਖੋ ਰਿਹਾ? ਆ ਜਾਓ ਹੁਣ ਟਰੈਕਟਰ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਟਿੱਪਰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਆਹ ਰਾਹ ਖੋਲ੍ਹਿਆ ਜਾਵੇ, ਕਿਉਂਕਿ ਰਸਤਾ ਇੰਨਾ ਦਾ ਬਣਾ ਲਿਆ ਹੈ ਕਿਸਾਨਾਂ ਨੇ ਕਿ ਹੁਣ ਟਰਾਲੀ ਦਾ ਲੰਘਣ ਜੋਗੀ ਇੱਥੇ ਹੋ ਗਈ ਹੈ। ਹੁਣ ਆਹ ਟਿੱਪਰ ਹੈ, ਇਸ ਟਿੱਪਰ ਨੂੰ ਕਿੱਦਾਂ ਸਾਈਡ ਕੀਤਾ ਜਾਂਦਾ ਹੈ ਜਿਹੜਾ ਸਾਹਮਣੇ ਲੱਗਿਆ ਹੋਇਆ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਨੌਜਵਾਨਾਂ ਅੰਦਰ, ਕਿਸਾਨਾਂ ਅੰਦਰ ਬਹੁਤ ਜੋਸ਼ ਹੈ ਤੇ ਇਸੇ ਜੋਸ਼ ਦੇ ਨਾਲ ਕਿਸਾਨ ਲੱਗੇ ਹੋਏ ਨੇ ਟਿੱਪਰ ਨੂੰ ਪਿੱਛੇ ਖਿੱਚਣ, ਤੇ ਅਸੀਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਪੂਰੀ ਕਵਰੇਜ ਦਿਖਾ ਸਕੀਏ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਟਿੱਪਰ ਪਿੱਛੇ ਕਰ ਰਹੀਆਂ ਨੇ, ਕਿਸ ਤਰੀਕੇ ਦੇ ਨਾਲ
ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਟਿੱਪਰ ਨੂੰ ਪਿੱਛੇ ਕਰਨ ਵਾਸਤੇ। ਮੀਡੀਆ ਵੀ ਸਾਰਾ ਉੱਤੇ ਚੜਿਆ ਹੋਇਆ ਹੈ। ਮੋਦੀ ਸਰਕਾਰ ਮੁਰਦਾਬਾਦ ਦੇ ਲਗਾਤਾਰ ਨਾਅਰੇ ਲੱਗ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਨੇ ਤੇ ਕਿਤੇ ਨਾ ਕਿਤੇ CRPF ਦੇ ਨਾਲ ਕਿਸਾਨਾਂ ਦੀ ਝੜਪ ਹੋ ਰਹੀ ਹੈ, ਪੁਲਿਸ ਦੇ ਨਾਲ ਕਿਸਾਨਾਂ ਦੀ ਝੜਪ ਹੋ ਰਹੀ ਹੈ। ਕਿਸਾਨ ਆਪਣੀ ਜ਼ਿੱਦ ਉੱਤੇ ਅੜੇ ਹੋਏ ਨੇ ਕਿ ਟਿੱਪਰ ਪਿੱਛੇ ਕੀਤਾ ਜਾਵੇਗਾ, ਪਰ ਦੇਖਦੇ ਹਾਂ ਕਿਸਾਨ ਜਥੇਬੰਦੀਆਂ ਇਹ ਜੰਗ ਜਿੱਤਦੀਆਂ ਨੇ। ਲਗਾਤਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਰੇ ਗੂੰਜ ਰਹੇ ਨੇ ਤੇ ਹਰ ਕੋਈ ਇਸੇ ਫਿਰਾਕ ਵਿੱਚ ਹੈ ਕਿ ਜਲਦ ਤੋਂ ਜਲਦ ਇਹ ਟਿੱਪਰ ਪਿੱਛੇ ਹੋਵੇ। ਪੁਲਿਸ ਤੇ ਪ੍ਰਸ਼ਾਸਨ ਲਗਾਤਾਰ ਲੱਗਿਆ ਹੋਇਆ ਆ ਕਿਸਾਨਾਂ ਨੂੰ ਮਨਾਉਣ ਵਾਸਤੇ, ਪਰ ਕਿਸਾਨ ਹਟਣ ਦਾ ਨਾਮ ਨਹੀਂ ਲੈ ਰਹੇ। ਤੁਹਾਨੂੰ ਦੱਸ ਦਈਏ ਕਿ ਰੇਤਾ ਦੇ ਭਰੇ ਹੋਏ ਇਹ ਟਿੱਪਰ ਨੇ, ਮਿੱਟੀ ਦੇ ਭਰੇ ਹੋਏ ਟਿੱਪਰ ਨੇ ਚੀਕਣੀ, ਜਿਹੜੇ ਉਰੇ ਖੜੇ ਕੀਤੇ ਗਏ ਨੇ। ਇਹਨਾਂ ਟਿੱਪਰਾਂ ਦੇ ਅੰਦਰ ਅਗਰ ਤੁਸੀਂ ਨਜ਼ਰ ਮਾਰ ਕੇ ਦੇਖਦੇ ਹੋ ਤਾਂ ਅੰਦਰੋਂ ਇਹ ਪੂਰੇ ਦੇ ਪੂਰੇ ਚੀਕਣੀ ਮਿੱਟੀ ਨਾਲ ਭਰੇ ਹੋਏ ਟਿੱਪਰ ਨੇ। ਬਹਿਸ ਹੋ ਰਹੀ ਹੈ ਕਿਸਾਨ ਜਥੇਬੰਦੀਆਂ ਅੰਦਰ ਅਤੇ ਪੁਲਿਸ ਅੰਦਰ। ਤੁਹਾਨੂੰ ਦੱਸ ਰਹੇ ਹਾਂ ਕਿ ਉਰੇ ਜਿੰਨੇ ਵੀ ਇਸ ਵੇਲੇ ਕਿਸਾਨ ਮੌਜੂਦ ਨੇ, ਪੁਲਿਸ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਗੱਲਬਾਤ ਕਰਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਕਿਸਾਨ ਆਪਣੇ ਹੱਕ ਲੈਣ ਵਾਸਤੇ ਦਿੱਲੀ ਜਾ ਰਹੇ ਨੇ, ਆਪਣੇ ਹੱਕ ਮੰਗਣ ਵਾਸਤੇ ਜਾ ਰਹੇ ਨੇ, ਤੇ ਉਹਨਾਂ ਕਿਸਾਨਾਂ ਨੂੰ ਹੀ ਪ੍ਰਤਾੜਿਤ ਕੀਤਾ ਜਾ ਰਿਹਾ ਹੈ, ਕੁੱਟਿਆ ਜਾ ਰਿਹਾ ਹੈ, ਆਂਸੂ ਗੈਸ ਦੇ ਗੋਲੇ ਉਹਨਾਂ ਤੇ ਸੁੱਟੇ ਜਾ ਰਹੇ ਨੇ। ਤੇ ਇਹ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਕਿਸੇ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਰੁਕ ਜਾਣ, ਇਹ ਸੈਲਾਬ ਦਿੱਲੀ ਤੱਕ ਨਾ ਪਹੁੰਚੇ, ਪਰ ਕਿਸਾਨ ਜਥੇਬੰਦੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪੁਲਿਸ ਤੇ ਕਿਸਾਨਾਂ ਦੇ ਵਿੱਚ ਲਗਾਤਾਰ ਬਹਿਸ ਜਾਰੀ ਹੈ ਅਤੇ ਨੌਜਵਾਨ ਟਿੱਪਰ ਦੇ ਉੱਤੇ ਵੀ ਚੜ ਗਏ ਨੇ ਤੇ ਮੀਡੀਆ ਵੀ ਪੂਰਾ ਦਾ ਪੂਰਾ ਤੁਸੀਂ ਦੇਖ ਸਕਦੇ ਹੋ ਕਿ ਜੋ ਸ਼ੰਭੂ ਬਾਰਡਰ ਦੇ ਉੱਤੇ ਇੱਕ ਥਾਣਾ ਬਣਿਆ ਹੋਇਆ ਉਸ ਦੇ ਉੱਤੇ ਚੜਿਆ ਹੋਇਆ ਹੈ। ਤੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਟਿੱਪਰ ਅੰਦਰੋਂ ਪੂਰੀ ਤਰ੍ਹਾਂ ਦੇ ਨਾਲ ਚੀਕਣੀ ਮਿੱਟੀ ਨਾਲ ਭਰੇ ਹੋਏ ਨੇ। ਇਹ ਟਿੱਪਰਾਂ ਦੇ ਅੰਦਰ ਚੀਕਣੀ ਮਿੱਟੀ ਭਰੀ ਹੈ ਤੇ ਜ਼ਬਰਦਸਤੀ ਇਹ ਚੀਕਣੀ ਮਿੱਟੀ ਨਾਲ ਭਰ ਕੇ ਖੜੇ ਕੀਤੇ ਗਏ ਨੇ, ਸਿਰਫ ਇਸ ਲਈ ਕਿ ਰੋਕਿਆ ਜਾ ਸਕੇ, ਭਾਰੇ ਕਰ ਸਕਣ ਟਿੱਪਰ, ਧੱਕਾ ਮਾਰਨ ਤੇ ਹਿੱਲ ਨਾ ਸਕਣ। ਪਰ ਜਿਨ੍ਹਾਂ ਨੇ ਪਿੱਛੇ ਵਾਲਾ ਟਿੱਪਰ ਹਲਾਤਾ ਉਹ ਅਗਲੇ ਟਿੱਪਰ ਵੀ ਹਟਾ ਕੇ ਹੀ ਸਾਹ ਲੈਣਗੇ। ਕਿਸਾਨ ਰੁਕਣ ਵਾਲੇ ਹੁਣ ਨਹੀਂ, ਕਿਸਾਨ ਆਪਣੀ ਜ਼ਿੱਦ ਤੇ ਆਏ ਹੋਏ ਨੇ, ਕਿਉਂਕਿ ਇਸ ਵਾਰ ਗੱਲ ਉਹਨਾਂ ਦੀ ਹੋਂਦ ਦੀ ਹੈ, ਇਹ ਲੜਾਈ ਉਹਨਾਂ ਦੀ ਹੋਂਦ ਦੀ ਹੈ। ਲਗਾਤਾਰ ਤੁਸੀਂ ਲਾਈਵ ਕਵਰੇਜ ਦੇਖ ਰਹੇ ਹੋ ਇਸ ਵੇਲੇ ਸ਼ੰਭੂ ਬੈਰੀਅਰ ਤੇ ਕਿਸਾਨਾਂ ਦਾ ਵੱਡਾ ਹਜੂਮ, ਟਿੱਪਰਾਂ ਤੇ ਚੜੇ ਹੋਏ ਨੌਜਵਾਨ ਜੋ ਇਸ ਨੂੰ ਪਿੱਛੇ ਕਰ ਰਹੇ ਨੇ ਤੇ ਲਗਾਤਾਰ ਕਿਸਾਨਾਂ ਨਾਲ ਬਹਿਸ ਦੀ ਹੋਈ ਪੁਲਿਸ, ਜੋ ਲਗਾਤਾਰ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਤੁਸੀਂ ਦਿੱਲੀ ਕਿਉਂ ਜਾ ਰਹੇ ਹੋ, ਆਰਾਮ ਨਾਲ ਸ਼ਾਂਤਮਈ ਤਰੀਕੇ ਨਾਲ ਗੱਲ ਕਰੋ, ਪ੍ਰਦਰਸ਼ਨ ਕਰੋ, ਪਰ ਦਿੱਲੀ ਨਾ ਜਾਓ। ਕਿਸਾਨਾਂ ਦੇ ਵਿੱਚ ਅਤੇ ਪੁਲਿਸ ਦੇ ਜਵਾਨਾਂ ਦੇ ਵਿੱਚ ਬਹਿਸ ਲਗਾਤਾਰ ਜਾਰੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਅਤੇ ਪੁਲਿਸ ਦੇ ਜਵਾਨਾਂ ਦੇ ਵਿੱਚ ਹਲਕੀ ਧੱਕਾ ਮੁੱਕੀ ਹੋਣੀ ਸ਼ੁਰੂ ਹੋ ਗਈ ਹੈ, ਇੱਕ ਦੂਜੇ ਨੂੰ ਧੱਕੇ ਦਿੱਤੇ ਜਾ ਰਹੇ ਨੇ। ਕਿਸਾਨ ਕਿਸੇ ਵੀ ਕੀਮਤ ਦੇ ਵਿੱਚ ਪਿੱਛੇ ਹਟਣ ਨੂੰ ਤਿਆਰ ਨਹੀਂ, ਕਿਸਾਨ ਕਿਸੇ ਵੀ ਕੀਮਤ ਦੇ ਵਿੱਚ ਪਿੱਛੇ ਨੂੰ ਹਟਣ ਨੂੰ ਤਿਆਰ ਨਹੀਂ।
ਝੁਕਣ ਨੂੰ ਤਿਆਰ ਨਹੀਂ। ਅੱਗੇ ਜਾਣਾ ਉਹ ਦੇਖਦਾ ਕੀ ਗੱਲਾਂ ਕਰਦੇ ਨੇ ਅੱਗੇ ਦੇਖੋ ਬਾਪੂ ਜੀ ਦੇਖਦੇ ਆ ਕੀ ਗੱਲਾਂ ਹੋ ਰਹੀਆਂ ਨੇ, ਕਿਉਂ ਪੁਲਿਸ ਲਗਾਤਾਰ ਲੱਗੀ ਹੋਈ ਹੈ ਕਿਸਾਨਾਂ ਨੂੰ ਸਮਝਾਉਣ ਵਾਸਤੇ। ਆਖਿਰ ਕਿਹੜੀ ਹੁਣ ਰਣਨੀਤੀ ਦੀ ਸਮਝਾਈ ਹੈ ਖੱਟੜ ਨੇ ਪੁਲਿਸ ਨੂੰ, ਪ੍ਰਸ਼ਾਸਨ ਨੂੰ, ਉਸ ਤੇ ਵੀ ਨਜ਼ਰ मारते हैं। हम आपको जब प्यार से समझा रहे हैं आगे नहीं जाना। गोली मारो गोली। अरे भाई दिल्ली हमारी भी है, दिल्ली हमारी भी है। हम आपको प्यार से समझा रहे हैं। हमारी राजधानी है दिल्ली, हमारी राजधानी है दिल्ली। हम दिल्ली नहीं जा सकते क्या? कसूर क्या है जनाब, हमारा कसूर क्या है? अरे भाई ये तो संविधान में लिखा है। मामा ने सानू घरों तेल चवा के कटिया बुद्ध बाबत भाई मारने में विचार भाई जाना दिल्ली जावांगे ले जाओ कितने खाना बोले ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲ ਕਰਨ ਦੀ ਅਤੇ ਪੁਲਿਸ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਹਾਰ ਗਈ ਹੈ ਹੁਣ ਕਿਸਾਨਾਂ ਦੇ ਅੱਗੇ। ਪੁਲਿਸ ਹਾਰ ਗਈ ਹੈ ਹੁਣ ਕਿਸਾਨਾਂ ਦੇ ਅੱਗੇ। ਪੁਲਿਸ ਨੇ ਕਹਿ ਦਿੱਤਾ ਹੈ ਕਿ ਆ ਜਾਓ ਅੱਗੇ, ਲੰਘੇ ਆਓ। ਤੋੜ ਫੋੜ ਨਹੀਂ ਕਰਨੀ, ਬਿਲਕੁਲ ਵੀ ਤੋੜ ਫੋੜ ਨਾ ਕਰੋ, ਤੋੜ ਫੋੜ ਨਾ ਕਰੋ, ਲੰਘ ਜਾਓ ਸਿੱਧਾ। ਤੁਹਾਨੂੰ ਦੱਸ ਦੇਣਾ ਉਹ ਕਹਿ ਰਹੇ ਸੀ ਕਿ ਅੱਗੇ ਨਹੀਂ ਜਾਣ ਦੇਣਾ, ਪਰ ਹੁਣ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਸੀਂ ਅੱਗੇ ਜਾ ਸਕਦੇ ਹੋ, ਕਿਉਂਕਿ ਪੁਲਿਸ ਅਤੇ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਇਹ ਜਾਣਦੇ ਨੇ। ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਮਨਾ ਕਰ ਰਹੇ ਨੇ ਨੌਜਵਾਨਾਂ ਨੂੰ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਭੰਨ ਤੋੜ ਨਾ ਕਰਨ, ਪਰ ਕੁਝ ਨੌਜਵਾਨ ਜੋ ਬਹੁਤ ਗੁੱਸੇ ਦੇ ਵਿੱਚ ਨੇ ਉਹ ਟਿੱਪਰ ਲਗਾਤਾਰ ਉਹਨਾਂ ਦੇ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਵੀ ਬੇਨਤੀ ਕਰਾਂਗੇ ਨੌਜਵਾਨਾਂ ਨੂੰ ਕਿ ਅਜਿਹਾ ਕੋਈ ਵੀ ਉਗਰ ਪ੍ਰਦਰਸ਼ਨ ਨਾ ਕੀਤਾ ਜਾਵੇ, ਟਿੱਪਰ ਨਾ ਭੰਨੇ ਜਾਣ, ਸ਼ੀਸ਼ੇ ਨਾ ਤੋੜੇ ਜਾਣ। ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਪੁਲਿਸ ਅਤੇ ਨੌਜਵਾਨਾਂ ਦੇ ਵਿੱਚ, ਕਿਸਾਨਾਂ ਦੇ ਵਿੱਚ ਅਜੇ ਵੀ ਬਹਿਸ ਚੱਲ ਰਹੀ ਹੈ। ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ, ਨੌਜਵਾਨਾਂ ਨੂੰ ਕਿਸੇ ਤਰੀਕੇ ਨਾਲ ਸਮਝਾਇਆ ਜਾਵੇ। ਹਰਿਆਣਾ ਪੁਲਿਸ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਹਰ ਕੋਈ ਇਹੀ ਚਾਹ ਰਿਹਾ ਹੈ, ਇਹੀ ਸੋਚ ਰਿਹਾ ਹੈ ਕਿ ਜਲਦ ਤੋਂ ਜਲਦ ਇਹ ਟਿੱਪਰ ਦਰਕਿਨਾਰ ਕੀਤੇ ਜਾਣ ਅਤੇ ਦਿੱਲੀ ਨੂੰ ਚਾਲੇ ਪਾਏ ਜਾਣ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਟਿੱਪਰ ਕਿੱਦਾਂ ਸਾਈਡ ਕੀਤੇ ਜਾਂਦੇ ਨੇ। ਡਰੋਨ ਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਨੌਜਵਾਨ ਅਤੇ ਕਿਸਾਨ ਰਾਹ ਸਿੱਧਾ ਕਿੱਦਾਂ ਕਰਦੇ ਨੇ, ਇਸ ਦਾ ਰਾਹ ਪੱਧਰਾ ਕਿੱਦਾਂ ਕਰਦੇ ਨੇ। ਕੀ ਕਹੋਗੇ ਇਸ ਕੀ ਕਹੋਗੇ ਇਸ ਰਵੱਈਏ ਤੇ? ਕਿਸਾਨਾਂ ਦੇ ਵਿੱਚ ਵੀ ਇਹੀ ਗੱਲਬਾਤ ਹਲੇ ਚੱਲ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਟਿੱਪਰ ਨੂੰ ਪਿੱਛੇ ਕੀਤਾ ਜਾਵੇ, ਉਹੀ ਰਣਨੀਤੀ ਬਣ ਰਹੀ ਹੈ। ਇੱਧਰਲੇ ਪਾਸੇ ਵੀ ਪੁਲਿਸ ਅਤੇ ਪ੍ਰਸ਼ਾਸਨ ਸਾਰਾ ਖੜਿਆ ਹੈ ਤੇ ਕਹਿੰਦੇ ਕਿ ਪੈਦਲ ਤੁਸੀਂ ਸ਼ਾਇਦ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਜੋ ਗੱਲਬਾਤ ਹੋਈ ਹੈ ਉਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਟਰਾਲੀਆਂ ਦੇ ਉੱਤੇ ਤੁਸੀਂ ਦਿੱਲੀ ਚਲੇ ਜਾਓ, ਪਰ ਕਿਸਾਨ ਉਸ ਜਿੱਦ ਉੱਤੇ ਨੇ ਕਿ ਟਰਾਲੀਆਂ ਦੇ ਉੱਤੇ ਅਸੀਂ ਕਿੱਦਾਂ ਚਲੇ ਜਾਈਏ ਦਿੱਲੀ। देखो सामने गड्डी धरने दिया ना हजारे ने दिल्ली सील कर रखा। मैनू अपना हम अपना ਭਰਾ ਅਸੀਂ ਵੀ ਤੁਹਾਡੇ ਕੋਲ ਪਾਕਿਸਤਾਨ ਤੇ ਨਹੀਂ ਅਸੀਂ ਆਏਗੇ। साली सरकार ऐसे खट्टर, हम खट्टर इन्हू खच्चर कहांगे। मोदी ने हद कर रहा है जमी जमा, इन्हें हद कर दी। कमाल की बात है। मैनू अपने
दुखड़े रोण वास्ते हम कोई लड़ाई नहीं, कोई कुछ नहीं, शांतमयी माहौल का धरना देना जहाँ जाएगा ने काले कानून रद्द करे। जहाँ जिमीदार पहले ही बहुत माड़ी हालात में चल रहा, जिन्हें कानून हमारे में थोप दिए गए तो जिमीदार खत्म हो जाएगा। जबकि कोई जिमीदार, कोई आड़ती, कोई मजदूर सब इस काले कानून जेकर लागू किया गया तो इस विच देश का पट्ठा बेड़ा बह जाएगा। किसान बिल्कुल मारू का पहला है, जिमीदार बिल्कुल खत्म हो जाएगा। ਬਿਲਕੁਲ ਜੀ ਖਤਮ ਹੋ ਜਾਏਗਾ। ਤੇ ਇੱਧਰ ਵੀ ਸੀਨੀਅਰ ਅਧਿਕਾਰੀ ਦੇ ਨਾਲ ਗੱਲਬਾਤ ਚੱਲ ਰਹੀ ਹੈ, ਕਿਸਾਨਾਂ ਦੀ ਦੇਖਦੇ ਹਾਂ ਕੀ ਗੱਲਬਾਤ ਚੱਲ ਰਹੀ ਹੈ। ਬਿਲਕੁਲ ਇੱਕ ਸਾਈਡ ਤੋਂ ਚੱਲਾਂਗੇ ਨਾ ਆਪਾਂ, ਇੱਕ ਸਾਈਡ ਤੋਂ ਚੱਲਾਂਗੇ, ਬਾਕੀ ਇੱਕ ਸਾਈਡ ਤੋਂ ਨਿਕਲਦੇ ਰਹਿਣਗੇ, ਜਾਣ ਵਾਲੇ ਵੀ ਆਉਣ ਵਾਲੇ ਵੀ ਨਿਕਲਦੇ ਰਹਿਣਗੇ, ਰਸਤੇ ਤੇ ਜਾਂਦੇ ਰਹਿਣਗੇ। ਦੇਖੋ ਸਭ ਦੀ ਤਕਲੀਫ ਇੱਕੋ ਜੀ, ਉਹਨਾਂ ਦੀ ਪ੍ਰੋਬਲਮ ਵੀ ਵਧਾ ਰਹੇ ਆ, ਉਹਨਾਂ ਦੀ ਪ੍ਰੋਬਲਮ ਸੋਲਵ ਨਹੀਂ ਕਰ ਰਹੇ ਤੁਸੀਂ। ਨਹੀਂ ਵਧਾ ਨਹੀਂ ਰਹੇ ਤੁਸੀਂ। ਇਹ ਥਿੰਕਿੰਗ ਆਪਣੀ ਥੋੜਾ ਜਿਹਾ ਉਹਨੂੰ ਕਰੋ, ਪੋਜ਼ਿਟਿਵ ਕਰੋ ਪਲੀਜ਼, ਰਿਕੁਐਸਟ ਹੈ। ਹੱਥ ਜੋੜਾ ਲਓ ਜਿਵੇਂ ਮਰਜ਼ੀ। ਸਰ ਹੱਥ ਅਸੀਂ ਜੋੜੇ ਖੜੇ ਆ, ਫਿਰ ਪਲੀਜ਼ ਰਿਕੁਐਸਟ ਤੁਸੀਂ ਮੰਨੋ ਕਿਸੇ ਦੀ। ਫਿਰ ਦੇਖੋ ਜ਼ਿਲ੍ਹੇ ਦੇ ਮਾਲਕ ਖੜੇ ਨੇ, ਮੈਂ ਤਾਂ ਪੁੱਛ ਕੇ ਆਇਆ ਵੀ ਸਾਹਿਬ ਕਹੋ ਇੱਥੇ ਕਮਾਂਡ ਕਰ ਰਹੇ ਤਾਂ ਫਿਰ ਤੁਸੀਂ ਕਰੋ। ਹਾਂਜੀ ਫਿਰ ਮਾਨ ਵੀ ਰੱਖੀਦਾ ਹੁੰਦਾ ਕਿਸੇ ਦੀ ਗੱਲ ਦਾ। ਮਾਨ ਤਾਂ ਫਿਰ ਅਸੀਂ ਤੁਹਾਡੀ ਗੱਲ ਦਾ ਤੁਹਾਡਾ ਵੀ ਮਾਨ ਰੱਖਾਂਗੇ, ਤੁਸੀਂ ਸਾਡਾ ਮਾਨ ਰੱਖੋ, ਮਾਨ ਰੱਖੋ ਤੁਸੀਂ ਮਾਨ ਰੱਖੋ। ਬਜ਼ੁਰਗ ਹੋ ਸਾਡੇ, ਸਨਮਾਨਿਤ ਹੋ ਸਾਡੇ ਤੋਂ ਵੱਡੇ ਵੀ ਹੋ ਸਾਰੇ ਆ, ਬੱਚੇ ਵੀ ਆ, ਸਾਰੇ ਆ। ਇਹ ਗੱਲ ਨਹੀਂ ਠੀਕ ਹੈਗੀ, ਇਹ ਗੱਲ ਠੀਕ ਨਹੀਂ ਸਰ। ਰੋਡ ਇੱਥੋਂ ਹਰੇਕ ਨੂੰ ਲੰਘਣ ਦਾ ਅਧਿਕਾਰ ਹੈ, ਤੁਹਾਨੂੰ ਵੀ ਸਾਨੂੰ ਵੀ। ਉਹੀ ਗੱਲ ਹੈਗੀ। ਦੁਬਾਰਾ ਇੱਕ ਮੇਰੀ ਗੱਲ ਸੁਣੋ ਜੀ, ਦੁਬਾਰਾ ਇੱਕੋ ਹੀ ਗੱਲ ਹੈਗੀ। ਸਰਕਾਰ ਜੋ ਵੀ ਹੈਗੀ ਤੁਹਾਡੀ ਵੀ ਹੈ, ਸਾਡੀ ਵੀ ਹੈ, ਕਿਸੇ ਦੀ ਹੋਰ ਕਿਸੇ ਬਾਹਰੋਂ ਦੀ ਨਹੀਂ ਬਣਾਈ ਕਿਸੇ ਨੇ ਸਰਕਾਰ। ਸਭ ਨੇ ਅਸੀਂ ਬਣਾਈ ਹੈ ਨਾ ਸਰਕਾਰ। ਬਿਲਕੁਲ ਨਾ, ਮੈਂ ਉਹੀ ਕਹਿਣਾ ਨਾ ਜੀ, ਮੈਂ ਤੁਹਾਨੂੰ ਉਹੀ ਕਹਿ ਰਿਹਾ। ਹੁਣ ਸਾਹਮਣੇ ਕੌਣ ਹੈਗਾ? ਤੁਸੀਂ ਹੈਗੇ ਹੋ, ਅਸੀਂ ਹੈਗੇ ਹਾਂ। ਅਸੀਂ ਵੀ ਤਾਂ ਇੱਥੋਂ ਹੀ ਹੈਗੇ ਹਾਂ। ਸਾਡੇ ਭਰਾ ਭਤੀਜੇ ਆ, ਸਾਡੇ ਭਰਾ ਭਤੀਜੇ ਆ, ਸਾਡੇ ਵੀ ਕਿਤੋਂ ਬਾਹਰੋਂ ਤਾਂ ਨਹੀਂ ਆਏ। ਨਹੀਂ ਸਾਡੇ ਭਰਾ ਭਤੀਜੇ ਸਾਰੇ ਇੱਕ ਕਰਕੇ ਸਾਨੂੰ ਇੱਕ ਮਤ ਹੋ ਕੇ ਚੱਲਣਾ ਚਾਹੀਦਾ, ਠੀਕ ਹੈ ਨਾ। ਉਹ ਇੱਕ ਮਤ ਹੈਗਾ। ਮੈਂ ਤੁਹਾਨੂੰ ਬਾਰ-ਬਾਰ ਇਹ ਕਹਿ ਰਿਹਾ, ਗੱਡੀਆਂ ਅਸੀਂ ਅਲਾਉ ਨਹੀਂ ਕਰ ਸਕਦੇ। ਤੁਸੀਂ ਵੈਸੇ ਆਪਣਾ ਪੀਸਫੁਲੀ ਨਾ ਦੇਖੋ ਉਹ ਕਲੀਅਰ ਗੱਲ ਤੁਹਾਡੀ। ਮੇਰੀ ਗੱਲ ਸੁਣੋ, ਤੁਸੀਂ ਵੈਸੇ ਜਾ ਸਕਦੇ ਹੋ। ਤੁਹਾਡੀ ਜਿੰਨੀ ਵੀ ਤੁਹਾਡੀ ਹੈਲਪ, ਤੁਹਾਡੀ ਫੈਸਿਲਿਟੇਸ਼ਨ, ਵੀ ਆਣਾ ਜਾਣਾ, ਰਸਤਾ ਕਿਤੇ ਰੁਕਣਾ, ਉਹ ਸਾਰੀ ਅਸੀਂ ਦੇਖ ਲਾਂਗੇ। ਕੋਈ ਗੱਡੀਆਂ ਸਾਡੇ ਵਰਗੇ ਬਜ਼ੁਰਗ ਕਿਸ ਤਰ੍ਹਾਂ ਬਚਾਓਗੇ ਤੁਸੀਂ? ਬਤਾਓ ਦੱਸੋ। ਰਾਸ਼ਨ ਦਾ ਰਾਸ਼ਨ ਤਾਂ ਸਾਡਾ ਉਹ ਨਹੀਂ ਖਾਧਾ ਜਾਂਦਾ, ਟਰਾਲੀ ਲਿਆਵਾਂਗੇ ਨਹੀਂ, ਉਹ ਫਿਰ ਤਾਂ ਅਫਸਰ ਵੇਖੋ ਨਾ ਅਸੀਂ ਕਿਸ ਤਰ੍ਹਾਂ ਜਾਵਾਂਗੇ ਦੱਸੋ ਤੁਸੀਂ। 90 ਸਾਲ ਦੇ ਸੀ ਦੇਖੋ ਉਹ ਤੁਹਾਨੂੰ ਥੋੜਾ ਦੇਖਣਾ ਪੈਣਾ। ਹਾਂ ਠੰਡ 'ਚ ਕਿੱਥੇ ਰਹਿਣਗੇ ਪੈਦਲ ਚੱਲ? तो ਅਸੀਂ ਦੇਖ ਲਾਂਗੇ, ਕੋਈ ਗੱਲ ਨਹੀਂ, ਅਸੀਂ ਦੇਖ ਲਾਂਗੇ। ਪਰ ਵਹੀਕਲ ਗੱਡੀਆਂ ਨਹੀਂ ਅਲਾਉ। ਦੇਖੋ ਮੇਰੀ ਰਿਕੁਐਸਟ ਮੰਨੋ, ਤੁਸੀਂ ਗੱਡੀ ਅਲਾਉ ਨਹੀਂ। ਨਾ ਉਹ ਵੀ ਨਹੀਂ ਕਰਨਾ ਨਾ। ਮੇਰੀ ਗੱਲ ਸੁਣੋ, ਇੰਨਾ ਸਾਰਾ ਕੁਝ ਹੋਇਆ, ਲਾਠੀ ਚਾਰਜ ਹੋਇਆ ਕਿ ਹੋਇਆ? ਨਹੀਂ ਹੋਇਆ ਨਾ ਲਾਠੀ ਚਾਰਜ। ਨਹੀਂ ਹੋਇਆ ਜੀ, ਅਸਰੂਗਸ ਕੀ ਕਰੀਏ ਫਿਰ? ਉਹਦੇ ਸਾਰੇ ਬੈਰੀਕੇਡ ਸੁੱਟਦੇ ਥੱਲੇ। ਅਗਰ ਮੇਰੀ ਗੱਲ ਅਗਰ ਬੈਰੀਕੇਡ ਨਾ ਤੋੜਦੇ ਤੇ ਅਸੀਂ ਅਸਰੂਗਸ ਯੂਜ਼ ਕਰਦੇ? ਨਹੀਂ ਕਰਦੇ। ਗੱਡੀਆਂ ਨੂੰ ਨਾ ਤੋੜਦੇ ਤੇ ਅਸੀਂ ਅਸਰੂਗਸ ਯੂਜ਼ ਕਰਦੇ ਨਾ। ਗੱਡੀਆਂ ਨੂੰ ਕੋਈ ਤੋੜਿਆ ਨਹੀਂ ਯਾਰ, ਨਾ ਕਰਦੇ ਤਾਂ ਤੋੜ ਦਿੰਦੇ ਨਾ ਫਿਰ। ਅਗਰ ਨਹੀਂ ਤੋੜਨਾ ਤੇ ਅਸੀਂ ਵੀ ਕਿਸੇ ਨੂੰ ਸਰ ਗੱਲ ਖਰਾਬ ਵੀ ਹੋਇਆ ਸਰ 2 ਮਹੀਨੇ ਤੋਂ ਅਗਰ ਉਹ ਕਿਤੇ ਵੀ ਕੋਈ ਇਹੋ ਜਿਹੀ ਨਹੀਂ ਚਾਹੁੰਦਾ, ਕੋਈ ਵੀ ਤਣਾਅਪੂਰਨ ਮਾਹੌਲ ਨੂੰ ਬਣਾਉਣਾ, ਕੋਈ ਵੀ ਅਸੀਂ ਉੱਥੇ ਜਾ ਕੇ ਵੀ ਰੋਡ ਨਹੀਂ ਜਾਮ ਕਰਨੇ। ਦਿੱਲੀ ਜਾ ਕੇ ਵੀ ਅਸੀਂ ਵੀ ਕਿਤੇ ਰਾਮਲੀਲਾ ਮੈਦਾਨ ਦੇ ਵਿੱਚ ਜਾ ਕੇ ਅਸੀਂ ਇੱਕ ਸਾਈਡ ਤੇ ਬੈਠ ਕੇ ਪ੍ਰਦਰਸ਼ਨ ਕਰਨਾ, ਸਰਕਾਰ ਨੂੰ ਆਪਦਾ ਗੱਲ ਕਹਿਣੀ ਹੈ, ਦੱਸਣੀ ਹੈ। ਨਹੀਂ, ਮੈਂ ਤੁਹਾਡੀ ਗੱਲ ਸਮਝਣਾ, ਮੈਨੂੰ ਪਤਾ ਸਾਰੀ ਚੀਜ਼ ਦਾ ਪਤਾ, ਮੈਂ ਤੁਹਾਡੀ ਗੱਲ ਵੀ ਸਮਝਣਾ। ਪਰ ਮੇਰੀ ਗੱਲ ਤੁਸੀਂ ਇੰਨੀ ਸਮਝੋ ਕਿ ਮੈਂ ਗੱਡੀ ਅਲਾਉ ਨਹੀਂ ਕਰ ਸਕਦਾ। ਸਰ ਇਹ ਤਾਂ ਹੋਵੇ ਨਾ, ਅਸੀਂ ਇੱਥੇ ਜਾ ਕੇ ਬਹਿ ਜਾਣਾ, ਤੁਹਾਡੇ ਰੋਡ ਵਗੈਰਾ ਬਲਾ ਕਰ ਦੇਣਾ। ਇਹੋ ਜਿਹਾ ਸਾਡੇ ਕੋਈ ਬਾਜ਼ਾਰ ਨਹੀਂਗਾ, ਕੋਈ ਇਦਾਂ ਦਾ ਸਾਡੀ ਰਣਨੀਤੀ ਨਹੀਂ ਗੀ। ਤੁਹਾਨੂੰ ਅੱਗੇ ਤੱਕ ਛੱਡ ਕੇ ਆਵਾਂਗੇ, ਜਿੱਥੇ ਤੱਕ ਤੁਸੀਂ ਜਾਓਗੇ ਤੁਹਾਨੂੰ ਅੱਗੇ ਤੱਕ ਛੱਡ ਕੇ ਆਵਾਂਗੇ। ਅਸੀਂ ਪਹੁੰਚ ਨਹੀਂ ਨਾ ਸਕਦੇ, ਕਿੰਨਾ 100 ਕਿਲੋਮੀਟਰ ਤੇ ਹੈ। ਸਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ, ਤੇ ਤੁਸੀਂ ਕੀ ਕਹਿੰਦੇ ਹੋ, ਕੀ ਆਰਡਰਸ ਆਏ ਨੇ ਹੁਣ ਤੁਹਾਨੂੰ? ਤੁਸੀਂ ਅੱਗੇ ਦੇਖਿਓ, ਆਰਡਰਸ ਵੈਰੀ ਲਾਊਡ ਐਂਡ ਕਲੀਅਰ ਹੈ ਕਿ ਅਸੀਂ ਗੱਡੀ ਅਲਾਉ ਨਹੀਂ ਕਰ ਸਕਦੇ। ਬੰਦੇ ਜਾਣਾ ਚਾਹੁੰਦੇ, ਬੰਦੇ ਚਲੇ ਜਾਣ। ਉਹ ਬੰਦੇ ਜੀ ਵੇਖੋ ਕਰੋ, ਗੱਡੀ ਅਸੀਂ ਸਵੇਰੇ ਤਾਂ ਇਹ ਕਿਹਾ ਜਾਇਆ ਸੀ ਧਾਰਾ 144 ਲੱਗੀ ਹੋਈ ਹੈ ਕਿ 4 ਬੰਦੇ ਵੀ ਉਸ ਤੋਂ ਵੱਧ ਦਾ ਇਕੱਠ ਨਹੀਂ ਹੋਣਾ ਚਾਹੀਦਾ। ਦੇਖੋ ਲੱਗੀ ਹੋਈ ਹੈ, ਫਿਰ ਜਿਹਦਾ ਉਲੰਘਣ ਹੈਗਾ ਉਹ ਤਾਂ ਉਲੰਘਣ ਹੀ ਹੈਗਾ ਨਾ। ਉਲੰਘਣ ਤਾਂ ਸਰ ਪਹਿਲੇ ਆਪਨੇ ਕਰ ਰੱਖਾ ਤੇ ਕਿਤਨੇ ਇਕੱਠੇ ਹੋਏ ਸਾਡੇ ਤੇ ਗੱਲਾਂ ਨਹੀਂ, ਸਾਡੇ ਤੇ ਫੋਰਸ ਸਾਡੇ ਥੋੜਾ ਲਾਗੂ ਹੁੰਦੀ ਨਾ, ਸਾਡੇ ਤੇ ਕੋਈ ਲਾਗੂ ਨਹੀਂ ਹੁੰਦਾ। ਨਹੀਂ, ਸਾਡੇ ਤੇ लागू नहीं होती। अगर फोर्स इकट्ठी ना हो तो इनको जो है लोगों को मरने के लिए छोड़ दें, किसी को सुरक्षा करने के लिए भी नहीं आए। पुलिस को एकजुट तो होना पड़ेगा ना। फोर्स का मतलब फोर्स है, इकट्ठी होगी जब फोर्स है। वो हम अपनी ड्यूटी कर रहे हैं। बंदा हैगा, मेरी गल इन्नी तुहानू मननी पैनी है। अगर सर शांतमई तरीके ਦੇ ਨਾਲ ਕਿਸਾਨ ਇਜ਼ੀਲੀ ਦਿੱਲੀ ਰੀਚ ਕਰ ਜਾਂਦੇ ਨੇ ਤੇ ਉਸ ਦੇ ਵਿੱਚ ਕੀ ਪ੍ਰੋਬਲਮ ਹੈ? ਕਿਉਂਕਿ ਕੱਲ ਵੀ ਤੁਸੀਂ ਦੇਖਿਆ ਕਿ ਪਿਪਲੀ ਵਿੱਚ ਜੋ ਹੋਇਆ, ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੇ ਬੈਰੀਕੇਡਿੰਗ ਸਾਈਡ ਕੀਤੀ ਆ, ਅੱਗੇ ਲੰਘੇ ਨੇ। ਅਗਰ ਹੁਣ ਨੌਜਵਾਨ ਆਪ ਜਿੱਦਾਂ ਪਿੱਛੇ ਵੀ ਬੈਰੀਕੇਡਿੰਗ ਥੱਲੇ ਸੁੱਟੀ ਉਹਨਾਂ ਨੇ ਚੱਕ ਕੇ,
ਤੇ ਫਿਰ ਉਸ ਦੇ ਵਿੱਚ ਤੁਸੀਂ ਕਿਸ ਦਾ ਕਸੂਰ ਕੱਢੋਗੇ? ਕਿਸਾਨਾਂ ਦਾ ਕੱਢੋਗੇ ਜਿਹੜੇ ਆਪਣੇ ਹੱਕ ਲੈਣ ਵਾਸਤੇ ਜਾ ਰਹੇ ਆ? ਸਰਕਾਰ ਦਾ? ਕਿਸਾਨਾਂ ਦਾ ਹੱਕ ਜਿਹੜਾ ਉਹ ਉੱਥੇ ਜਾ ਕੇ ਮਿਲ ਜਾਏਗਾ, ਤੁਹਾਨੂੰ ਗਾਰੰਟੀ ਹੈ। ਨਹੀਂ ਆਸ ਤੇ ਹੈਗੀ ਹੈ ਨਾ ਪਰਮੇਸ਼ਰ ਅੱਗੇ ਬੇਨਤੀ ਕਰਾਂਗੇ ਮਿਲੂਗਾ। ਨਹੀਂ ਉੱਥੇ ਜਾ ਕੇ ਤੁਹਾਨੂੰ ਗਾਰੰਟੀ ਮਿਲ ਜਾਏਗੀ। ਨਹੀਂ ਤਸੱਲੀ ਠੀਕ ਹੈ, ਤਸੱਲੀ ਆਹੀ ਤਾਂ ਮੈਂ ਕਹਿ ਰਿਹਾ ਤੁਹਾਨੂੰ। ਇੱਥੇ ਜੋ ਸਾਰੀ ਚੀਜ਼ ਕਰਕੇ ਸਾਰਾ ਨੈਸ਼ਨਲ ਮੀਡੀਆ ਹੈਗਾ, ਸਾਰੀ ਤੁਹਾਡੀ ਗੱਲ ਵੈਸੇ ਹੀ ਪਹੁੰਚ ਜਾਣੀ ਉੱਥੇ, ਤਾਂ ਉੱਥੇ ਜਾ ਕੇ ਤਾਂ ਉਹ ਗੱਲ ਹੋਈ ਰਹਿਣੀ ਹੈ। ਨੈਸ਼ਨਲ ਮੀਡੀਆ ਨੇ ਤਾਂ ਸਰ ਪਿਛਲੇ 2 ਮਹੀਨਿਆਂ ਦੇ ਵਿੱਚ ਕੱਖ ਨਹੀਂ ਨਸ਼ਰ ਕੀਤਾ। ਨੈਸ਼ਨਲ ਮੀਡੀਆ ਨੇ ਸਿਰਫ ਉਹ ਦਿਖਾਇਆ ਜੇ ਕਿਤੇ ਖਾਲਿਸਤਾਨ ਦਾ ਨਾਰਾ। ਤਾਂ ਹੀ ਤਾਂ ਅਸੀਂ ਕਹਿ ਰਹੇ ਨਾ, ਫਿਰ ਉੱਥੇ ਜਾ ਕੇ ਤੁਹਾਨੂੰ ਕੀ ਹਾਸਲ ਹੋਏਗਾ? ਉੱਥੇ ਜਾ ਕੇ ਘੱਟੋ ਘੱਟ ਦਿੱਲੀ ਦੇ ਨਾਲ ਜਦੋਂ 101 ਕਿਸਾਨ ਜਥੇਬੰਦੀਆਂ ਗੱਲ ਕਰਨਗੀਆਂ, ਪੱਕੇ ਮੋਰਚੇ ਉੱਥੇ ਲਾ ਕੇ ਬੈਠਣਗੀਆਂ, ਉਹਨਾਂ ਨੂੰ ਅਹਿਸਾਸ ਹੋਏਗਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ 47 ਤੋਂ ਬਾਅਦ ਪੂਰੇ ਭਾਰਤ ਦਾ ਢਿੱਡ ਭਰਿਆ ਸੀ। ਮੰਨ ਗਏ ਸਰ, ਪਰ ਉਹ ਕਰਨ ਹਰੀ ਵਾਸਤੇ ਕ੍ਰਾਂਤੀ ਪੰਜਾਬ ਤੇ ਹਰਿਆਣਾ ਦੇ ਵਿੱਚ, ਮਾਫ ਕਰਨਾ ਕਿਸਾਨਾਂ ਦੇ ਵੱਲੋਂ ਦੀ ਗੱਲ ਕਰ ਰਿਹਾ ਮੈਂ, ਹਰੀ ਕ੍ਰਾਂਤੀ ਪੰਜਾਬ ਤੇ ਹਰਿਆਣਾ ਇਹ ਕੋਈ ਨਹੀਂ ਭੁਲਾ ਸਕਦਾ ਕਿ ਪੂਰੇ ਭਾਰਤ ਦਾ ਢਿੱਡ ਭਰਿਆ ਸੀ ਜਦੋਂ ਅਸੀਂ ਬਾਹਰ ਕੋਲਾ ਚੱਕ ਕੇ ਮੰਗਦੇ ਸੀ। ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਸਮਝਾ ਦਾਂ। ਗੱਲ ਹੋਈ ਹੈ, ਅਸੀਂ ਵੀ ਇੱਥੋਂ ਹੀ ਹੈਗੇ ਆ, ਸਾਰੀ ਚੀਜ਼ ਦਾ ਪਤਾ ਹੈ। ਤਾਂ ਤੁਸੀਂ ਵੀ ਭਾਜੀ ਸਾਡੇ ਭਰਾ ਹੋ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਸਾਨ ਵੀਰਾਂ ਦਾ ਸਾਥ ਦੇਈਏ, ਕਿਉਂਕਿ ਹੁਣ ਗੱਲ ਹੋਣ ਤੇ ਆ ਗਈ, ਇਹਨਾਂ ਦੀ ਜ਼ਮੀਨਾਂ ਤੇ ਆ ਗਈ ਹੈ। ਤਾਂ ਅਸੀਂ ਈਜ਼ੀਲੀ ਮਤਲਬ ਕਿਸੇ ਵਾਇਲੇਸ਼ਨ ਤੋਂ ਵੀ ਨਾ ਅੱਗੇ ਇਹਨਾਂ ਨੂੰ ਵਧਣ ਦਈਏ, ਤਾਂ ਕਿ ਦਿੱਲੀ ਤੱਕ ਸਾਡੀ ਆਵਾਜ਼ ਜਿਹੜੀ ਪਹੁੰਚਾਣੀ ਚਾਹੁੰਦੇ ਨੇ ਉਹ ਪਹੁੰਚ ਜਾਵੇ, ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਹਿੰਸਾ ਨਾ ਹੋਵੇ। ਆਵਾਜ਼ ਤੇ ਦਿੱਲੀ ਤੋਂ ਅੱਗੇ ਹੀ ਪਹੁੰਚ ਚੁੱਕੀ ਹੈ, ਪਰ ਮੈਂ ਗੱਡੀਆਂ ਅਲਾਉ ਨਹੀਂ ਕਰ ਸਕਦਾ। ਇਹ ਮੇਰੀ ਤੁਹਾਡੇ ਕੋਲ ਰਿਕੁਐਸਟ ਮੰਨ ਲਓ, ਬੇਨਤੀ ਮੰਨ ਲਓ, ਜੋ ਮਰਜ਼ੀ ਮੰਨ ਲਓ। ਮੈਂ ਗੱਡੀਆਂ ਮੈਂ ਵੀ ਤੁਹਾਡੇ ਹੱਥ ਜੋੜਨਾ, ਮੈਂ ਗੱਡੀਆਂ ਅਲਾਉ ਨਹੀਂ ਕਰ ਸਕਦਾ, ਮੈਂ ਗੱਡੀਆਂ ਅਲਾਉ ਨਹੀਂ ਕਰ ਸਕਦਾ। ਨਹੀਂ ਜੇ ਪਬਲਿਕ ਕਰ ਸਕਦੇ ਤਾਂ ਗੱਡੀਆਂ ਵੀ ਕਰਨੀ ਨਹੀਂ। ਵਿੱਚ ਬਜ਼ੁਰਗ ਨੇ, ਕਈ ਬਜ਼ੁਰਗ ਨੇ ਵਿੱਚ, ਉਹਨਾਂ ਨੂੰ ਬਜ਼ੁਰਗ ਜਿਹੜੇ ਮੇਰੀ ਗੱਲ ਸੁਣੋ, ਮੇਰੀ ਇੱਕ ਗੱਲ ਸੁਣ ਲਓ। ਕੀ ਲੈ ਜਾਵਾਂਗੇ ਚੱਕਿਆ ਸੀ ਹਰ ਲੋਕ ਫਿਰ ਆਪਣੇ ਡੈਮੋਕ੍ਰੇਟਿਕ ਰਾਈਟ ਕਿੱਦਾਂ ਵਰਤਣਗੇ ਜੇ ਤੁਸੀਂ ਗੱਡੀਆਂ ਲੈ ਜਾਣ ਨਹੀਂ ਦੇਣੀਆਂ ਤਾਂ? ਲੋਕਾਂ ਨੂੰ ਜਾਮ ਨਹੀਂ ਸਕਦੇ। ਕਿੰਨਾ ਕੁ ਬਜ਼ੁਰਗ ਬੰਦੇ ਕਿੰਨੇ ਸਰ, ਜਦੋਂ ਸਾਨੂੰ ਬਟ ਹਾਊ ਵਿਲ ਹੱਕ ਹੈ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ, ਧਰਨਾ ਦੇਣ ਦਾ। ਅੱਛਾ ਇੱਕ ਕੰਮ ਕਰੋ, ਫਿਰ ਤੁਸੀਂ ਪਿੱਛੇ ਤੇ ਵੇਟ ਕਰੋ, ਮੈਂ ਗੱਲ ਕਰਦਾ। ਤੁਸੀਂ ਆ ਜੋਸ਼ ਜਿਹੜਾ ਸਾਰਾ ਠੀਕ ਹੈ ਨਾ? ਠੀਕ ਹੈ ਸਰ, ਤੁਸੀਂ ਸਰ ਬੱਚਿਆਂ ਦਾ ਜੋਸ਼ ਮਿਲ ਜੀ ਆਪਣੀ ਇਮਾਨਦਾਰੀ ਨਾਲ ਪਰਮੇਸ਼ਰ ਅੱਗੇ। ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਜਿੰਨੀ ਕਿ ਅਸੀਂ ਇਸ ਵੇਲੇ ਗੱਲਬਾਤ ਕੀਤੀ ਹੈ, ਉਹਨਾਂ ਨੇ ਕਿਹਾ ਹੈ ਕਿ ਥੋੜੀ ਦੇਰ ਵੇਟ ਕਰੋ, ਗੱਡੀਆਂ ਜਾਣ ਦੀ ਵੀ ਉਹ ਇਜਾਜ਼ਤ ਦੇਣਗੇ। ਪਰੇ ਤੋਂ ਪਿੱਛੇ ਹੋ ਜਾਓ, ਮੈਂ ਇੱਕ ਵਾਰੀ ਗੱਲ ਕਰਦਾ। ਉਹਨਾਂ ਨੇ ਕਿਹਾ ਹੈ ਕਿਸਾਨਾਂ ਨੂੰ ਕਿ ਟਿੱਪਰ ਤੋਂ ਪਿੱਛੇ ਹੋ ਜਾਓ, ਟਿੱਪਰ ਤੋਂ ਪਿੱਛੇ ਹੋ ਜਾਣਗੇ ਤੇ ਉਸ ਤੋਂ ਬਾਅਦ ਉਹ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਦੱਸਣਗੇ ਕਿ ਗੱਡੀਆਂ ਅੱਗੇ ਜਾਣ ਦੇਣੀਆਂ ਨੇ ਕਿਸਾਨਾਂ ਨੂੰ ਨਾ ਜਾਂ ਨਹੀਂ ਜਾਣ ਦੇਣੀਆਂ। ਕਿਸਾਨਾਂ ਦੀ ਇੱਕ ਬੜੀ ਹੀ ਪੋਜ਼ਿਟਿਵ ਤਰੀਕੇ ਦੇ ਨਾਲ ਪੁਲਿਸ ਅਧਿਕਾਰੀ ਨੇ ਗੱਲ ਕੀਤੀ ਹੈ, ਸੀਨੀਅਰ ਅਧਿਕਾਰੀਆਂ ਨੇ, ਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜੇਕਰ ਕਿਸਾਨ ਪਿੱਛੇ ਟਿੱਪਰ ਤੋਂ ਪਿੱਛੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਕਰਨਗੇ ਤੇ ਉਸ ਤੋਂ ਬਾਅਦ ਦੱਸਣਗੇ ਕਿ ਇਜਾਜ਼ਤ ਮਿਲਦੀ ਹੈ ਕਿਸਾਨਾਂ ਨੂੰ ਗੱਡੀਆਂ ਲੈ ਕੇ ਅੱਗੇ ਜਾਣ ਦੀ ਜਾਂ ਨਹੀਂ ਮਿਲਦੀ। ਇਹ ਕੁਝ ਸਮੇਂ ਦਾ ਵਕਫਾ ਹੀ ਦੱਸੇਗਾ। ਇੰਤਜ਼ਾਰ ਕਰਦੇ ਹਾਂ ਕੁਝ ਸਮੇਂ ਦਾ ਕਿ ਆਖਿਰ ਪੁਲਿਸ ਦਾ ਸੀਨੀਅਰ ਅਧਿਕਾਰੀ ਕੀ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।